ਹੈਲੋ ਦੋਸਤੋ, ਮੈਂ ਅੰਕਿਤ ਸਿੰਘ ਰਾਣਾ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ YouTube ਚੈਨਲ ਪ੍ਰਤਾਪ ਅਕੈਡਮੀ ਦੇ ਉੱਤੇ ਤੇ ਪੰਜਾਬ ਦੇ ਸਾਰੇ ਪੇਪਰਾਂ ਵਾਸਤੇ ਪੰਜਾਬ ਜੀਕੇ ਆਪਾਂ ਨੇ ਸ਼ੁਰੂ ਕਰੀ ਹੋਈ ਹੈ। ਪੰਜਾਬ ਦੀ ਜਿਓਗ੍ਰਾਫੀ ਆਪਾਂ ਕੰਪਲੀਟ ਕਰ ਚੁੱਕੇ ਹਾਂ ਜੀ ਤੇ ਅੱਜ ਤੋਂ ਆਪਾਂ ਪੜ੍ਹਾਂਗੇ ਪੰਜਾਬ ਦੀ ਹਿਸਟਰੀ। ਠੀਕ ਹੈ, ਤੇ ਅੱਜ ਆਪਣੀ ਹੈਗੀ ਹੈ 12ਵੀਂ ਕਲਾਸ। ਕਿਹੜੀ ਕਲਾਸ ਹੈ ਜੀ? 12ਵੀਂ ਕਲਾਸ ਹੈ। 11 ਕਲਾਸਾਂ ਆਪਾਂ ਆਲਰੇਡੀ ਕਰ ਚੁੱਕੇ ਹਾਂ। ਤੁਹਾਨੂੰ ਇਹ ਕਲਾਸ ਪਹਿਲੀ ਵਾਰ ਮਿਲੀ ਹੈ, ਠੀਕ ਹੈ, ਜਾਂ ਰੈਂਡਮਲੀ ਤੁਹਾਨੂੰ ਕਲਾਸ ਮਿਲ ਗਈ ਤਾਂ ਇਹਦਾ ਮਤਲਬ ਤੁਸੀਂ ਪਹਿਲਾਂ ਵਾਲੀ 11 ਕਲਾਸਾਂ ਮਿਸ ਕਰ ਚੁੱਕੇ ਹੋ। ਤਾਂ ਸਿੰਪਲ ਜੀ ਗੱਲ ਹੈ, ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਇੱਕ ਅਲੱਗ ਤੋਂ ਪਲੇਲਿਸਟ ਬਣੀ ਹੋਈ ਹੈ ਪੰਜਾਬ ਜੀਕੇ ਥਿਊਰੀ ਵਾਈਜ਼ ਦੇ ਨਾਂ ਤੋਂ, ਠੀਕ ਹੈ। ਉੱਥੇ ਜਾਓ, 11 ਦੀ 11 ਕਲਾਸਾਂ ਪਹਿਲਾਂ ਵਾਲੀ ਜ਼ਰੂਰ ਦੇਖੋ। ਬਹੁਤ ਇੰਪੋਰਟੈਂਟ ਕਲਾਸਾਂ ਹੈਗੀਆਂ। ਪੰਜਾਬ ਦੀ ਸਾਰੀ ਜਿਓਗ੍ਰਾਫੀ ਆਪਾਂ ਨੇ ਵਧੀਆ ਤਰੀਕੇ ਨਾਲ ਡਿਟੇਲ ਦੇ ਨਾਲ ਸਟੱਡੀ ਕਰੀ ਹੈ, ਠੀਕ ਹੈ। ਥਿਊਰੀ ਵਾਈਜ਼ ਆਪਣੀ ਕਲਾਸਾਂ ਚੱਲ ਰਹੀਆਂ, ਠੀਕ ਹੈ ਜੀ। ਤਾਂ ਆਪਾਂ ਕਲਾਸ ਸ਼ੁਰੂ ਕਰਦੇ ਹਾਂ ਆਪਣੀ। ਉਸ ਤੋਂ ਪਹਿਲਾਂ ਇਹ ਉਹੀ ਸਾਰਾ ਕੁਝ ਹੈ ਜਿਹੜਾ ਆਪਾਂ ਹਰ ਕਲਾਸ ਦੇ ਵਿੱਚ ਡਿਸਕਸ ਕਰ ਦਿਆਂਗੇ। ਇਹ ਸਾਰਾ ਕੁਝ ਆਪਾਂ ਨੇ ਪੜ੍ਹਨਾ ਹੈ। ਇਹ ਕਲਾਸ ਹੋ ਚੁੱਕੀ ਹੈ, ਇਹ ਸਾਰਾ ਨਿਬੜ ਚੁੱਕਿਆ ਬਈ ਪੰਜਾਬ ਦੀ ਜਿਓਗ੍ਰਾਫੀ, ਠੀਕ ਹੈ। ਅੱਜ ਵਾਰੀ ਆਪਣੀ ਇੱਥੋਂ ਸਟਾਰਟ ਕਰਨ ਦੀ। ਹਿਸਟਰੀ ਆਪਾਂ ਪੜ੍ਹਾਂਗੇ ਬਾਈ, ਠੀਕ ਹੈ। ਤੇ ਹਿਸਟਰੀ ਦੇ ਵਿੱਚ ਵੀ ਸਭ ਤੋਂ ਪਹਿਲਾ ਟੌਪਿਕ ਆਪਣਾ ਕਿਹੜਾ ਹੈ? ਐਂਸ਼ੀਐਂਟ ਹਿਸਟਰੀ, ਯਾਨੀ ਪ੍ਰਾਚੀਨ ਭਾਰਤ ਦਾ ਇਤਿਹਾਸ, ਨਾਲ ਦੀ ਨਾਲ ਪੰਜਾਬ ਦਾ ਵੀ, ਠੀਕ ਹੈ। ਓਕੇ, ਮੇਰੇ ਨਾਲ ਇੱਥੇ ਕਨੈਕਟ ਹੋ ਸਕਦੇ ਹੋ। ਜੇ ਇੰਸਟਾਗ੍ਰਾਮ ਯੂਜ਼ ਕਰਦੇ ਹੋ ਤਾਂ ਅੰਕਿਤ ਸਿੰਘ ਰਾਣਾ ਦੇ ਨਾਂ ਤੋਂ ਪ੍ਰੋਫਾਈਲ ਹੈ। ਟੈਲੀਗ੍ਰਾਮ ਦੇ ਉੱਤੇ ਅੰਕਿਤ ਸਿੰਘ ਰਾਣਾ ਆਫੀਸ਼ੀਅਲ ਦੇ ਨਾਂ ਤੋਂ ਚੈਨਲ ਹੈ, ਠੀਕ ਹੈ। ਅਕੈਡਮੀ ਨਾਲ ਇੱਥੇ ਕਨੈਕਟ ਹੋ ਸਕਦੇ ਹੋ, ਇੰਸਟਾਗ੍ਰਾਮ ਦੇ ਉੱਤੇ ਵੀ। ਟੈਲੀਗ੍ਰਾਮ ਇਹ ਸਭ ਤੋਂ ਜ਼ਰੂਰੀ ਹੈ ਜੀ, ਅਕੈਡਮੀ ਦਾ ਟੈਲੀਗ੍ਰਾਮ ਜੁੜਨਾ, ਠੀਕ ਹੈ। ਅਕੈਡਮੀ ਦੇ ਟੈਲੀਗ੍ਰਾਮ ਦੇ ਨਾਲ ਜੁੜਨਾ ਪ੍ਰਤਾਪ ਅਕੈਡਮੀ ਦੇ ਨਾਂ ਤੋਂ, ਠੀਕ ਹੈ। ਕਿਉਂਕਿ ਕਲਾਸਾਂ ਦੇ ਲਿੰਕ PDF ਜੋ ਵੀ ਆਪਾਂ ਨੇ ਮਤਲਬ ਸਟੂਡੈਂਟਸ ਨਾਲ ਗੱਲਬਾਤ ਸ਼ੇਅਰ ਕਰਨੀ ਹੈ, ਇੱਥੇ ਹੀ ਸ਼ੇਅਰ ਹੁੰਦੀ ਹੈ ਸਭ ਤੋਂ ਪਹਿਲਾਂ, ਠੀਕ ਹੈ। 2 ਨੰਬਰ ਇਹ ਅਕੈਡਮੀ ਦੇ ਹੈਗੇ ਆ, ਨੋਟ ਕਰ ਲਓ, ਕੰਟੈਕਟ ਕਰ ਸਕਦੇ ਹੋ। ਪੇਡ ਕੋਰਸਿਸ ਦੇ ਲਈ ਐਪ ਡਾਊਨਲੋਡ ਕਰ ਲਓ ਜੀ। ਪਲੇ ਸਟੋਰ ਦੇ ਉੱਤੇ ਪ੍ਰਤਾਪ ਅਕੈਡਮੀ ਦੇ ਨਾਂ ਤੋਂ ਐਪ ਹੈ। ਆਈਫੋਨ ਦੇ ਉੱਤੇ ਮਾਈ ਇੰਸਟੀਚਿਊਟ ਦੇ ਨਾਂ ਤੋਂ ਐਪ ਹੈ। ਆਈਫੋਨ ਵਾਲਿਆਂ ਵਾਸਤੇ ਕਿਹੜੀ ਐਪ ਹੈ? ਮਾਈ ਇੰਸਟੀਚਿਊਟ। ਤੇ ਆਰਗੇਨਾਈਜੇਸ਼ਨ ਕੋਡ ਉਹ ਮੰਗਦੇ ਆ ਡਾਊਨਲੋਡ ਕਰਨ ਤੋਂ ਬਾਅਦ, ਤਾਂ ਇਹ ਕੋਡ ਵੀ ਨੋਟ ਕਰ ਲਓ, ਠੀਕ ਹੈ। ਓਕੇ, ਹੁਣ ਆਪਾਂ ਆਪਣਾ ਟੌਪਿਕ ਸਟਾਰਟ ਕਰਦੇ ਹਾਂ ਜੀ। ਪੰਜਾਬ ਜੀਕੇ ਦੇ ਵਿੱਚ ਹਿਸਟਰੀ ਆਫ ਪੰਜਾਬ ਪੜ੍ਹਨਾ ਹੈ ਤੇ ਹਿਸਟਰੀ ਆਫ ਪੰਜਾਬ ਦੇ ਵਿੱਚ ਆਪਣਾ ਸਭ ਤੋਂ ਪਹਿਲਾ ਟੌਪਿਕ ਹੈ ਪ੍ਰਾਚੀਨ ਇਤਿਹਾਸ, ਐਂਸ਼ੀਐਂਟ ਹਿਸਟਰੀ, ਠੀਕ ਹੈ। ਚਲੋ ਇਹਦੇ ਬਾਰੇ ਸਮਝਾਊਂਗਾ, ਬਟ ਉਸ ਤੋਂ ਪਹਿਲਾਂ ਆਪਾਂ ਇਹ ਦੇਖਦੇ ਹਾਂ ਵੀ ਹਿਸਟਰੀ ਕਿੰਨੇ ਤਰ੍ਹਾਂ ਦੀ ਹੁੰਦੀ ਹੈ। ਤਾਂ ਹਿਸਟਰੀ ਤੋਂ ਵੀ ਉੱਪਰ ਇੱਕ ਮਤਲਬ ਹਿਸਟਰੀ ਤੋਂ ਪਹਿਲਾਂ ਦੀ ਹਿਸਟਰੀ ਨੂੰ ਆਪਾਂ ਪ੍ਰੋਟੋ ਹਿਸਟਰੀ ਬੋਲਦੇ ਹਾਂ, ਤੇ ਸਭ ਤੋਂ ਪਹਿਲਾਂ ਦੀ ਹਿਸਟਰੀ ਨੂੰ ਆਪਾਂ ਪ੍ਰੀ ਹਿਸਟਰੀ ਬੋਲਦੇ ਹਾਂ, ਠੀਕ ਹੈ। ਪ੍ਰੀ ਹਿਸਟਰੀ ਕਿਹੜੀ ਹਿਸਟਰੀ ਹੁੰਦੀ ਹੈ ਜੀ? ਤਾਂ ਪ੍ਰੀ ਹਿਸਟਰੀ ਯਾਨੀ ਪੂਰਵ ਇਤਿਹਾਸ, ਉਹ ਹੁੰਦਾ ਹੈ ਜੀ ਮਤਲਬ ਇਤਿਹਾਸ ਤੋਂ ਵੀ ਪਹਿਲਾਂ ਦਾ ਇਤਿਹਾਸ, ਹੈ ਨਾ। ਵੀ ਜਦੋਂ ਧਰਤੀ ਦੇ ਵਿੱਚੋਂ ਖੁਦਾਈ ਕਰਦੇ ਹੋਏ ਆਪਾਂ ਨੂੰ ਕੁਝ ਪੁਰਾਣੀ ਚੀਜ਼ਾਂ ਮਿਲੀਆਂ, ਠੀਕ ਹੈ, ਕੋਈ ਸੱਭਿਅਤਾ ਮਿਲ ਗਈ ਹੈ ਜੀ, ਪੁਰਾਣੀ ਸੱਭਿਅਤਾ। ਉਸ ਟਾਈਮ ਦੇ ਬਾਰੇ ਆਪਾਂ ਨੂੰ ਸਿਰਫ ਜਿਹੜੀ ਚੀਜ਼ਾਂ ਮਿਲੀਆਂ ਉਹਨਾਂ ਤੋਂ ਹੀ ਆਪਾਂ ਨੇ ਸਟੋਰੀਆਂ ਬਣਾ ਲਈਆਂ। ਸਾਨੂੰ ਕੋਈ ਲਿਖਤੀ ਦੇ ਵਿੱਚ ਐਵੀਡੈਂਸ ਵਗੈਰਾ ਨਹੀਂ ਮਿਲੇ। ਮੰਨ ਲਓ ਆਪਾਂ ਨੂੰ ਕੋਈ 20,000 ਪੁਰਾਣੀ 30,000 ਸਾਲ ਪੁਰਾਣਾ ਕੋਈ ਸ਼ਹਿਰ ਮਿਲ ਗਿਆ, ਪੂਰੇ ਦਾ ਪੂਰਾ ਸ਼ਹਿਰ ਮਿਲ ਗਿਆ ਆਪਾਂ ਨੂੰ ਜੀ, ਠੀਕ ਹੈ। ਬਟ ਉੱਥੋਂ ਕੋਈ ਵੀ ਲਿਖਤੀ ਦੇ ਵਿੱਚ ਕੁਛ ਸਾਨੂੰ ਨਹੀਂ ਮਿਲਿਆ, ਠੀਕ ਹੈ। ਕੋਈ ਲਿਪੀ ਵਗੈਰਾ, ਉਹਨਾਂ ਦੀ ਕੋਈ ਭਾਸ਼ਾ ਦਾ ਆਪਾਂ ਨੂੰ ਕੁਛ ਨਹੀਂ ਪਤਾ। ਤਾਂ ਉਹ ਸਾਰਾ ਕੁਛ ਆਪਾਂ ਨੇ ਮਤਲਬ ਜੋ ਵੀ ਚੀਜ਼ਾਂ ਮਿਲੀਆਂ ਉਸ ਦੇ ਹਿਸਾਬ ਨਾਲ ਆਪਾਂ ਨੇ ਸਟੋਰੀਆਂ ਬਣਾ ਲਈ, ਤਾਂ ਉਹ ਹੋ ਗਈ ਪ੍ਰੀ ਹਿਸਟਰੀ, ਠੀਕ ਹੈ। ਉਹ ਕੀ ਹੋ ਗਈ ਜੀ? ਪ੍ਰੀ ਹਿਸਟਰੀ ਹੋ ਗਈ। ਉਸ ਤੋਂ ਇਲਾਵਾ ਬਈ ਫਿਰ ਇੱਕ ਹੁੰਦੀ ਹੈ ਪ੍ਰੋਟੋ ਹਿਸਟਰੀ। ਪ੍ਰੋਟੋ ਹਿਸਟਰੀ ਉਹ ਵਾਲੀ ਹਿਸਟਰੀ ਹੁੰਦੀ ਹੈ ਜਿੱਥੋਂ ਖੁਦਾਈ ਦੇ ਵਿੱਚ ਵਸਤੂਆਂ ਵੀ ਮਿਲੀਆਂ, ਬਟ ਵਸਤੂਆਂ ਦੇ ਨਾਲ ਨਾਲ ਆਪਾਂ ਨੂੰ ਉਹਨਾਂ ਦੀ ਲਿਪੀ ਵੀ ਪ੍ਰਾਪਤ ਹੋਈ ਹੈ, ਜਿਹਦੀ ਲਿਪੀ ਦੇ ਵਿੱਚ ਉਹ ਲਿਖਦੇ ਹੈ, ਹਨਾ। ਜਿੱਦਾਂ ਵੀ ਉਹ ਲਿਖਦੇ ਸੀਗੇ ਉਹ ਵੀ ਪ੍ਰਾਪਤ ਹੋਈ ਹੈ। ਬਟ ਇੱਕ ਸਮੱਸਿਆ ਇਹ ਹੈ ਕਿ ਉਹ ਲਿਪੀ ਆਪਣੀ ਸਮਝ ਤੋਂ ਬਾਹਰ ਹੈ, ਆਪਾਂ ਨਹੀਂ ਪੜ੍ਹ ਪਾਏ, ਠੀਕ ਹੈ। ਤਾਂ ਉਸ ਨੂੰ ਆਪਾਂ ਬੋਲਦੇ ਹਾਂ ਪ੍ਰੋਟੋ ਹਿਸਟਰੀ। ਕੀ ਬੋਲਦੇ ਆ? ਪ੍ਰੋਟੋ ਹਿਸਟਰੀ। ਤਾਂ ਪ੍ਰੀ ਹਿਸਟਰੀ ਕੋਈ ਲਿਪੀ ਪ੍ਰਾਪਤ ਨਹੀਂ ਹੋਈ, ਸਿਰਫ ਖੁਦਾਈ ਤੋਂ ਵਸਤੂਆਂ ਪ੍ਰਾਪਤ ਹੋਈਆਂ, ਤਾਂ ਉਹ ਹੋ ਗਈ ਪ੍ਰੀ ਹਿਸਟਰੀ। ਫਿਰ ਹੁੰਦੀ ਹੈ ਪ੍ਰੋਟੋ ਹਿਸਟਰੀ। ਪ੍ਰੋਟੋ ਹਿਸਟਰੀ ਆ ਵੀ ਲਿਪੀ ਤਾਂ ਆਪਾਂ ਨੂੰ ਪ੍ਰਾਪਤ ਹੋ ਗਈ, ਲਿਪੀ ਮਤਲਬ ਜਿਹੜੀ ਭਾਸ਼ਾ ਨੂੰ ਲਿਖਣ ਦੇ ਵਿੱਚ ਆਪਾਂ ਇਸਤੇਮਾਲ ਕਰਦੇ ਹਾਂ, ਜਿਵੇਂ ਇਹ ਗੁਰਮੁਖੀ ਲਿਖੀ ਹੋਈ ਹੈ, ਠੀਕ ਹੈ ਨਾ, ਇਦਾਂ ਕਰਕੇ। ਤਾਂ ਲਿਪੀ ਪ੍ਰਾਪਤ ਹੋਈ ਹੈ ਪਰ ਪੜ੍ਹੀ ਨਹੀਂ ਗਈ, ਤਾਂ ਉਹ ਹੁੰਦੀ ਹੈ ਪ੍ਰੋਟੋ ਹਿਸਟਰੀ। ਫਿਰ ਆਉਂਦੀ ਹੈ ਜੀ ਆਪਣੀ ਹਿਸਟਰੀ। ਹਿਸਟਰੀ ਉਹ ਚੀਜ਼ ਹੈ ਜਿਹਦੀ ਲਿਪੀ ਜਿਹੜੀ ਹੈਗੀ ਆ ਉਹ ਆਪਾਂ ਪੜ੍ਹ ਚੁੱਕੇ ਆ, ਆਪਾਂ ਸਮਝ ਗਏ ਆ ਕਿ ਕੀ ਲਿਖਿਆ ਹੋਇਆ ਉੱਥੇ, ਠੀਕ ਹੈ ਨਾ। ਮੰਨ ਲਓ ਅੱਜ ਤੋਂ 200 ਸਾਲ ਪਹਿਲਾਂ ਜਾਂ 500 ਸਾਲ ਪਹਿਲਾਂ ਕੋਈ ਰਿਟਨ ਕੋਈ ਐਵੀਡੈਂਸ ਹੈਗਾ, ਕੋਈ ਰਿਟਨ ਪ੍ਰੂਫ ਹੈ ਤੁਹਾਡੇ ਕੋਲ, ਤੁਸੀਂ ਉਹਨੂੰ ਪੜ੍ਹ ਕੇ ਦੱਸ ਸਕਦੇ ਹੋ ਵੀ 500 ਸਾਲ ਪਹਿਲਾਂ ਕੀ ਸਾਰਾ ਕੁਝ ਸੀਗਾ, ਤਾਂ ਉਹ ਹਿਸਟਰੀ ਹੋ ਗਈ। ਅੰਡਰਸਟੈਂਡ? ਅੱਜ ਤੋਂ 5-7 ਹਜ਼ਾਰ ਸਾਲ ਪਹਿਲਾਂ ਜਿਵੇਂ ਸਿੰਧੂ ਘਾਟੀ ਸੱਭਿਅਤਾ ਸੀਗੀ, ਉਸ ਟਾਈਮ ਦੀ ਆਪਾਂ ਨੂੰ ਚੀਜ਼ਾਂ ਵੀ ਹੈਗੀਆਂ ਆਪਣੇ ਕੋਲ, ਉਸ ਟਾਈਮ ਦੀ ਲਿਖੀ ਹੋਈ ਚੀਜ਼ਾਂ ਵੀ ਹੈਗੀਆਂ, ਬਟ ਸਮੱਸਿਆ ਕੀ ਹੈ? ਆਪਾਂ ਨਹੀਂ ਪੜ੍ਹ ਪਾਉਂਦੇ ਕੀ ਲਿਖਿਆ ਹੋਇਆ, ਤਾਂ ਉਹ ਪ੍ਰੋਟੋ ਹਿਸਟਰੀ ਹੋ ਗਈ। ਤੇ ਉਸ ਤੋਂ ਵੀ 5-7 ਹਜ਼ਾਰ ਸਾਲ ਪਹਿਲਾਂ ਯਾਨੀ 10-12 ਹਜ਼ਾਰ ਸਾਲ ਪਹਿਲਾਂ ਦਾ ਆਪਣੇ ਕੋਲ ਸਮਾਨ ਪਿਆ ਜੀ, ਠੀਕ ਹੈ। ਖੁਦਾਈ ਦੇ ਵਿੱਚੋਂ ਮਿਲਿਆ ਹੋਇਆ ਪੱਥਰ ਪਏ ਆ, ਹੋਰ ਚੀਜ਼ਾਂ ਪਈਆਂ, ਕੰਕਾਲ ਪਏ ਆ,
ਬਟ ਆਪਾਂ ਨੂੰ ਲਿਖਤੀ ਦੇ ਵਿੱਚ ਕੁਝ ਨਹੀਂ ਮਿਲਿਆ, ਤਾਂ ਇਹਦਾ ਮਤਲਬ ਉਹ ਕਿਹੜੀ ਹਿਸਟਰੀ ਹੋ ਗਈ? ਪ੍ਰੀ ਹਿਸਟਰੀ ਹੋ ਗਈ। ਸਮਝਿਓ ਗੱਲ ਨੂੰ? ਠੀਕ ਹੈ। ਤਾਂ ਆਪਾਂ ਨੇ ਪੜ੍ਹਨਾ ਸਟਾਰਟ ਕਰਨਾ ਹੈ, ਬਟ ਉਸ ਤੋਂ ਪਹਿਲਾਂ ਆਪਾਂ ਇਹ ਦੇਖਦੇ ਹਾਂ ਕਿ ਜਿਹੜੀ ਆਪਣੀ ਪੂਰੀ ਦੀ ਪੂਰੀ ਹਿਸਟਰੀ ਰਹੀ ਹੈ, ਇੰਡੀਆ ਦੀ ਹੋਵੇ ਚਾਹੇ ਪੰਜਾਬ ਦੀ ਹੋਵੇ, ਠੀਕ ਹੈ, ਚਾਹੇ ਇੰਡੀਆ ਦੀ ਹੋਵੇ ਚਾਹੇ ਪੰਜਾਬ ਦੀ ਹੋਵੇ, ਪੂਰੀ ਦੀ ਪੂਰੀ ਹਿਸਟਰੀ ਆਪਾਂ ਕਿੱਥੋਂ ਸ਼ੁਰੂ ਕਰਕੇ ਕਿੱਥੇ ਖਤਮ ਕਰਦੇ ਹਾਂ ਤੇ ਕਿੰਨੇ ਹਿੱਸੇ ਦੇ ਵਿੱਚ ਇਹਨੂੰ ਆਪਾਂ ਵੰਡਦੇ ਹਾਂ। ਤਾਂ ਆਪਾਂ ਹਿਸਟਰੀ ਉਸ ਟਾਈਮ ਤੋਂ ਸ਼ੁਰੂ ਕਰਦੇ ਹਾਂ ਜਦੋਂ ਮਾਨਵ ਸੀਗਾ, ਆਦਿ ਮਾਨਵ। ਸਮਝਿਓ ਨਾ ਗੱਲ? ਜੰਗਲਾਂ ਦੇ ਵਿੱਚ ਰਹਿੰਦਾ ਸੀ, ਉਹਨੂੰ ਕੁਝ ਨਹੀਂ ਪਤਾ, ਜਿਵੇਂ ਬਾਕੀ ਜਾਨਵਰ ਰਹਿੰਦੇ ਸੀ ਉਦਾਂ ਹੀ ਉਹ ਰਹਿੰਦਾ ਸੀ ਜੰਗਲਾਂ ਦੇ ਵਿੱਚ, ਠੀਕ ਹੈ। ਆਦਿ ਮਾਨਵ ਤੋਂ ਸ਼ੁਰੂ ਕਰਕੇ 1947 ਤੱਕ ਦੀ ਜਿਹੜੀ ਹਿਸਟਰੀ ਹੈਗੀ ਹੈ, ਬਸ ਉੱਥੋਂ ਤੱਕ ਆਪਾਂ ਪੜ੍ਹਦੇ ਹਾਂ, ਠੀਕ ਹੈ। ਬਿਲਕੁਲ ਜੰਗਲਾਂ ਤੋਂ ਸ਼ੁਰੂ ਕਰਕੇ, ਆਦਿ ਮਾਨਵ ਤੋਂ ਸ਼ੁਰੂ ਕਰਕੇ 1947 ਤੱਕ ਆਪਾਂ ਹਿਸਟਰੀ ਦੇ ਵਿੱਚ ਕਵਰ ਕਰਦੇ ਹਾਂ, ਤੇ ਇਹਨੂੰ ਆਪਾਂ ਨੇ 3 ਹਿੱਸਿਆਂ 'ਚ ਵੰਡਿਆ ਹੋਇਆ। ਸਭ ਤੋਂ ਪਹਿਲਾਂ ਪ੍ਰਾਚੀਨ ਭਾਰਤ ਦਾ ਇਤਿਹਾਸ ਯਾਨੀ ਐਂਸ਼ੀਅੰਟ ਹਿਸਟਰੀ, ਠੀਕ ਹੈ। ਹੁਣ ਦੇਖੋ, ਜੇ ਤੁਸੀਂ ਇੰਡੀਆ ਦੀ ਹਿਸਟਰੀ ਪੜ੍ਹੀ ਹੈ, ਠੀਕ ਹੈ, ਇੰਡੀਆ ਦੀ ਐਂਸ਼ੀਅੰਟ ਹਿਸਟਰੀ ਪੜ੍ਹੀ ਹੈ, ਮਿਡੀਵਲ ਪੜ੍ਹੀ ਹੈ, ਕੋਈ ਸੀ ਵੀ ਪੜ੍ਹੀ ਹੈ, ਤਾਂ ਪੰਜਾਬ ਦੀ ਹਿਸਟਰੀ ਵਿੱਚ ਹੀ ਆ ਜਾਂਦੀ ਹੈ, ਠੀਕ ਹੈ ਨਾ। ਜਿਹੜੀ ਮੇਨ ਗੱਲਾਂ ਹੁੰਦੀਆਂ, ਥੋੜਾ ਬਹੁਤਾ ਜੇ ਆਪਾਂ ਨੇ ਪੰਜਾਬ ਨੂੰ ਜ਼ਿਆਦਾ ਡਿਟੇਲ 'ਚ ਦੇਖਣਾ ਤਾਂ ਥੋੜਾ ਬਹੁਤਾ ਹੀ ਆਪਾਂ ਐਕਸਟਰਾ ਪੜ੍ਹਦੇ ਹਾਂ, ਠੀਕ ਹੈ। ਜਿਵੇਂ ਸਿੱਖ ਹਿਸਟਰੀ ਹੋ ਗਈ, ਉਹਨੂੰ ਥੋੜਾ ਡਿਟੇਲ 'ਚ ਪੜ੍ਹਦੇ ਹਾਂ, ਬਾਕੀ ਹੋਰ ਕੁਝ ਨਹੀਂ ਹੈਗਾ, ਠੀਕ ਹੈ। ਤਾਂ ਇੱਕ ਵਾਰ ਆਪਾਂ ਥੋੜਾ ਜਿਹਾ ਓਵਰਵਿਊ ਦੇਖ ਲੈਂਦੇ ਹਾਂ ਕਿ ਐਂਸ਼ੀਅੰਟ ਹਿਸਟਰੀ ਕਿੱਥੋਂ ਸ਼ੁਰੂ ਕਰਕੇ ਕਿੱਥੋਂ ਖਤਮ ਕਰਾਂਗੇ, ਮਿਡਾਈਵਲ ਕਿੱਥੋਂ ਸ਼ੁਰੂ ਕਰਕੇ ਕਿੱਥੋਂ ਖਤਮ ਕਰਾਂਗੇ, ਤੇ ਮਾਡਰਨ ਵੀ, ਠੀਕ ਹੈ। ਫਿਰ ਆਪਾਂ ਪੜ੍ਹਨਾ ਸਟਾਰਟ ਕਰਾਂਗੇ, ਕੋਈ ਚੱਕਰ ਨਹੀਂ। ਤਾਂ ਪ੍ਰਾਚੀਨ ਭਾਰਤ ਦਾ ਇਤਿਹਾਸ ਬਈ, ਪ੍ਰਾਚੀਨ ਭਾਰਤ ਦਾ ਇਤਿਹਾਸ ਆਪਾਂ ਕਿੱਥੋਂ ਸ਼ੁਰੂ ਕਰਦੇ ਹਾਂ? ਜਦੋਂ ਆਦਿ ਮਾਨਵ ਹੁੰਦਾ ਸੀਗਾ, ਹੈ ਨਾ, ਬਿਲਕੁਲ ਮਤਲਬ ਆਦਿ ਮਾਨਵ ਦੇ ਟਾਈਮ ਤੋਂ ਸ਼ੁਰੂ ਕਰਦੇ ਹਾਂ, ਓਕੇ। ਤੇ ਖਤਮ ਕਿੱਥੇ ਕਰਦੇ ਹਾਂ? ਜਦੋਂ ਮੁਸਲਿਮਸ ਦੇ ਅਟੈਕ ਹੈ ਜਿਹੜੇ ਇੰਡੀਆ ਤੇ ਹੋਣੇ ਸ਼ੁਰੂ ਹੋ ਜਾਂਦੇ ਆ, ਉੱਥੋਂ ਇਹਨੂੰ ਆਪਾਂ ਖਤਮ ਕਰਦੇ ਹਾਂ, ਠੀਕ ਹੈ। ਫਿਰ ਆਉਂਦਾ ਜੀ ਮੱਧਕਾਲੀ ਭਾਰਤ ਦਾ ਇਤਿਹਾਸ, ਇਹਨੂੰ ਆਪਾਂ ਕਿੱਥੋਂ ਸ਼ੁਰੂ ਕਰਦੇ ਹਾਂ? ਇਹਨੂੰ ਆਪਾਂ ਸ਼ੁਰੂ ਕਰਦੇ ਹਾਂ ਜਦੋਂ ਮੁਸਲਿਮਸ ਦੇ ਅਟੈਕ ਹੋਣੇ ਸ਼ੁਰੂ ਹੋ ਜਾਂਦੇ ਆ, ਅਰਬ ਵਾਲਿਆਂ ਦੇ ਅਟੈਕ ਹੁੰਦੇ ਆ ਪਹਿਲਾਂ, ਹੈ ਨਾ, ਅਰਬ ਫਿਰ ਤੁਰਕ, ਇਹਨਾਂ ਦੇ ਹਮਲੇ ਹੁੰਦੇ ਆ, ਉਹ ਸਾਰਾ ਕੁਝ ਉੱਥੋਂ ਸ਼ੁਰੂ ਕਰਦੇ ਆ। ਖਤਮ ਕਿੱਥੇ ਕਰਦੇ ਆ? ਖਤਮ ਇਹਨੂੰ ਕਰਦੇ ਆ ਆਪਾਂ ਇੱਕ ਤਰ੍ਹਾਂ ਨਾਲ ਖਤਮ ਕਰ ਦਿੰਦੇ ਆ ਇਹਨੂੰ ਆਪਾਂ 1857 ਤੱਕ ਆ ਕੇ ਸਮਝੋ ਖਤਮ ਕਰ ਦਿੰਦੇ ਆ ਇਹਨਾਂ ਨੂੰ, ਠੀਕ ਹੈ। ਤੇ ਮਾਡਰਨ ਹਿਸਟਰੀ ਆਪਾਂ ਕਿੱਥੋਂ ਸ਼ੁਰੂ ਕਰਦੇ ਆ? ਮਾਡਰਨ ਹਿਸਟਰੀ ਆਪਾਂ ਸ਼ੁਰੂ ਕਰਦੇ ਆ ਜਦੋਂ ਯੂਰੋਪੀਅਨਸ, ਜਿਹੜੇ ਅੰਗਰੇਜ਼ ਹੈ ਜਾਂ ਪੁਰਤਗਾਲੀ ਹੈ ਨਾ, ਯੂਰੋਪੀਅਨਸ ਵਪਾਰ ਦੇ ਬਹਾਨੇ ਜਾਂ ਵਪਾਰ ਕਰਨ ਸਾਡੇ ਦੇਸ਼ ਦੇ ਵਿੱਚ ਆਏ ਸੀਗੇ। ਯੂਰੋਪੀਅਨ ਸਾਡੇ ਦੇਸ਼ ਦੇ ਵਿੱਚ ਆਏ, ਯੂਰੋਪ ਵਾਲੇ, ਉੱਥੋਂ ਆਪਾਂ ਸ਼ੁਰੂ ਕਰਦੇ ਹਾਂ ਤੇ ਖਤਮ ਕਿੱਥੇ ਕਰਦੇ ਹਾਂ? 1947 ਤੱਕ, ਜਦੋਂ ਆਪਣੇ ਦੇਸ਼ ਨੂੰ ਆਜ਼ਾਦੀ ਮਿਲਦੀ ਹੈ, ਠੀਕ ਹੈ। ਤਾਂ ਇਹ ਜੇ ਤੁਸੀਂ ਇੰਡੀਆ ਦੀ ਹਿਸਟਰੀ ਪੜ੍ਹੀ ਹੋਈ ਹੈ ਵਧੀਆ ਤਰੀਕੇ ਨਾਲ, ਫਿਰ ਤਾਂ ਤੁਹਾਨੂੰ ਕੋਈ ਜ਼ਿਆਦਾ ਮਤਲਬ ਔਖਾ ਹੀ ਲੱਗਣਾ ਨਹੀਂ ਬਿਲਕੁਲ ਵੀ। ਜੇ ਤੁਸੀਂ ਇੰਡੀਆ ਦੀ ਹਿਸਟਰੀ ਨਹੀਂ ਪੜ੍ਹੀ ਹੈ, ਫਿਰ ਕੀ ਹੈ ਕਿ ਆਪਾਂ ਜਿਵੇਂ ਐਂਸ਼ੀਅੰਟ ਹਿਸਟਰੀ ਸਟਾਰਟ ਕਰਾਂਗੇ, ਹੈ ਨਾ। ਐਂਸ਼ੀਅੰਟ ਹਿਸਟਰੀ ਦੇ ਵਿੱਚ ਵੈਸੇ ਤਾਂ ਮੈਂ ਸਾਰੇ ਟੌਪਿਕ ਤੁਹਾਨੂੰ ਕਰਾਊਂਗਾ, ਠੀਕ ਹੈ, ਬਟ ਫਿਰ ਵੀ ਜੇ ਤੁਹਾਨੂੰ ਬਹੁਤ ਜ਼ਿਆਦਾ ਡਿਟੇਲ ਦੇ ਵਿੱਚ ਪੜ੍ਹਨਾ ਹੈ ਸਿਰਫ ਇੰਡੀਆ ਦੀ ਐਂਸ਼ੀਅੰਟ ਹਿਸਟਰੀ, ਤਾਂ ਮੈਂ YouTube ਦੇ ਉੱਤੇ ਆਲਰੇਡੀ ਕਰਾਈ ਹੋਈ ਹੈ ਪਹਿਲਾਂ ਹੀ, ਠੀਕ ਹੈ। ਤੁਹਾਨੂੰ ਕੋਈ ਪੇਡ ਕੋਰਸ ਵਗੈਰਾ ਕੁਝ ਵੀ ਲੈਣ ਦੀ ਲੋੜ ਨਹੀਂ, ਪਹਿਲਾਂ ਹੀ ਆਲਰੇਡੀ ਮੈਂ ਐਂਸ਼ੀਅੰਟ ਹਿਸਟਰੀ ਹੈ ਜਿਹੜੀ ਕਰਾਈ ਹੋਈ ਹੈ। YouTube ਦੇ ਉੱਤੇ ਹੀ ਜਾਓ, ਠੀਕ ਹੈ, ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਪਲੇਲਿਸਟਾਂ ਚੈੱਕ ਕਰੋ, ਉੱਥੇ ਤੁਹਾਨੂੰ ਪ੍ਰਾਚੀਨ ਇਤਿਹਾਸ ਮਿਲ ਜਾਊਗਾ। ਪਿਛਲੇ ਸਾਲ ਮੈਂ ਕਰਾਇਆ ਸੀਗਾ, ਠੀਕ ਹੈ। ਮਾਡਰਨ ਵੀ ਕਰਾਇਆ ਹੋਇਆ, ਉਹ ਵੀ YouTube ਦੇ ਉੱਤੇ ਪਿਆ, ਸਾਰਾ ਥਿਓਰੀ ਵਾਈਜ਼ ਹੈ, ਠੀਕ ਹੈ, ਤਾਂ ਉਹ ਦੇਖ ਸਕਦੇ ਹੋ ਤੁਸੀਂ, ਠੀਕ ਹੈ। ਹੁਣ ਆਪਾਂ ਪ੍ਰਾਚੀਨ ਭਾਰਤ ਦੇ ਇਤਿਹਾਸ ਦੀ ਗੱਲ ਕਰਦੇ ਹਾਂ ਬਈ। ਜੇ ਆਪਾਂ ਆਪਣੇ ਐਗਜ਼ਾਮ ਪੁਆਇੰਟ ਆਫ ਵਿਊ ਨਾਲ ਦੇਖੀਏ ਤਾਂ ਐਗਜ਼ਾਮ ਪੁਆਇੰਟ ਆਫ ਵਿਊ ਦੇ ਹਿਸਾਬ ਨਾਲ ਨਾ ਇਹ ਸਾਰੇ ਵਿੱਚੋਂ ਸਭ ਤੋਂ ਜ਼ਿਆਦਾ ਜਿਹੜਾ ਸਕੋਪ ਹੈ, ਜਿਹੜੇ ਤੇ ਮਤਲਬ ਸਭ ਤੋਂ ਜ਼ਿਆਦਾ ਕੁਐਸਚਨ ਆਉਂਦੇ ਆ, ਸਭ ਤੋਂ ਜ਼ਿਆਦਾ ਕੁਐਸਚਨ ਆਉਂਦੇ ਆ ਜੀ ਮਾਡਰਨ ਦੇ ਉੱਤੇ, ਠੀਕ ਹੈ। ਸਭ ਤੋਂ ਜ਼ਿਆਦਾ ਵੇਟੇਜ ਕਿਹਦੀ ਹੈ? ਮਾਡਰਨ ਦੀ ਹੈ। ਫਿਰ ਉਸ ਤੋਂ ਘੱਟ ਮੱਧਕਾਲੀ ਭਾਰਤ ਦਾ ਇਤਿਹਾਸ, ਤੇ ਸਭ ਤੋਂ ਘੱਟ ਪ੍ਰਾਚੀਨ, ਠੀਕ ਹੈ। ਇਹ ਰਿਐਲਿਟੀ ਹੈ। ਤੇ ਆਪਣੇ ਪੰਜਾਬ ਦੇ ਵਿੱਚ ਹਿਸਟਰੀ ਤੋਂ ਜੇ ਕੁਐਸਚਨ ਆਣਾ ਹੈ ਤਾਂ ਮਾਡਰਨ ਜਾਂ ਮੱਧਕਾਲੀ ਦੇ ਵਿੱਚ ਇੱਕ ਚੀਜ਼ ਹੋਰ ਐਡ ਕਰ ਲਓ, ਸਿੱਖ ਹਿਸਟਰੀ, ਠੀਕ ਹੈ। ਗੁਰੂਆਂ ਬਾਰੇ ਤੇ ਮਹਾਰਾਜਾ ਰਣਜੀਤ ਸਿੰਘ, ਬੰਦਾ ਬਹਾਦਰ, ਹੈ ਨਾ, ਇਹਨਾਂ ਸਾਰਿਆਂ ਬਾਰੇ ਬਈ ਪੜ੍ਹਨਾ ਆਪਾਂ ਨੇ, ਉਹ ਆਪਾਂ ਸਾਰਾ ਸਿੱਖ ਹਿਸਟਰੀ ਦੇ ਵਿੱਚ ਪੜ੍ਹਦੇ ਹਾਂ। ਤਾਂ ਸਭ ਤੋਂ ਵੱਧ ਜਿਹੜਾ ਕੁਐਸਚਨ ਆਉਂਦਾ ਹੈ ਉਹ ਸਿੱਖ ਹਿਸਟਰੀ ਤੇ ਆਉਂਦਾ ਹੈ। ਬਟ ਉਸ ਤੋਂ ਪਹਿਲਾਂ, ਸਿੱਖ ਹਿਸਟਰੀ ਪੜ੍ਹਨ ਤੋਂ ਪਹਿਲਾਂ ਆਪਾਂ ਨੂੰ ਥੋੜਾ ਬਹੁਤਾ ਐਂਸ਼ੀਅੰਟ ਬਾਰੇ ਵੀ ਪਤਾ ਹੋਣਾ ਚਾਹੀਦਾ ਹੈ ਤੇ ਥੋੜਾ ਬਹੁਤਾ ਮੱਧਕਾਲੀ ਬਾਰੇ ਵੀ ਪਤਾ ਹੋਣਾ ਚਾਹੀਦਾ ਹੈ। ਤੇ ਸਿੱਖ ਹਿਸਟਰੀ ਪੜਾਂਗੇ, ਮਤਲਬ ਸਿੱਖ ਹਿਸਟਰੀ ਕੀ ਹੈ? ਮੱਧਕਾਲੀ ਜਦੋਂ ਆਪਾਂ ਇਤਿਹਾਸ ਪੜਾਂਗੇ ਉਸ ਟਾਈਮ ਸਿੱਖ ਹਿਸਟਰੀ ਸ਼ੁਰੂ ਹੋ ਜਾਂਦੀ ਹੈ, ਤਾਂ ਮੱਧਕਾਲੀ ਪੜਾਂਗੇ ਫਿਰ ਆਪਾਂ ਸਿੱਖ ਹਿਸਟਰੀ ਸ਼ੁਰੂ ਕਰਾਂਗੇ, ਠੀਕ ਹੈ। ਤੇ ਸਿੱਖ ਹਿਸਟਰੀ ਦੇ ਨਾਲ ਨਾਲ ਫਿਰ ਆਪਾਂ ਆਧੁਨਿਕ ਹਿਸਟਰੀ ਵੀ ਉਹ ਵੀ ਪੜਾਂਗੇ, ਠੀਕ ਹੈ। ਮਤਲਬ ਸਭ ਤੋਂ ਜ਼ਿਆਦਾ ਮੰਨ ਲਓ ਜੇ ਹਿਸਟਰੀ ਦੇ 5 ਕੁਐਸਚਨ ਆਣੇ ਆ ਨਾ, ਤਾਂ ਨੋਰਮਲ ਜੀ ਗੱਲ ਹੈ, ਮੰਨ ਕੇ ਚਲੋ ਕਿ 5 ਦੇ ਵਿੱਚੋਂ 3 ਕੁਐਸਚਨ ਤਾਂ ਸਿੱਖ ਹਿਸਟਰੀ ਤੋਂ ਹੀ ਹੁੰਦੇ ਆ, ਇੰਨਾ ਜ਼ਿਆਦਾ ਇੰਪੋਰਟੈਂਟ ਹੈ, ਠੀਕ ਹੈ।
ਤਾਂ ਇਸ ਕਰਕੇ ਇਸ ਨੂੰ ਬਹੁਤ ਜ਼ਿਆਦਾ ਡਿਟੇਲ ਦੇ ਵਿੱਚ ਪੜਾਂਗੇ ਤੇ ਇਹ ਸਾਰਾ ਕੁਝ ਆਪਾਂ ਪੜਾਂਗੇ ਆਰਡਰ ਦੇ ਵਿੱਚ, ਮਤਲਬ ਇੰਨਾ ਵੀ ਮਤਲਬ ਘੱਟ ਨਹੀਂ ਪੜਾਂਗੇ ਕਿ ਕੁਝ ਵੀ ਮਤਲਬ ਤੁਹਾਨੂੰ ਨਾ ਸਮਝ ਆਏ। ਸਾਰਾ ਜੋ ਵੀ ਜ਼ਰੂਰੀ ਆ ਉਹ ਸਾਰਾ ਆਪਾਂ ਪੜਾਂਗੇ, ਠੀਕ ਹੈ, ਟੈਨਸ਼ਨ ਨਾ ਲਓ। ਬਸ ਇਸ ਨੂੰ ਆਪਾਂ ਹੋਰ ਜ਼ਿਆਦਾ ਡਿਟੇਲ ਦੇ ਵਿੱਚ ਪੜਾਂਗੇ। ਤਾਂ ਵੀ ਚਲੋ ਠੀਕ ਹੈ, ਆਪਾਂ ਸਟਾਰਟ ਕਰਦੇ ਹਾਂ ਐਂਸ਼ੀਐਂਟ ਹਿਸਟਰੀ। ਜੇ ਤੁਸੀਂ ਇੰਡੀਆ ਦੀ ਐਂਸ਼ੀਐਂਟ ਹਿਸਟਰੀ ਪੜ੍ਹੀ ਹੈ ਤਾਂ ਸੇਮ ਉਹੀ ਚੀਜ਼ ਹੈ ਬਸ, ਠੀਕ ਹੈ ਨਾ। ਸਭ ਤੋਂ ਪਹਿਲਾਂ ਆਪਾਂ ਪੜ੍ਹਦੇ ਹਾਂ ਪੱਥਰ ਯੁੱਗ, ਕਿਉਂਕਿ ਆਪਾਂ ਨੇ ਐਂਸ਼ੀਐਂਟ ਹਿਸਟਰੀ ਯਾਨੀ ਪ੍ਰਾਚੀਨ ਇਤਿਹਾਸ ਕਿੱਥੋਂ ਸ਼ੁਰੂ ਕਰਨਾ ਹੈ, ਜਦੋਂ ਮਾਨਵ ਸੀਗਾ, ਆਦਿ ਮਾਨਵ, ਠੀਕ ਹੈ, ਉੱਥੋਂ ਆਪਾਂ ਸ਼ੁਰੂ ਕਰਦੇ ਹਾਂ। ਜੰਗਲਾਂ ਦੇ ਵਿੱਚ ਉਹ ਰਹਿੰਦਾ ਸੀਗਾ, ਉਹਨੂੰ ਕਿਸੇ ਚੀਜ਼ ਦਾ ਨਹੀਂ ਪਤਾ, ਜਿੱਦਾਂ ਬਾਕੀ ਜਾਨਵਰ ਹੈ ਉੱਦਾਂ ਹੀ ਉਹ ਵੀ ਜਾਨਵਰ ਸੀਗਾ। ਉਹਨੇ ਵੀ ਸ਼ਿਕਾਰ ਕਰਨਾ ਹੈ, ਠੀਕ ਹੈ, ਕੱਚਾ ਮਾਂਸ ਹੀ ਖਾ ਜਾਣਾ ਜਿਵੇਂ ਹੋਰ ਜਾਨਵਰ ਖਾਂਦੇ ਆ ਜਿਹੜੇ ਮਾਸਾਹਾਰੀ ਜਾਨਵਰ ਹੁੰਦੇ ਆ, ਠੀਕ ਹੈ, ਉੱਦਾਂ ਹੀ ਦਾ ਉਹ ਸੀਗਾ। ਸ਼ਿਕਾਰ ਕਰਨ ਵਾਸਤੇ ਉਹਦੇ ਕੋਲ ਕੋਈ ਹਥਿਆਰ ਨਹੀਂ ਸੀਗਾ, ਉਹ ਪੱਥਰਾਂ ਦਾ ਇਸਤੇਮਾਲ ਕਰਦਾ ਸੀਗਾ। ਪੱਥਰਾਂ ਨੂੰ ਹੀ ਤੋੜ ਕੇ ਰਗੜ ਕੇ ਭਾਲੇ ਵਗੈਰਾ ਬਣਾਏ ਹੋਏ ਆ, ਜੋ ਵੀ ਉਹਨੇ ਕਰਨਾ ਬਸ ਪੱਥਰਾਂ ਦੇ ਨਾਲ ਹੀ ਕਰਨਾ ਹੈ। ਇਸ ਕਰਕੇ ਇਸ ਯੁੱਗ ਨੂੰ ਆਪਾਂ ਪੱਥਰ ਯੁੱਗ ਬੋਲਦੇ ਹਾਂ, ਕਿਉਂਕਿ ਇਨਸਾਨ ਸਿਰਫ ਇੱਕ ਚੀਜ਼ ਦਾ ਇਸਤੇਮਾਲ ਕਰਨਾ ਜਾਣਦਾ ਸੀਗਾ, ਪੱਥਰ ਦਾ। ਉਹਦੇ ਹਥਿਆਰ ਸਾਰੇ ਪੱਥਰ ਦੇ ਨਾਲ ਹੀ ਬਣਦੇ ਸੀਗੇ, ਇਸ ਕਰਕੇ ਇਹਨੂੰ ਆਪਾਂ ਪੱਥਰ ਯੁੱਗ ਬੋਲਦੇ ਹਾਂ। ਲੱਖਾਂ ਸਾਲ ਪਹਿਲਾਂ ਦੀ ਗੱਲ ਹੈ, ਸੰਨ ਵਗੈਰਾ ਯਾਦ ਰੱਖਣ ਦੀ ਲੋੜ ਨਹੀਂ, ਠੀਕ ਹੈ। 250 ਸਾਲ 250 ਸਾਲ 300 ਸਾਲ ਪਹਿਲਾਂ ਇਦਾਂ ਕਰਕੇ, ਠੀਕ ਹੈ, ਕੋਈ ਮਤਲਬ ਕੋਈ ਜ਼ਰੂਰਤ ਹੀ ਨਹੀਂ ਹੈਗੀ ਸੰਨ ਵਗੈਰਾ ਯਾਦ ਰੱਖਣ ਦੀ, ਟੈਨਸ਼ਨ ਨਹੀਂ ਲੈਣੀ, ਠੀਕ ਹੈ। ਇਸ ਪੂਰੇ ਦੇ ਪੂਰੇ ਪੱਥਰ ਯੁੱਗ ਨੂੰ ਆਪਾਂ ਨੇ 3 ਹਿੱਸਿਆਂ 'ਚ ਡਿਵਾਈਡ ਕਰ ਰੱਖਿਆ ਮੋਟੇ ਤੌਰ ਤੇ, ਠੀਕ ਹੈ, ਇਹ ਜ਼ਰੂਰ ਯਾਦ ਰੱਖਣਾ। ਪਰ ਇੱਕ ਹੈਗਾ ਜੀ ਪਾਲੀਓਲਿਥਿਕ, ਇੱਕ ਹੈਗਾ ਮੀਜ਼ੋਲਿਥਿਕ ਤੇ ਇੱਕ ਹੈਗਾ ਨਿਓਲਿਥਿਕ, ਯਾਨੀ 올ਡ ਸਟੋਨ ਏਜ, ਲੇਟਰ ਸਟੋਨ ਏਜ ਤੇ ਨਿਊ ਸਟੋਨ ਏਜ। ਕਿਉਂ 3 ਹਿੱਸਿਆਂ 'ਚ ਕਿਉਂ ਵੰਡਿਆ ਹੋਇਆ? ਕਿਉਂਕਿ ਇਹ ਜਿਹੜਾ ਪੱਥਰ ਯੁੱਗ ਚੱਲਿਆ, ਇਹ ਚੱਲਿਆ ਲੱਖਾਂ ਸਾਲ, ਠੀਕ ਹੈ, ਤੇ ਲੱਖਾਂ ਸਾਲਾਂ ਦੇ ਵਿੱਚ ਇਨਸਾਨ ਦੇ ਵਿੱਚ ਬਹੁਤ ਜ਼ਿਆਦਾ ਬਦਲਾਵ ਆਏ ਆ, ਹੌਲੀ ਹੌਲੀ ਕਰਕੇ ਪੀੜ੍ਹੀ ਦਰ ਪੀੜ੍ਹੀ, ਸਟੈਪ ਬਾਏ ਸਟੈਪ ਉਹਦੇ ਬ੍ਰੇਨ ਦਾ ਵੀ ਵਿਕਾਸ ਹੋਇਆ ਤੇ ਕਾਫੀ ਚੀਜ਼ਾਂ ਉਹਨੇ ਸਿੱਖੀਆਂ, ਠੀਕ ਹੈ ਨਾ। ਇਸ ਕਰਕੇ ਜਿਹੜਾ ਸਟਾਰਟਿੰਗ ਦੇ ਵਿੱਚ ਪੱਥਰ ਯੁੱਗ ਸੀਗਾ ਉਹ ਹੋਰ ਤਰ੍ਹਾਂ ਦਾ, ਬਾਅਦ ਦੇ ਵਿੱਚ ਹੌਲੀ ਹੌਲੀ ਕਰਕੇ ਹੋਰ ਤਰ੍ਹਾਂ ਦਾ ਹੋ ਗਿਆ, ਠੀਕ ਹੈ। ਡਿਵੈਲਪਮੈਂਟ ਹੋਈ ਹੈ, ਵਿਕਾਸ ਹੋਇਆ, ਤਾਂ ਹੀ ਤਾਂ ਅੱਜ ਆਪਾਂ ਇੱਥੇ ਹੈਗੇ ਆ, ਠੀਕ ਹੈ। ਜੇ ਮਾਨਵ ਦੇ ਬ੍ਰੇਨ ਦੇ ਵਿੱਚ ਜਾਂ ਮਾਨਵ ਦਾ ਵਿਕਾਸ ਹੀ ਨਾ ਹੁੰਦਾ ਤਾਂ ਆਪਾਂ ਉੱਦਾਂ ਹੀ ਹੁੰਦੇ ਜਿੱਦਾਂ 올ਡ ਸਟੋਨ ਏਜ ਦੇ ਵਿੱਚ ਸੀਗੇ, ਜਿਵੇਂ ਬਾਕੀ ਜਾਨਵਰ ਹੈਗੇ ਆ ਉੱਦਾਂ ਹੀ ਆਪਾਂ ਨੇ ਹੋਣਾ ਸੀਗਾ, ਠੀਕ ਹੈ ਨਾ। ਤਾਂ ਉਹ ਜਿਹੜੀ ਡਿਵੈਲਪਮੈਂਟ ਹੋਈ ਹੈ ਲੱਖਾਂ ਸਾਲਾਂ ਦੇ ਵਿੱਚ, ਉਹਨੂੰ ਆਪਾਂ ਨੇ 3 ਹਿੱਸਿਆਂ 'ਚ ਵੰਡਤਾ, 올ਡ ਸਟੋਨ ਏਜ, ਲੇਟਰ ਸਟੋਨ ਏਜ ਤੇ ਨਿਊ ਸਟੋਨ ਏਜ। ਅੰਡਰਸਟੈਂਡ? ਜ਼ਿਆਦਾ ਟੈਨਸ਼ਨ ਲੈਣ ਦੀ ਲੋੜ ਨਹੀਂ, ਬੇਸਿਕ ਜੀ ਗੱਲਾਂ ਯਾਦ ਰੱਖਣੀਆਂ, ਕੁਐਸਚਨ ਤਾਂ ਘੱਟੇ ਆਉਂਦਾ ਹੈ ਸੀਰੀਅਸਲੀ, ਠੀਕ ਹੈ। ਬਸ ਆਪਾਂ ਨੂੰ ਇਹ ਹੈ ਕਿ ਪੜ੍ਹਨਾ ਹੁੰਦਾ ਹੈ, ਹਿਸਟਰੀ ਇਹ ਪਾਰਟ ਹੈ ਬਸ, ਹੋਰ ਕੁਝ ਨਹੀਂ, ਹੈ ਨਾ। ਇੱਕ ਪਾਰਟ ਹੈ ਤੁਹਾਡਾ, ਇੱਕ ਫਲੋ ਬਣ ਜਾਏਗਾ ਤੁਹਾਨੂੰ, ਪ੍ਰੋਪਰ ਇੱਕ ਕ੍ਰੋਨੋਲੋਜੀ ਬਣ ਜਾਏਗੀ, ਇੱਕ ਆਰਡਰ ਬਣ ਜਾਏਗਾ ਆਪਣਾ, ਹੋਰ ਕੁਝ ਨਹੀਂ, ਠੀਕ ਹੈ। 올ਡ ਸਟੋਨ ਏਜ, ਇਸ ਟਾਈਮ ਦੇ ਵਿੱਚ ਕੀ ਹੈ ਬਈ, ਲੋਕ ਹੈ ਜਿਹੜੇ ਜੰਗਲਾਂ ਦੇ ਵਿੱਚ ਰਹਿੰਦੇ ਸੀ, ਸ਼ਿਕਾਰ ਕਰਦੇ ਸੀ, ਠੀਕ ਹੈ, ਜਾਂ ਗੁਫਾ ਦੇ ਵਿੱਚ ਰਹਿੰਦੇ ਸੀ, ਕੱਚਾ ਹੀ ਮਾंस ਉਹਨਾਂ ਨੇ ਖਾਣਾ ਹੈ, ਹੋਰ ਕੁਝ ਨਹੀਂ, ਠੀਕ ਹੈ। ਪੱਥਰਾਂ ਦੇ ਔਜ਼ਾਰ ਵਰਤਦੇ ਸੀ ਉਹ, ਕਿਹਨਾਂ ਦੇ? ਪੱਥਰਾਂ ਦੇ ਔਜ਼ਾਰ ਵਰਤਦੇ ਸੀਗੇ। ਨਾ ਉਹਨਾਂ ਨੂੰ ਖੇਤੀ ਦਾ ਪਤਾ, ਨਾ ਉਹਨਾਂ ਨੂੰ ਅੱਗ ਦਾ ਕੋਈ ਗਿਆਨ, ਕੁਝ ਨਹੀਂ ਉਹਨਾਂ ਨੂੰ ਪਤਾ ਬਈ, ਠੀਕ ਹੈ। ਅੰਡਰਸਟੈਂਡ? ਫਿਰ ਉਸ ਤੋਂ ਬਾਅਦ ਜੀ ਮੀਜ਼ੋਲਿਥਿਕ ਕਾਲ ਆ ਗਿਆ, ਠੀਕ ਹੈ, ਯਾਨੀ ਲੱਖਾਂ ਸਾਲਾਂ ਦੇ ਵਿੱਚ ਉਹਨਾਂ ਦੇ ਬ੍ਰੇਨ ਦਾ ਹਲਕਾ ਜਿਹਾ ਥੋੜਾ ਜਿਹਾ ਵਿਕਾਸ ਹੋਇਆ, ਉਹਨਾਂ ਨੂੰ ਥੋੜੀ ਬਹੁਤੀ ਨੌਲੇਜ ਹੋ ਗਈ, ਕਿਹੜਾ ਪਸ਼ੂ ਉਹਨਾਂ ਵਾਸਤੇ ਵਧੀਆ, ਕਿਹੜਾ ਗਲਤ ਹੈ, ਕਿਹਦੇ ਨੇੜੇ ਜਾਣਾ ਚਾਹੀਦਾ ਹੈ, ਕਿਹਦੇ ਨੇੜੇ ਨਹੀਂ ਜਾਣਾ, ਹਨਾ। ਤਾਂ ਲੋਕਾਂ ਨੇ ਪਸ਼ੂਆਂ ਨੂੰ ਪਾਲਣਾ ਸ਼ੁਰੂ ਕਰ ਦਿੱਤਾ ਬਈ। ਪੇੜ ਪੌਦਿਆਂ ਬਾਰੇ ਵੀ ਨੌਲੇਜ ਆ ਗਈ ਉਹਨਾਂ ਨੂੰ ਥੋੜੀ ਬਹੁਤੀ, ਠੀਕ ਹੈ, ਕਿ ਹਾਂ ਕਿਹੜਾ ਪੇੜ ਪੌਦਾ ਹੈ ਜਿਹੜਾ ਵਧੀਆ, ਇਹਦੇ ਫਲ ਫੁੱਲ ਆਪਾਂ ਖਾ ਸਕਦੇ ਹਾਂ, ਕਿਹਦੇ ਨਹੀਂ ਖਾ ਸਕਦੇ, ਹਨਾ, ਕੋਈ ਜ਼ਹਿਰੀਲੇ ਹੋਣੇ, ਇਦਾਂ ਕਰਕੇ ਉਹਨਾਂ ਨੂੰ ਪਤਾ ਲੱਗ ਗਿਆ ਕਿਹੜੇ ਫਲ ਕਿਹੜੇ ਮੌਸਮ ਦੇ ਵਿੱਚ ਆਉਂਦੇ ਆ, ਉਹ ਸਾਰਾ ਕੁਝ ਉਹਨਾਂ ਨੂੰ ਨੌਲੇਜ ਹੋ ਗਈ ਆ। ਪੀੜ੍ਹੀ ਦਰ ਪੀੜ੍ਹੀ ਤੁਸੀਂ ਕਹਿ ਲਓ ਕਿ ਉਹਨਾਂ ਨੇ ਵੀ ਹਿਸਟਰੀ ਇਕੱਠੀ ਕਰ ਲਈ, ਪੀੜ੍ਹੀ ਦਰ ਪੀੜ੍ਹੀ, ਹਨਾ। ਫਿਰ ਜੀ ਨਿਊ ਸਟੋਨ ਏਜ, ਉਹਨਾਂ ਨੂੰ ਬਹੁਤ ਕੁਝ ਗਿਆਨ ਹੋ ਗਿਆ ਜੀ, ਖੇਤੀ ਕਰਨੀ ਉਹਨਾਂ ਨੇ ਸ਼ੁਰੂ ਕਰਤੀ, ਅੱਗ ਬਾਲਣੀ ਵੀ ਸਿੱਖ ਗਏ। ਹਾਲਾਂਕਿ ਅੱਗ ਨੂੰ ਲੈ ਕੇ ਥੋੜਾ ਜਿਹਾ ਡਿਸਪਿਊਟ ਹੈ, ਡਿਸਪਿਊਟ ਵੀ ਕੀ ਹੈ ਕਿ ਐਕੂਰੇਟ ਕਿਸੇ ਨੂੰ ਤਾਂ ਪਤਾ ਤਾਂ ਹੈ ਨਹੀਂ ਕਿ ਅੱਗ ਬਾਲਣੀ ਕਦੋਂ ਸਿੱਖੀ ਗਈ ਹੈ, ਤੇ ਨਾਲੇ ਇਹ ਜਿਹੜੀ ਡਿਵੈਲਪਮੈਂਟ ਹੋਈ ਹੈ ਇਹ ਪੂਰੀ ਦੁਨੀਆ ਦੇ ਵਿੱਚ ਇੱਕ ਟਾਈਮ ਤੇ ਥੋੜੀ ਹੋਈ ਹੈ, ਹਰ ਜਗ੍ਹਾ। ਅੱਜ ਵੀ ਜੇ ਆਪਾਂ ਡਿਵੈਲਪਮੈਂਟ ਦੀ ਗੱਲ ਕਰਦੇ ਹਾਂ ਤਾਂ ਹਰ ਜਗ੍ਹਾ ਡਿਵੈਲਪਮੈਂਟ ਅਲੱਗ-ਅਲੱਗ ਟਾਈਮ ਤੇ ਹੀ ਤਾਂ ਹੁੰਦੀ ਹੈ, ਠੀਕ ਹੈ। ਕੋਈ ਇਲਾਕੇ ਅੱਜ ਵੀ ਸਾਡੇ ਇਲਾਕੇ ਤੋਂ ਬਹੁਤ ਅੱਗੇ ਹੋਣੇ ਡਿਵੈਲਪਮੈਂਟ ਦੇ ਮਾਮਲੇ ਦੇ ਵਿੱਚ, ਤੇ ਕੋਈ ਇਲਾਕੇ ਸਾਡੇ ਤੋਂ ਡਿਵੈਲਪਮੈਂਟ ਦੇ ਮਾਮਲੇ ਦੇ ਵਿੱਚ ਬਹੁਤ ਪਿੱਛੇ ਹੋਣੇ, ਠੀਕ ਹੈ ਨਾ। ਜੇ ਆਪਾਂ ਕਰਦੀ ਹਾਂ ਨਾ ਗੱਲ ਕਿ ਅਮਰੀਕਾ ਸਾਡੇ ਤੋਂ ਇੰਨਾ ਅੱਗੇ ਹੈ, ਅਮਰੀਕਾ ਇੰਨਾ ਡਿਵੈਲਪ ਕੰਟਰੀ ਹੋ ਗਈ, ਤੇ ਕਈ ਅਫਰੀਕਾ ਵਰਗੇ ਜਿਹੜੀ ਕੰਟਰੀਆਂ ਹੈਗੀਆਂ ਅਫਰੀਕਾ ਦੇ ਵਿੱਚ, ਉਹ ਸਾਡੇ ਤੋਂ ਬਹੁਤ ਪਿੱਛੇ ਹੈ। ਤਾਂ ਸੇਮ ਉਹੀ ਚੀਜ਼ ਹੈ, ਹੈ ਨਾ। ਡਿਵੈਲਪਮੈਂਟ ਕਦੇ ਵੀ ਇੱਕ ਟਾਈਮ ਦੇ ਉੱਤੇ ਨਹੀਂ ਹੋ ਸਕਦੀ ਸਾਰੀ ਜਗ੍ਹਾ। ਤਾਂ ਅੱਗ ਬਾਲਣੀ ਦੇ ਨਾਲੇ ਉਸ ਟਾਈਮ ਕਿਹੜਾ ਕੋਈ ਨੋਟ ਕਰ ਰਿਹਾ ਕਿ ਲਿਓ ਜੀ ਅੱਜ ਅੱਗ ਦੀ ਖੋਜ ਹੋ ਗਈ, ਅੱਗ ਬਾਲਣੀ ਦੀ, ਹੈ ਨਾ। ਤਾਂ ਇਹਨੂੰ ਲੈ ਕੇ ਮਤਲਬ ਥੋੜਾ ਜਿਹਾ ਹੀ ਰਹਿੰਦਾ ਕਿ ਕਈ ਵਾਰ ਤੁਹਾਨੂੰ ਬੁੱਕਾਂ ਦੇ ਵਿੱਚ ਲਿਖਿਆ ਮਿਲ ਜੂਗਾ ਕਿ ਮੀਜ਼ੋਲਿਥਿਕ ਏਜ ਦੇ ਵਿੱਚ ਹੈ, ਕਈ ਵਾਰ ਨਿਊਲਿਥਿਕ ਏਜ ਦਾ, ਤਾਂ ਫालतू ਟੈਨਸ਼ਨ ਲੈਣ ਦੀ ਲੋੜ ਨਹੀਂ। ਹਾਂ, ਅੱਗ ਬਾਲਣੀ ਸਿੱਖ ਲਈ ਬਈ ਉਹਨਾਂ ਨੇ, ਇਤਨਾ ਬਸ ਆਪਾਂ ਨੇ ਯਾਦ ਰੱਖਣਾ, ਠੀਕ ਹੈ। ਮੱਟੀ ਦੇ ਭਾਂਡੇ ਵਗੈਰਾ ਬਣਾਉਣੇ ਸ਼ੁਰੂ ਕਰਤੇ, ਰੰਗਾਂ ਨਾਲ ਸਜਾਉਣਾ ਸ਼ੁਰੂ ਕਰਤਾ ਉਹਨਾਂ ਨੇ,
ਲੱਕੜ ਦੇ ਘਰਾਂ ਦੇ ਵਿੱਚ ਰਹਿਣ ਲੱਗ ਗਏ, ਗੁਫਾਵਾਂ ਨੂੰ ਛੱਡ ਦਿੱਤਾ, ਮੱਟੀ ਲੱਕੜ ਦੇ ਉਹਨਾਂ ਨੇ ਆਪਣੇ ਨਵੇਂ ਘਰ ਬਣਾ ਲਏ। ਕਿਉਂ? ਇਹ ਸਾਰਾ ਕੁਝ ਕਿਉਂ ਹੋਇਆ? ਕਿਉਂਕਿ ਉਹ ਖੇਤੀ ਕਰਨਾ ਸਿੱਖ ਗਏ। ਠੀਕ ਹੈ, ਹੁਣ ਖੇਤੀ ਕਰਨਾ ਸਿੱਖ ਗਏ ਆ ਤਾਂ ਮੈਦਾਨਾਂ ਦੇ ਵਿੱਚ ਤਾਂ ਖੇਤੀ ਹੁੰਦੀ ਹੈ। ਹੁਣ ਉਹ ਜੰਗਲਾਂ ਨੂੰ ਛੱਡ ਕੇ ਮੈਦਾਨਾਂ ਦੇ ਵਿੱਚ ਆ ਗਏ ਤੇ ਨਦੀਆਂ ਦੇ ਨੇੜੇ ਉਹਨਾਂ ਨੇ ਖੇਤੀ ਕਰਨੀ ਸ਼ੁਰੂ ਕਰਤੀ। ਠੀਕ ਹੈ, ਹੁਣ ਜੇ ਖੇਤੀ ਕਰਨਗੇ, ਪਹਿਲਾਂ ਤਾਂ ਇਹ ਸੀਗਾ ਕਿ ਇੱਕ ਥਾਂ ਤੋਂ ਦੂਜੀ ਥਾਂ ਆਉਂਦੇ ਜਾਂਦੇ ਰਹਿੰਦੇ ਸੀਗੇ, ਕਿਉਂਕਿ ਇੱਦਾਂ ਹੀ ਉਹਨਾਂ ਨੇ ਸ਼ਿਕਾਰ ਕਰਕੇ ਖਾਣਾ ਹੈ ਜਾਂ ਜੰਗਲਾਂ 'ਚ ਕੁਝ ਵੀ ਤੋੜ ਤਾੜ ਕੇ ਉਹਨਾਂ ਨੇ ਖਾ ਲੈਣਾ, ਤਾਂ ਇੱਧਰ ਉੱਧਰ ਘੁੰਮਦੇ ਰਹਿੰਦੇ ਸੀ, ਕੋਈ ਚੱਕਰ ਨਹੀਂ, ਇੱਕ ਜਗ੍ਹਾ ਟਿਕ ਕੇ ਬੈਠਣ ਦੀ ਲੋੜ ਨਹੀਂ ਸੀਗੀ। ਬਟ ਜੇ ਹੁਣ ਉਹ ਖੇਤੀ ਕਰਨ ਲੱਗੇ ਤਾਂ ਉਹਨਾਂ ਨੂੰ ਇੱਕ ਜਗ੍ਹਾ ਟਿਕ ਕੇ ਬੈਠਣਾ ਪੈਣਾ ਹੈ ਬਈ, ਠੀਕ ਹੈ ਨਾ। ਘੱਟੋ ਘੱਟ 6 ਮਹੀਨੇ ਤਾਂ ਬੈਠਣਾ ਪੈਣਾ ਹੈ, 6 ਮਹੀਨੇ ਤੋਂ ਪਹਿਲਾਂ ਤਾਂ ਫਸਲ ਨਹੀਂ ਨਾ ਮਿਲਦੀ। ਠੀਕ ਹੈ, ਤਾਂ ਫਿਰ ਜੇ ਇੱਕ ਜਗ੍ਹਾ ਟਿਕ ਕੇ ਬੈਠਣਾ ਹੈ ਮੈਦਾਨਾਂ ਦੇ ਵਿੱਚ ਤਾਂ ਗੁਫਾ ਹੈ ਹੀ ਨਹੀਂ, ਤਾਂ ਉੱਥੇ ਉਹਨਾਂ ਨੂੰ ਆਪਣੇ ਮਕਾਨ ਬਣਾਉਣੇ ਪੈਣਗੇ। ਠੀਕ ਹੈ, ਜੇ ਮਕਾਨ ਬਣਾਉਣਗੇ ਤਾਂ ਇਕੱਲਾ ਬੰਦਾ ਖੇਤੀ ਕਰ ਨਹੀਂ ਸਕਦਾ, ਨਾ ਅੱਜ ਕਰ ਸਕਦਾ ਨਾ ਪਹਿਲਾਂ ਕਰ ਸਕਦਾ ਸੀਗਾ, ਤਾਂ ਪੂਰੇ ਦਾ ਪੂਰਾ ਕਬੀਲਾ ਰਹੂਗਾ ਉੱਥੇ, ਤਾਂ ਪੂਰੇ ਦਾ ਪੂਰਾ ਕਬੀਲਾ ਇੱਕ ਘਰ 'ਚ ਤਾਂ ਰਹਿ ਨਹੀਂ ਸਕਦਾ, ਬਹੁਤ ਸਾਰੇ ਘਰ ਬਣਨਗੇ, ਤਾਂ ਯਾਨੀ ਪਿੰਡਾਂ ਦਾ ਬਣਨਾ ਸ਼ੁਰੂ ਹੋ ਗਿਆ। ਠੀਕ ਹੈ, ਸਮਝਿਓ ਗੱਲ, ਪਿੰਡਾਂ ਦਾ ਬਣਨਾ ਸ਼ੁਰੂ ਹੋ ਗਿਆ ਨਿਊਲਿਥਿਕ ਏਜ ਦੇ ਵਿੱਚ। ਤਾਂ ਇਹ ਸਾਰਾ ਕੀ ਹੈ ਬਈ, ਇਹ ਸਾਰਾ ਪੱਥਰ ਯੁੱਗ ਸੀਗਾ। ਠੀਕ ਹੈ, ਸਮਝਿਓ ਨਾ ਗੱਲ, ਬਸ ਇੰਨਾ ਹੀ ਟੌਪਿਕ ਪੜ੍ਹਨਾ ਹੈ ਪੱਥਰ ਯੁੱਗ ਦਾ। ਤੇ ਕਾਫੀ ਸਾਰੇ ਸਾਈਟਾਂ ਸਥਲ ਹੈ ਜਿਹੜੇ ਮਿਲਦੇ ਆ, ਪੰਜਾਬ ਦੇ ਵਿੱਚ ਵੀ ਮਿਲਦੇ ਆ, ਜਿਵੇਂ ਸੋਹਨ ਵੈਲੀ ਹੋ ਗਿਆ, ਹੁਣ ਤਾਂ ਪਾਕਿਸਤਾਨ ਦੇ ਵਿੱਚ ਹੈ। ਠੀਕ ਹੈ, ਉੱਤਰ ਪ੍ਰਦੇਸ਼ ਦੇ ਵਿੱਚ ਵੀ ਮਿਲਦੇ ਆ, ਇੰਡੀਆ ਦੇ ਵਿੱਚ ਬਹੁਤ ਸਾਰੀ ਜਗ੍ਹਾ ਹੈਗੀ ਹੈ ਜਿੱਥੋਂ ਆਪਾਂ ਨੂੰ ਇਹਨਾਂ ਦੇ ਪ੍ਰੂਫ ਮਿਲੇ ਆ, ਜਿਹੜੇ ਇਹ ਪੱਥਰ ਦੇ ਔਜ਼ਾਰ ਵਗੈਰਾ ਵਰਤਦੇ ਸੀਗੇ, ਸਾਰਾ ਕੁਝ ਮਿਲਿਆ, ਇਹਨਾਂ ਦੀ ਕਬਰਾਂ ਵਗੈਰਾ ਵੀ ਮਿਲੀਆਂ। ਠੀਕ ਹੈ, ਬਸ ਇਹ ਸਟੋਨੇਜ ਹੈ, ਇੰਨਾ ਕੁ ਬਹੁਤ ਹੈ ਸਟੋਨੇਜ ਬਾਰੇ। ਨੈਕਸਟ ਆਓ ਜੀ। ਠੀਕ ਹੈ, ਨੈਕਸਟ ਹੈ ਇੰਡਸ ਵੈਲੀ ਸਿਵਲਾਈਜੇਸ਼ਨ, ਯਾਨੀ ਸਿੰਧੂ ਘਾਟੀ ਦੀ ਸੱਭਿਅਤਾ। ਤਾਂ ਸਿੰਧੂ ਘਾਟੀ ਦੀ ਸੱਭਿਅਤਾ, ਇੰਡੀਆ ਦੀ ਜੀਕੇ ਪੜ੍ਹ ਲਓ, ਚਾਹੇ ਤੁਸੀਂ ਪੜ੍ਹ ਲਓ ਪੰਜਾਬ ਦੀ ਜੀਕੇ, ਦੋਨਾਂ ਵਾਸਤੇ ਸੁਪਰ ਇੰਪੋਰਟੈਂਟ ਹੈ, ਕਿਉਂਕਿ ਪੰਜਾਬ ਵੀ ਸਿੰਧੂ ਘਾਟੀ ਸੱਭਿਅਤਾ ਦਾ ਹੀ ਪਾਰਟ ਰਿਹਾ ਸੀ। ਠੀਕ ਹੈ, ਸਿੰਧੂ ਘਾਟੀ ਸੱਭਿਅਤਾ ਬਾਰੇ ਅੱਜ ਤੋਂ 150 200 ਸਾਲ ਪਹਿਲਾਂ ਮਤਲਬ ਨਹੀਂ ਪਤਾ ਸੀਗਾ ਹਿਸਟੋਰੀਅਨਸ ਨੂੰ, ਜਾਂ ਜਿਹੜੇ ਆਰਕੀਓਲੋਜੀ ਵਾਲੇ ਜਾਂ ਕੋਈ ਵੀ ਹੈ ਨਾ। ਇਹ ਤਾਂ ਖੁਦਾਈ ਤੋਂ ਪ੍ਰਾਪਤ ਹੋਏ ਆ ਸਾਨੂੰ ਸ਼ਹਿਰ, ਤੇ ਜਦੋਂ ਇਹ ਖੁਦਾਈ ਤੋਂ ਪ੍ਰਾਪਤ ਹੋਏ ਆ, ਇਹ ਸੱਭਿਅਤਾ ਦਾ ਆਪਾਂ ਨੂੰ ਪਤਾ ਲੱਗਿਆ, ਫਿਰ ਪਤਾ ਲੱਗਾ ਕਿ ਇਹ ਤਾਂ ਬਹੁਤ ਐਡਵਾਂਸ ਲੋਕ ਸੀਗੇ, ਅੱਜ ਤੋਂ 5-6 ਹਜ਼ਾਰ ਸਾਲ ਪਹਿਲਾਂ। ਠੀਕ ਹੈ, ਤਾਂ ਫਿਰ ਇਹ ਮਤਲਬ ਸਮਝੋ ਕਿ ਇੱਕ ਅਲੱਗ ਤੋਂ ਚੈਪਟਰ ਹੈ ਜਿਹੜਾ ਉਹ ਜੁੜਿਆ ਹੋਇਆ ਹੈ, ਪੜ੍ਹ ਲਾਂਗੇ ਸਿੰਧੂ ਘਾਟੀ ਸੱਭਿਅਤਾ ਬਾਰੇ। ਇਹਨੂੰ ਹੜੱਪਾ ਸੱਭਿਅਤਾ ਵੀ ਕਿਹਾ ਜਾਂਦਾ ਹੈ। ਕਿਉਂ ਬਈ ਹੜੱਪਾ ਸੱਭਿਅਤਾ ਕਿਉਂ ਕਹਿ ਰਹੇ ਆ? ਕਿਉਂਕਿ ਸਭ ਤੋਂ ਪਹਿਲਾਂ ਜਿਹੜਾ ਸ਼ਹਿਰ ਮਿਲਿਆ ਉਹ ਹੜੱਪਾ ਹੀ ਸੀਗਾ, ਰਾਵੀ ਨਦੀ ਦੇ ਕਿਨਾਰੇ ਪੰਜਾਬ ਦੇ ਵਿੱਚ, ਹੁਣ ਤਾਂ ਪਾਕਿਸਤਾਨ 'ਚ ਚਲੀ ਗਈ ਉਹ ਜਗ੍ਹਾ। ਉੱਥੇ ਕਿਹੜਾ ਸ਼ਹਿਰ ਮਿਲਿਆ? ਹੜੱਪਾ। ਇਸ ਕਰਕੇ ਇਹਨੂੰ ਹੜੱਪਾ ਸੱਭਿਅਤਾ ਬੋਲਦੇ ਆ। ਪਹਿਲਾਂ ਤਾਂ ਇੱਕ ਸ਼ਹਿਰ ਮਿਲਿਆ ਸੀਗਾ, ਬਾਅਦ ਦੇ ਵਿੱਚ ਬਹੁਤ ਸਾਰੇ ਸ਼ਹਿਰ ਆ ਜਿਹੜੇ ਮਿਲੇ ਆ, ਤਾਂ ਆਪਾਂ ਨੂੰ ਪਤਾ ਲੱਗਿਆ ਕਿ ਸਿੰਧੂ ਘਾਟੀ ਦੀ ਸੱਭਿਅਤਾ ਇੰਨੇ ਏਰੀਏ ਦੇ ਵਿੱਚ ਫੈਲੀ ਹੋਈ ਸੀਗੀ। ਇਹ ਦੇਖ ਲਓ, 13 ਲੱਖ ਸਕੁਅਰ ਕਿਲੋਮੀਟਰ ਤੋਂ ਵੀ ਵੱਧ ਇਹ ਏਰੀਆ ਬੈਠਦਾ ਹੈ। ਪਾਕਿਸਤਾਨ ਵੀ ਵਿੱਚ ਆ ਗਿਆ ਸਾਰਾ ਦਾ ਸਾਰਾ, ਆਪਣਾ ਪੰਜਾਬ, ਆਪਣਾ ਹਰਿਆਣਾ, ਇਹ ਦੋਨੇ ਵਿੱਚ ਆ ਗਏ। ਥੋੜਾ ਬਹੁਤਾ ਉੱਤਰ ਪ੍ਰਦੇਸ਼ ਦੇ ਨੇੜੇ ਤੱਕ ਆਪਾਂ ਪਹੁੰਚ ਗਏ। ਠੀਕ ਹੈ, ਰਾਜਸਥਾਨ ਆ ਗਿਆ, ਗੁਜਰਾਤ ਆ ਗਿਆ, ਥੋੜਾ ਬਹੁਤਾ ਮਹਾਰਾਸ਼ਟਰ ਦੇ ਏਰੀਆ ਆ ਗਏ, ਪਾਕਿਸਤਾਨ ਤਾਂ ਸਾਰੇ ਹੀ ਆ ਗਏ ਨਾਲ ਦੀ ਨਾਲ। ਠੀਕ ਹੈ, ਥੋੜੇ ਬਹੁਤੇ ਇਲਾਕੇ ਜਿਹੜੇ ਅਫਗਾਨਿਸਤਾਨ ਵਾਲੇ ਤੇ ਕਸ਼ਮੀਰ ਵਾਲੇ ਵੀ ਆ ਗਏ। ਠੀਕ ਹੈ, ਇਸ ਏਰੀਏ ਦੇ ਵਿੱਚ ਸਿੰਧੂ ਘਾਟੀ ਸੱਭਿਅਤਾ ਫੈਲੀ ਹੋਈ ਸੀਗੀ। ਜ਼ਿਆਦਾ ਡਿਟੇਲ ਦੇ ਵਿੱਚ ਆਪਾਂ ਨਹੀਂ ਜਾਵਾਂਗੇ, ਮੈਂ ਤੁਹਾਨੂੰ ਪਹਿਲਾਂ ਹੀ ਕਹਿ ਰਿਹਾ। ਠੀਕ ਹੈ, ਬਸ ਆਪਾਂ ਬੇਸਿਕ ਜੀ ਗੱਲਾਂ ਦੇਖਾਂਗੇ ਤਾਂ ਕਿ ਸਾਡਾ ਇੱਕ ਕਰੋਨੋਲੋਜੀ ਤੇ ਇੱਕ ਫਲੋ ਬਣ ਜੇ। ਤਾਂ ਜਦੋਂ ਆਪਾਂ ਨੂੰ ਸਾਰੇ ਸ਼ਹਿਰ ਖੋਜੇ, ਹੌਲੀ ਹੌਲੀ ਆਪਾਂ ਨੂੰ ਪਤਾ ਲੱਗਿਆ ਕਿ ਜਿਹੜੇ ਸ਼ਹਿਰ ਹੈਗੇ ਆ ਜ਼ਿਆਦਾਤਰ, ਜਾਂ ਤਾਂ ਉਹ ਸਿੰਧੂ ਨਦੀ ਦੇ ਕਿਨਾਰੇ ਆ। ਠੀਕ ਹੈ, ਕਿਉਂਕਿ ਬਾਕੀ ਨਦੀਆਂ ਵੀ ਸਿੰਧੂ ਦੇ ਵਿੱਚ ਡਿੱਗਦੀਆਂ, ਤੇ ਪੁਰਾਣੇ ਸ਼ਹਿਰ ਸਾਰੇ ਦੇ ਸਾਰੇ ਨਦੀਆਂ ਦੇ ਕਿਨਾਰੇ ਹੀ ਹੁੰਦੇ ਸੀ ਜ਼ਿਆਦਾਤਰ, ਕਿਉਂਕਿ ਪਾਣੀ ਵਾਸਤੇ ਉਹਨਾਂ ਨੂੰ ਡਿਪੈਂਡ ਰਹਿਣਾ ਪੈਂਦਾ ਸੀ, ਤਾਂ ਪਾਣੀ ਨਦੀਆਂ ਤੋਂ ਹੀ ਮਿਲਦਾ ਸੀਗਾ। ਤੇ ਇਹ ਸਾਰੀ ਨਦੀਆਂ ਦੇ ਵਿੱਚ ਪਾਣੀ ਸਾਰਾ ਸਾਲ ਚੱਲਦਾ ਹੈ, ਕਿਉਂਕਿ ਇਹ ਸਾਰੀ ਨਦੀਆਂ ਹਿਮਾਲਿਆ ਤੋਂ ਆ ਰਹੀਆਂ। ਠੀਕ ਹੈ, ਤਾਂ ਇਸ ਨਦੀਆਂ ਦੇ ਕਿਨਾਰੇ ਹੀ ਵੱਡੇ ਵੱਡੇ ਸ਼ਹਿਰ ਹੈ ਜਿਹੜੇ ਮਿਲੇ। ਠੀਕ ਹੈ, ਇਸ ਕਰਕੇ ਇਹਨੂੰ ਆਪਾਂ ਸਿੰਧੂ ਘਾਟੀ ਦੀ ਸੱਭਿਅਤਾ ਵੀ ਬੋਲਦੇ ਹਾਂ। ਤੇ ਬਾਕੀ ਜਿਹੜੇ ਸ਼ਹਿਰ ਮਿਲੇ ਆ ਨਾ ਹਰਿਆਣੇ ਦੇ ਅੰਦਰ ਜਾਂ ਰਾਜਸਥਾਨ ਵਾਲੇ, ਉਹ ਕਿਸੇ ਨਦੀ ਦੇ ਕਿਨਾਰੇ ਤਾਂ ਨਹੀਂ, ਪਰ ਇੱਥੇ ਇੱਕ ਨਦੀ ਦੇ ਪ੍ਰੂਫ ਮਿਲੇ ਆ, ਸਰਸਵਤੀ ਨਦੀ ਇੱਥੇ ਚੱਲਦੀ ਸੀਗੀ। ਠੀਕ ਹੈ, ਆਪਣੇ ਵੇਦਾਂ ਵਗੈਰਾ ਦੇ ਵਿੱਚ ਵੀ ਮੈਂਸ਼ਨ ਹੈ ਸਰਸਵਤੀ ਨਦੀ, ਤਾਂ ਇਸ ਕਰਕੇ ਇਸ ਨੂੰ ਸਰਸਵਤੀ ਸਿਵਲਾਈਜੇਸ਼ਨ ਵੀ ਕਿਹਾ ਜਾਂਦਾ ਹੈ। ਠੀਕ ਹੈ, ਸਿੰਧੂ ਸਿਵਲਾਈਜੇਸ਼ਨ ਬੋਲ ਦੋ, ਚਾਹੇ ਸਰਸਵਤੀ ਸਿਵਲਾਈਜੇਸ਼ਨ ਬੋਲ ਦੋ, ਚਾਹੇ ਹੜੱਪਾ ਸਿਵਲਾਈਜੇਸ਼ਨ ਬੋਲ ਦੋ, ਤਿੰਨਾਂ ਦਾ ਮਤਲਬ ਸੇਮ ਹੈ। ਓਕੇ, ਸਿੰਧੂ ਘਾਟੀ ਦੀ ਸੱਭਿਅਤਾ, ਸਰਸਵਤੀ ਸੱਭਿਅਤਾ, ਹੜੱਪਾ ਸੱਭਿਅਤਾ ਵੀ ਕਿਹਾ ਜਾਂਦਾ ਹੈ। ਇਹ ਦੇਖੋ ਜੀ, ਇਹ ਹੈਗੀ ਹੈ ਪ੍ਰੋਟੋ ਹਿਸਟਰੀ। ਕਿਹੜੀ ਹਿਸਟਰੀ ਹੈ ਇਹ? ਪ੍ਰੋਟੋ ਹਿਸਟਰੀ। ਪ੍ਰੋਟੋ ਹਿਸਟਰੀ ਦਾ ਮਤਲਬ ਕੀ ਹੈ? ਦੇਖੋ, ਪ੍ਰੋਟੋ ਹਿਸਟਰੀ ਦਾ ਮਤਲਬ ਹੈ ਕਿ ਖੁਦਾਈ ਦੇ ਵਿੱਚੋਂ ਸਾਨੂੰ ਲਿਪੀ ਤਾਂ ਪ੍ਰਾਪਤ ਹੋਈ ਹੈ, ਲਿਪੀ ਮਤਲਬ ਲਿਖਤਾਂ ਪ੍ਰਾਪਤ ਹੋਈਆਂ, ਬਟ ਆਪਾਂ ਪੜ੍ਹ ਨਹੀਂ ਪਾਏ। ਸਮਝਿਓ ਗੱਲ, ਤਾਂ ਉਹਨੂੰ ਆਪਾਂ ਕੀ ਬੋਲਦੇ ਹਾਂ? ਪ੍ਰੋਟੋ ਹਿਸਟਰੀ। ਯਾਨੀ ਸਿੰਧੂ ਘਾਟੀ ਸੱਭਿਅਤਾ ਦੇ ਲੋਕ ਲਿਖਦੇ ਸੀਗੇ, ਪੜ੍ਹਦੇ ਸੀਗੇ, ਬਟ ਉਹ ਲਿਖਦੇ ਪੜ੍ਹਦੇ ਕੀ ਸੀ? ਉਹਨਾਂ ਦੀ ਜਿਹੜੀ ਰਾਈਟਿੰਗ ਹੈ ਆਪਣੀ ਸਮਝ ਤੋਂ ਬਾਹਰ ਹੈ, ਆਪਣੀ ਸਮਝ ਤੋਂ ਬਾਹਰ ਹੈ। ਉਹਨਾਂ ਦੀ ਲਿਪੀ ਉਹ ਹਾਲੇ ਤੱਕ ਨਹੀਂ ਪੜ੍ਹੀ ਗਈ। ਉਹਨਾਂ ਦੀ ਲਿਪੀ ਸੀਗੀ ਪਿਕਟੋਗ੍ਰਾਫਿਕ, ਮਤਲਬ ਉਹ ਚਿੱਤਰ ਯੂਜ਼ ਕਰਦੇ ਸੀਗੇ, ਜਿਵੇਂ ਅੱਜ ਕੱਲ੍ਹ ਆਪਾਂ ਇਮੋਜੀ ਯੂਜ਼ ਕਰਦੇ ਆ ਨਾ, ਉਹ ਇਮੋਜੀ ਯੂਜ਼ ਕਰਦੇ ਸੀਗੇ ਉਸ ਟਾਈਪ। ਠੀਕ ਹੈ ਨਾ,
ਤਾਂ ਇਸ ਕਰਕੇ ਇਹਨੂੰ ਆਪਾਂ ਹਿਸਟਰੀ ਨਹੀਂ, ਇਹਨੂੰ ਆਪਾਂ ਬੋਲਾਂਗੇ ਪ੍ਰੋਟੋ ਹਿਸਟਰੀ। ਕੀ ਬੋਲਾਂਗੇ ਇਹਨੂੰ ਆਪਾਂ? ਪ੍ਰੋਟੋ ਹਿਸਟਰੀ ਬੋਲਾਂਗੇ। ਤੇ ਇਹ ਪੱਥਰ ਯੁੱਗ ਨਾਲ ਸੰਬੰਧਿਤ ਨਹੀਂ ਸੀ, ਇਹ ਕਾਂਸੇ ਯੁੱਗ ਨਾਲ ਯਾਨੀ ਬ੍ਰੋਂਜ ਏਜ ਨਾਲ ਸੰਬੰਧਿਤ ਸੀਗੀ। ਬ੍ਰੋਂਜ ਏਜ ਜਿਹੜੀ ਇਸ ਦੇ ਵਿੱਚ ਜਿਹੜੀ ਚੀਜ਼ ਜ਼ਿਆਦਾ ਵਰਤੀ ਜਾਂਦੀ ਸੀਗੀ ਜਿਹੜੇ ਟਾਈਮ ਦੇ ਵਿੱਚ, ਉਹਨੂੰ ਆਪਾਂ ਉਹੀ ਬੋਲ ਦਿੰਦੇ ਆ। ਜਿਵੇਂ ਪੱਥਰ ਯੁੱਗ ਦੇ ਵਿੱਚ ਪੱਥਰ ਵਰਤੇ ਜਾਂਦਾ ਸੀ ਤਾਂ ਉਹਨੂੰ ਆਪਾਂ ਪੱਥਰ ਯੁੱਗ ਬੋਲ ਰਹੇ ਹਾਂ। ਬਾਅਦ ਦੇ ਵਿੱਚ ਕੋਪਰ ਏਜ ਵੀ ਆਈ ਹੈ, ਜਦੋਂ ਕੋਪਰ ਦਾ ਇਸਤੇਮਾਲ ਜ਼ਿਆਦਾ ਹੋ ਗਿਆ ਸੀ ਤਾਂ ਕੋਪਰ ਏਜ ਹੋ ਗਈ। ਉਹ ਇਹ ਬ੍ਰੋਂਜ ਵਰਤ ਰਹੇ ਆ ਜੀ ਜ਼ਿਆਦਾ, ਇਸ ਕਰਕੇ ਇਹਨੂੰ ਆਪਾਂ ਬ੍ਰੋਂਜ ਏਜ ਬੋਲ ਰਹੇ ਹਾਂ। ਤਾਂ ਯਾਦ ਰੱਖਣਾ ਹੈ ਸਿੰਧੂ ਘਾਟੀ ਦੀ ਸੱਭਿਅਤਾ ਬ੍ਰੋਂਜ ਏਜ ਨਾਲ ਸੰਬੰਧਿਤ ਹੈ, ਪ੍ਰੋਟੋ ਹਿਸਟਰੀ ਹੈ। ਟਾਈਮ ਪੀਰੀਅਡ ਐਕੂਰੇਟ ਆਪਾਂ ਨਹੀਂ ਦੱਸ ਸਕਦੇ, ਬਟ ਫਿਰ ਵੀ ਇੱਕ ਰਫ ਆਈਡੀਆ ਕੀ ਹੈ ਕਿ ਇਸ ਟਾਈਮ ਯਾਨੀ 2500 ਈਸਾ ਪੂਰਵ ਤੋਂ ਲੈ ਕੇ 1700 ਈਸਾ ਪੂਰਵ ਤੱਕ ਇਹ ਆਪਣੇ ਪੂਰੇ ਮੈਚੁਰ ਪੀਰੀਅਡ ਦੇ ਵਿੱਚ ਸੀਗੇ, ਮਤਲਬ ਪੂਰੇ ਫਲ ਫੁੱਲ ਰਹੇ ਸੀਗੇ ਐਨ ਵਧੀਆ ਤਰੀਕੇ ਨਾਲ। ਇਹ ਨਹੀਂ ਕਿ ਇਹਨਾਂ ਦਾ ਖਾਤਮਾ ਹੋਣਾ ਸ਼ੁਰੂ ਹੋ ਗਿਆ ਸੀ ਜਾਂ ਹਾਲੇ ਇਹ ਸਟਾਰਟਿੰਗ ਦੇ ਵਿੱਚ ਸੀਗੇ, ਆਪਣੇ ਪੂਰੇ ਪੀਕ ਦੇ ਉੱਤੇ, ਆਪਣੇ ਮਤਲਬ ਪੂਰੇ ਫਲੋ ਦੇ ਉੱਤੇ ਤੁਸੀਂ ਕਹਿ ਸਕਦੇ ਹੋ ਕਿ ਪੂਰੇ ਫਲ ਫੁੱਲ ਰਹੇ ਸੀਗੇ। ਠੀਕ ਹੈ, ਇਹ ਯਾਦ ਰੱਖਣੇ ਹੈ ਬਈ ਪੁਆਇੰਟ। ਠੀਕ ਹੈ, ਤਾਂ ਪੂਰੇ ਇੰਡੀਆ ਦੇ ਵਿੱਚ ਤੇ ਪਾਕਿਸਤਾਨ ਦੇ ਵਿੱਚ ਕੁੱਲ ਮਿਲਾ ਕੇ 300 ਦੇ ਨੇੜੇ ਤੇੜੇ ਜਗ੍ਹਾ ਹੈਗੀਆਂ ਜਿੱਥੋਂ ਇਹਨਾਂ ਦੇ ਪ੍ਰੂਫ ਮਿਲੇ ਆ। ਬਟ ਆਪਾਂ ਨੇ ਸਾਰੀ ਤਾਂ ਯਾਦ ਰੱਖਣੀ ਨਹੀਂ, ਆਪਾਂ ਨੇ ਮੇਨ ਸ਼ਹਿਰ ਯਾਦ ਰੱਖਣੇ ਆ, ਤੇ ਸ਼ਹਿਰ ਜ਼ਿਆਦਾਤਰ ਨਦੀਆਂ ਦੇ ਕਿਨਾਰੇ ਹੁੰਦੇ ਸੀ, ਤਾਂ ਆਪਾਂ ਨੇ ਇਹ ਵੀ ਯਾਦ ਰੱਖਣਾ ਕਿਹੜਾ ਕਿਹੜੀ ਨਦੀ ਦੇ ਕਿਨਾਰੇ ਹੈ। ਤਾਂ ਇਹ ਛੋਟਾ ਜਿਹਾ ਇੱਕ ਟੇਬਲ ਦੇਖ ਲੈਂਦੇ ਆਪਾਂ, ਜ਼ਿਆਦਾ ਹਾਈਫਾਈ ਨਹੀਂ ਹੈਗਾ। ਸਭ ਤੋਂ ਪਹਿਲਾ ਸ਼ਹਿਰ ਕਿਹੜਾ ਖੋਜਿਆ ਗਿਆ ਸੀਗਾ? ਹੜੱਪਾ। ਕਿਹੜੀ ਨਦੀ ਦੇ ਕਿਨਾਰੇ ਹੈ? ਰਾਵੀ ਨਦੀ ਦੇ ਕਿਨਾਰੇ ਹੈ, ਪੰਜਾਬ ਦੇ ਵਿੱਚ। ਠੀਕ ਹੈ, ਕਿਹਨੇ ਖੋਜਿਆ ਸੀਗਾ? ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਦਇਆ ਰਾਮ ਸਹਾਨੀ। ਕਿਹਨੇ ਖੋਜਿਆ ਸੀਗਾ ਬਈ? ਦਇਆ ਰਾਮ ਸਹਾਨੀ 1921। ਲੋਕੇਸ਼ਨ ਕੀ ਹੈ? ਪੰਜਾਬ, ਪਰ ਪਾਕਿਸਤਾਨ ਵਾਲਾ। ਠੀਕ ਹੈ, ਜਿਹਨੂੰ ਲਹਿੰਦਾ ਪੰਜਾਬ ਆਪਾਂ ਬੋਲਦੇ ਹਾਂ। ਠੀਕ ਹੈ, ਮੋਹਨਜੋਦਾਰੋ ਇਹ ਸਿੰਧੂ ਨਦੀ ਦੇ ਕਿਨਾਰੇ ਸ਼ਹਿਰ ਹੈ। ਇਹ ਕਿਹਨੇ ਖੋਜਿਆ ਸੀਗਾ? ਆਰ ਡੀ ਬੈਨਰਜੀ ਯਾਨੀ ਰਖਲਦਾਸ ਬੈਨਰਜੀ। ਸਨ ਵੀ ਯਾਦ ਰੱਖਣਾ 1922। ਇਹ ਕਿੱਥੇ ਹੈ? ਤਾਂ ਪਾਕਿਸਤਾਨ ਦੇ ਵਿੱਚ ਉਹਨਾਂ ਦੀ ਇੱਕ ਸਟੇਟ ਹੈ ਸਿੰਧ। ਜਿਵੇਂ ਪਾਕਿਸਤਾਨ ਦੇ ਵਿੱਚ ਇੱਕ ਸਟੇਟ ਹੋਗੀ ਪੰਜਾਬ, ਉਦਾਂ ਹੀ ਇੱਕ ਸਟੇਟ ਉਹਨਾਂ ਦੀ ਹੈਗੀ ਹੈ ਸਿੰਧ, ਬਿਲਕੁਲ ਰਾਜਸਥਾਨ ਦੇ ਨਾਲ ਅਟੈਚ ਹੈ, ਜੈਸਲਮੇਰ ਦੇ ਨਾਲ ਅਟੈਚ ਹੈ। ਠੀਕ ਹੈ, ਸਿੰਧ ਦਾ ਇੱਕ ਜ਼ਿਲ੍ਹਾ ਹੈ ਜੀ ਲਰਖਾਨਾ, ਉੱਥੇ ਹੈ। ਠੀਕ ਹੈ, ਬਹੁਤ ਹੀ ਇੰਪੋਰਟੈਂਟ ਹੈ, ਬਹੁਤ ਹੀ ਜ਼ਿਆਦਾ। ਮੋਹਨਜੋਦਾਰੋ ਦੇ ਨੇੜੇ ਹੀ ਇੱਕ ਹੋਰ ਹੈ ਸ਼ਹਿਰ ਚਨਹੂਦਰੋ, ਇਹ ਵੀ ਸਿੰਧੂ ਨਦੀ ਦੇ ਕਿਨਾਰੇ ਹੈ, ਸੇਮ ਉਹੀ ਲੋਕੇਸ਼ਨ ਹੈ, ਸੇਮ ਡਿਟੋ ਉੱਪਰ ਵਾਲੀ ਲੋਕੇਸ਼ਨ ਹੈ। ਫਿਰ ਇੱਕ ਸ਼ਹਿਰ ਹੈ ਜੀ ਰੰਗਪੁਰ, ਇਹ ਭਾਦਰ ਨਦੀ ਦੇ ਕਿਨਾਰੇ ਹੈ। ਇਹ ਕਿੱਥੇ ਹੈ? ਗੁਜਰਾਤ ਦੇ ਵਿੱਚ। ਠੀਕ ਹੈ, ਇਹਨਾਂ ਦੇ ਇਹ ਯਾਦ ਰੱਖਣ ਦੀ ਵੈਸੇ ਮੈਨੂੰ ਲੱਗਦਾ ਨਹੀਂ ਲੋੜ ਹੈ ਨਹੀਂ, ਕਿਉਂਕਿ ਪੰਜਾਬ ਦੇ ਵਿੱਚ ਮੈਂ ਪ੍ਰੀਵੀਅਸ ਈਅਰ ਕੁਐਸਚਨ ਜਿੰਨੇ ਵੀ ਦੇਖੇ ਮੈਂ ਨਹੀਂ ਦੇਖੇ ਇਹੋ ਜਿਹੇ ਕੁਐਸਚਨ। ਆਪਾਂ ਸਿਰਫ ਆਪਣੇ ਪੰਜਾਬ ਦਾ ਯਾਦ ਰੱਖਾਂਗੇ ਜਾਂ ਫਿਰ ਇਹ ਦੋ ਬੰਦੇ ਯਾਦ ਰੱਖਾਂਗੇ ਬਸ। ਠੀਕ ਹੈ, ਦਇਆਰਾਮ ਸਾਹਾਨੀ ਕਿਉਂਕਿ ਇਹਨੇ ਸਭ ਤੋਂ ਪਹਿਲਾਂ ਖੋਜ ਕਰੀ ਸੀਗੀ ਹੜੱਪਾ ਸੱਭਿਅਤਾ ਦੀ, ਤੇ ਇੱਕ ਮੋਹਨਜੋਦਾਰੋ ਇੱਕ ਬਹੁਤ ਵੱਡਾ ਸ਼ਹਿਰ ਹੈ, ਇਹਦੀ ਖੋਜ ਕਰੀ ਸੀ ਆਰ ਡੀ ਬੈਨਰਜੀ, ਰਖਲਦਾਸ ਬੈਨਰਜੀ ਨੇ। ਲੋਥਲ ਸ਼ਹਿਰ ਕਿੱਥੇ ਹੈ ਜੀ? ਭੋਗਵਾ, ਸਾਬਰਮਤੀ ਨਦੀ ਦੇ ਕਿਨਾਰੇ। ਭੋਗਵਾ ਵੀ ਛੋਟੀ ਜੀ ਨਦੀ ਹੈ ਜੋ ਅੱਗੇ ਜਾ ਕੇ ਸਾਬਰਮਤੀ ਚ ਡਿੱਗ ਪੈਂਦੀ ਹੈ, ਤਾਂ ਦੋਨੇ ਹੋ ਸਕਦੇ ਹੈ। ਠੀਕ ਹੈ, ਰੰਗਨਾਥ ਰਾਓ ਤੇ ਅਹਿਮਦਾਬਾਦ ਗੁਜਰਾਤ ਦੇ ਵਿੱਚ ਹੈ ਲੋਥਲ। ਫਿਰ ਆਂਦਾ ਹੈ ਸੁਪਰ ਇੰਪੋਰਟੈਂਟ ਰੋਪੜ। ਹਾਲਾਂਕਿ ਆਪਾਂ ਪੰਜਾਬ ਦੀ ਜਿੰਨੀ ਵੀ ਸਿੰਧੂ ਘਾਟੀ ਦੀ ਸੱਭਿਅਤਾ ਦੀ ਸਾਈਟਾਂ ਹੈਗੀਆਂ ਅਲੱਗ ਤੋਂ ਪੜਾਂਗੇ, ਬਟ ਫਿਰ ਵੀ ਚਲੋ ਰੋਪੜ ਬਹੁਤ ਵੱਡੀ ਹੈ ਤਾਂ ਕਰਕੇ ਆਪਾਂ ਇੰਡੀਆ ਵਾਲੀ ਚ ਵੀ ਇਹਨੂੰ ਪੜ੍ਹਦੇ ਹਾਂ। ਸਤਲੁਜ ਨਦੀ ਦੇ ਕਿਨਾਰੇ ਹੈ, ਨੋ ਡਾਊਟ। ਜਗਦੱਤ ਸ਼ਰਮਾ ਨੇ 1953 ਦੇ ਵਿੱਚ ਰੋਪੜ ਨੂੰ ਇਹ ਕਿਹਾ ਕਿ ਹਾਂ ਇਹ ਸਿੰਧੂ ਘਾਟੀ ਸੱਭਿਅਤਾ ਦਾ ਸ਼ਹਿਰ ਹੈ, ਉੱਥੇ ਖੁਦਾਈ ਚ ਆਪਾਂ ਨੂੰ ਚੀਜ਼ਾਂ ਪ੍ਰਾਪਤ ਹੋਈਆਂ। ਲੋਕੇਸ਼ਨ ਪਤਾ ਹੀ ਹੈ, ਪੰਜਾਬ। ਕਾਲੀਬੰਗਾ ਜੀ, ਕਾਲੀਬੰਗਾ ਘੱਗਰ ਨਦੀ ਦੇ ਕਿਨਾਰੇ ਹੈ, ਰਾਜਸਥਾਨ ਦੇ ਵਿੱਚ ਹੈ, ਗੰਗਾਨਗਰ ਰਾਜਸਥਾਨ। ਕਾਲੀਬੰਗਾ ਦਾ ਨਾਂ ਕਾਲੀਬੰਗਾ ਇਸ ਕਰਕੇ ਪਿਆ ਕਿਉਂਕਿ ਇੱਥੋਂ ਕਾਲੇ ਰੰਗ ਦੀ ਚੂੜੀਆਂ ਜਿਹੜੀ ਮਿਲੀ ਸੀਗੀ। ਬਨਾਵਲੀ ਘੱਗਰ ਕਿੱਥੇ ਹੈ? ਹਰਿਆਣਾ। ਠੀਕ ਹੈ, ਢੋਲਾਵੀਰਾ ਲੂਣੀ ਨਦੀ ਦੇ ਕਿਨਾਰੇ ਹੈ, ਕਿੱਥੇ ਹੈ ਜੀ? ਕੱਛ, ਗੁਜਰਾਤ। ਰਾਖੀਗੜ੍ਹੀ ਬਹੁਤ ਇੰਪੋਰਟੈਂਟ ਹੈ, ਕਿਉਂ? ਕਿਉਂਕਿ ਇਹ ਸਭ ਤੋਂ ਵੱਡੀ ਸਾਈਟ ਹੈ ਸਿੰਧੂ ਘਾਟੀ ਸੱਭਿਅਤਾ ਦੀ। ਰਾਖੀਗੜ੍ਹੀ ਇਹ ਲਿਖ ਲਿਓ, ਬਹੁਤ ਜ਼ਰੂਰੀ ਹੈ। ਪਹਿਲਾਂ ਮੋਹਨਜੋਦਾਰੋ ਹੁੰਦੀ ਸੀਗੀ ਬਟ ਉਹ ਨਹੀਂ, ਹੁਣ ਕਿਹੜੀ ਹੈ? ਹੁਣ ਰਾਖੀਗੜ੍ਹੀ ਹੈ, ਹਰਿਆਣੇ ਦੇ ਵਿੱਚ ਹੈ, ਘੱਗਰ ਹਰਕਾ ਪਲੇਨਾਂ ਦੇ ਵਿੱਚ। ਠੀਕ ਹੈ, ਹਰਕਾ ਨਦੀ ਕਿਹਾ ਜਾਂਦਾ ਹੈ ਕਿ ਜਦੋਂ ਸਰਸਵਤੀ ਨਦੀ ਤੇ ਘੱਗਰ ਨਦੀ ਮਿਲ ਜਾਂਦੇ ਸੀਗੇ ਤਾਂ ਹਰਕਾ ਨਦੀ ਇਦਾਂ ਕਰਕੇ ਬਣਦੀ ਸੀਗੀ। ਠੀਕ ਹੈ, ਤਾਂ ਹੋਰ ਕੁਝ ਨਹੀਂ, ਬਸ ਇੰਨੇ ਪੁਆਇੰਟ ਯਾਦ ਰੱਖਣੇ ਆ। ਹੁਣ ਆਪਾਂ ਗੱਲ ਕਰਦੇ ਹਾਂ ਪੰਜਾਬ ਦੀ ਸਾਈਟਾਂ ਦੀ। ਕਿਹੜੀ ਸਾਈਟਾਂ ਦੀ? ਪੰਜਾਬ ਦੀ ਸਾਈਟਾਂ ਦੀ। ਪੰਜਾਬ ਦੇ ਵਿੱਚ ਦੇਖੋ ਸਮ ਇੰਪੋਰਟੈਂਟ IVC ਇੰਡਸ ਵੈਲੀ ਸਿਵਲਾਈਜੇਸ਼ਨ ਸਾਈਟਸ, ਸਿੰਧੂ ਘਾਟੀ ਸੱਭਿਅਤਾ ਦੀ ਇੰਪੋਰਟੈਂਟ ਸਾਈਟਾਂ ਪੰਜਾਬ ਦੇ ਵਿੱਚ ਕਿਹੜੀ ਕਿਹੜੀਆਂ ਹੈ? ਤਾਂ ਸਭ ਤੋਂ ਪਹਿਲੀ ਤਾਂ ਰੂਪਨਗਰ ਹੋ ਗਈ ਯਾਨੀ ਰੋਪੜ। ਠੀਕ ਹੈ, ਸਤਲੁਜ ਨਦੀ ਦੇ ਕਿਨਾਰੇ ਹੈ, ਜਗਦੱਤ ਸ਼ਰਮਾ ਆਏਗਾ। ਠੀਕ ਹੈ, 1993 ਦੇ ਵਿੱਚ ਇਹਨੇ ਖੋਜ ਕਰੀ ਹੈ। ਬਾਕੀਆਂ ਦੀ ਆਪਾਂ ਨੇ ਜ਼ਿਆਦਾ ਨਹੀਂ, ਸਿਰਫ ਲੋਕੇਸ਼ਨਾਂ ਯਾਦ ਰੱਖਣੀਆਂ, ਇੰਨੇ ਕੁ ਨਾਲ ਆਪਣਾ ਕੰਮ ਹੋ ਜਾਊਗਾ। ਕੋਟਲਾ ਨਿਹੰਗ ਖਾਨ ਰੋਪੜ ਜ਼ਿਲ੍ਹਾ, ਧੀਰ ਮਾਜਰਾ ਰੂਪਨਗਰ ਯਾਨੀ ਰੋਪੜ ਜ਼ਿਲ੍ਹਾ,
ਬਾਰਾ ਇਹ ਵੀ ਰੂਪਨਗਰ ਹੈ। ਰੋਹਿੜਾ ਇਹ ਅਹਿਮਦਗੜ੍ਹ ਦੇ ਨੇੜੇ ਹੈ ਜੀ। ਅਹਿਮਦਗੜ੍ਹ ਕਿੱਥੇ ਹੈ? ਮਲੇਰਕੋਟਲੇ ਦੇ ਵਿੱਚ ਹੈ। ਠੀਕ ਹੈ, ਇੱਥੋਂ ਆਪਾਂ ਨੂੰ ਕੀ ਪ੍ਰਾਪਤ ਹੋਇਆ? ਤਾਂ ਟੈਰਾਕੋਟਾ ਦੇ ਮਣਕੇ, ਸਟੇਟਾਈਟ ਜਾਂ ਟੈਰਾਕੋਟਾ ਦੇ ਮਣਕੇ ਤਾਂ ਆਪਾਂ ਨੂੰ ਪਤਾ ਹੀ ਹੈ। ਠੀਕ ਹੈ, ਟੈਰਾਕੋਟਾ ਕੀ ਹੁੰਦਾ? ਟੈਰਾਕੋਟਾ ਹੁੰਦਾ ਹੈ ਜਦੋਂ ਆਪਾਂ ਮੱਟੀ ਨੂੰ ਪਕਾ ਦਿੰਦੇ ਆ, ਠੀਕ ਹੈ ਨਾ, ਅੱਗ ਦੇ ਵਿੱਚ ਮੱਟੀ ਨੂੰ ਅੱਗ ਦੇ ਵਿੱਚ ਪਕਾ ਦਿੰਦੇ ਆ ਨਾ, ਮੱਟੀ ਨੂੰ ਕੁਝ ਵੀ ਬਣਾ ਕੇ ਉਹਦਾ, ਜਿਵੇਂ ਇੱਟਾਂ ਬਣਾਉਂਦੇ ਆਪਾਂ ਹਨਾ, ਤਾਂ ਉਹ ਟੈਰਾਕੋਟਾ ਹੋ ਗਿਆ। ਸਮਝੋ ਗੱਲ ਨੂੰ। ਤਾਂ ਉਸ ਦੇ ਮਣਕੇ ਮਿਲੇ ਆ, ਨਾਲੇ ਚੂੜੀਆਂ ਮਿਲੀਆਂ ਜੀ। ਠੀਕ ਹੈ, ਸੰਗੋਲ ਬਹੁਤ ਇੰਪੋਰਟੈਂਟ ਹੈ, ਫਤਿਹਗੜ੍ਹ ਸਾਹਿਬ ਦੇ ਵਿੱਚ ਹੈ ਜੀ। ਟੈਰਾਕੋਟਾ ਦੀ ਮੂਰਤੀਆਂ ਮਿਲੀਆਂ, ਤਾਂਬੇ ਦੇ ਔਜ਼ਾਰ ਮਿਲੇ ਆ। ਰੋਪੜ ਤੋਂ ਵੀ ਤਾਂਬੇ ਦੇ ਔਜ਼ਾਰ ਮਿਲੇ ਆ। ਕੁਹਾੜੀ ਵਗੈਰਾ ਰੋਪੜ ਤੋਂ ਮਿਲੇ ਆ। ਇਹ ਰੋਪੜ ਵਾਲੇ ਚ ਲਿਖ ਲਿਓ। ਸਨੇਤ ਇਹ ਲੁਧਿਆਣੇ ਦੇ ਵਿੱਚ ਪਿੰਡ ਹੈ ਜੀ। ਇੱਥੇ ਇਹ ਬਹੁਤ ਪੁਰਾਣਾ, ਤੇ ਨਾਲੇ ਇੱਥੇ ਅਲੈਗਜ਼ੈਂਡਰ ਜਿਹੜਾ ਸੀਗਾ, ਸਿਕੰਦਰ, ਉਹ ਵੀ ਆਇਆ ਸੀਗਾ। ਠੀਕ ਹੈ, ਇਹ ਯਾਦ ਰੱਖਣੇ ਆ। ਇਹ ਸਿੰਧੂ ਘਾਟੀ ਸੱਭਿਅਤਾ ਦੇ ਨਾਲ ਮਿਲਦੇ ਸ਼ਹਿਰ ਹੈ ਆਪਣੇ। ਠੀਕ ਹੈ, ਪੰਜਾਬ ਦੀ ਇਹ ਸਾਈਟਾਂ ਹੈਗੀਆਂ ਜਿਹੜੀ ਸਿੰਧੂ ਘਾਟੀ ਸੱਭਿਅਤਾ ਦੀ ਹੈਗੀਆਂ। ਓਕੇ, ਚਲੋ ਜੀ। ਬਾਕੀ ਸਿੰਧੂ ਘਾਟੀ ਸੱਭਿਅਤਾ ਬਾਰੇ ਪੂਰੇ ਦਾ ਪੂਰਾ ਇੱਕ ਲੈਕਚਰ ਪਿਆ ਮੇਰਾ YouTube ਦੇ ਉੱਤੇ, ਫ੍ਰੀ ਹੈ, ਸਾਰਾ ਦੇਖ ਸਕਦੇ ਹੋ। ਬਹੁਤ ਜ਼ਿਆਦਾ ਡਿਟੇਲ ਦੇ ਵਿੱਚ ਦੱਸਿਆ ਹੋਇਆ ਕਿਹੋ ਜਿਹਾ ਇਹਨਾਂ ਦਾ ਰਿਲੀਜਨ ਸੀਗਾ, ਖਾਣ ਪੀਣ, ਆਰਟ ਐਂਡ ਕਰਾਫਟ ਵਗੈਰਾ, ਕਿੱਦਾਂ ਇਹ ਸੱਭਿਅਤਾ ਖਤਮ ਹੋਈ ਹੈ, ਸ਼ੁਰੂ ਹੋਈ ਹੈ, ਸਾਰਾ ਕੁਝ ਹੈ। ਠੀਕ ਹੈ, ਨੈਕਸਟ ਹੈ ਜੀ। ਅੱਛਾ, ਸਿੰਧੂ ਘਾਟੀ ਸੱਭਿਅਤਾ ਕਿਹੋ ਜਿਹੀ ਸੱਭਿਅਤਾ ਸੀਗੀ? ਸ਼ਹਿਰੀ ਸੱਭਿਅਤਾ ਸੀਗੀ। ਠੀਕ ਹੈ, ਚਲੋ ਇਹ ਤਾਂ ਆਪਣੀ ਹੋ ਗਈ। ਦੇਖੋ, ਪਹਿਲਾਂ ਆਪਾਂ ਨੇ ਪੜ੍ਹਿਆ ਜੀ ਸਟੋਨ ਏਜ ਯਾਨੀ ਪੱਥਰ ਯੁੱਗ। ਇਹ ਸੀਗੀ ਆਪਣੀ ਪ੍ਰੀ ਹਿਸਟਰੀ। ਕਿਉਂ? ਕਿਉਂਕਿ ਆਪਾਂ ਨੂੰ ਕੋਈ ਵੀ ਲਿਖਤੀ ਦਾ ਪ੍ਰੂਫ ਨਹੀਂ ਮਿਲਿਆ, ਆਪਾਂ ਨੂੰ ਸਿਰਫ ਖੁਦਾਈ ਤੋਂ ਵਸਤੂਆਂ ਪ੍ਰਾਪਤ ਹੋਈਆਂ, ਤਾਂ ਇਹ ਤਾਂ ਪ੍ਰੀ ਹਿਸਟਰੀ ਹੋ ਗਈ ਆਪਣੀ। ਠੀਕ ਹੈ, ਚਲੋ ਜੀ। ਫਿਰ ਪੰਜਾਬ ਦੇ ਵਿੱਚ ਪ੍ਰੀ ਹਿਸਟਰੀ ਤੋਂ ਬਾਅਦ ਸਾਨੂੰ ਮਿਲੀ ਜੀ ਸਿੰਧੂ ਘਾਟੀ ਸੱਭਿਅਤਾ। ਇਹਨਾਂ ਦੀ ਲਿਖਤੀ ਮਿਲੀ ਹੈ, ਬਟ ਆਪਾਂ ਨੂੰ ਪੜ੍ਹਨੀ ਨਹੀਂ ਆਈ, ਤਾਂ ਇਹ ਕਿਹੋ ਜਿਹੀ ਹਿਸਟਰੀ ਹੋ ਗਈ? ਪ੍ਰੋਟੋ ਹਿਸਟਰੀ ਹੋ ਗਈ। ਹੁਣ ਆਪਾਂ ਨੂੰ ਲਿਖਤੀ ਦੇ ਵਿੱਚ ਵੀ ਚੀਜ਼ਾਂ ਮਿਲੀਆਂ ਪੰਜਾਬ ਦੀ, ਤਾਂ ਉਹ ਹੋ ਗਈ ਹਿਸਟਰੀ। ਹੁਣ ਇੱਥੋਂ ਹਿਸਟਰੀ ਤੁਸੀਂ ਕਹਿ ਸਕਦੇ ਹੋ, ਇੱਥੋਂ ਹਿਸਟਰੀ ਸ਼ੁਰੂ ਹੋਈ ਹੈ ਵੈਦਿਕ ਸੱਭਿਅਤਾ ਤੋਂ। ਕਿਉਂਕਿ ਵੈਦਿਕ ਸੱਭਿਅਤਾ ਦੇ ਜਿਹੜੇ ਲੋਕ ਸੀਗੇ ਆਰੀਅਨ, ਇਹਨਾਂ ਦਾ ਲਿਖਿਆ ਹੋਇਆ ਗ੍ਰੰਥ ਹੈ ਜਿਹੜਾ ਰਿਗਵੇਦ, ਉਸ ਤੋਂ ਪਤਾ ਲੱਗਦਾ ਹੈ ਪੰਜਾਬ ਬਾਰੇ ਸਭ ਤੋਂ ਪਹਿਲਾਂ। ਠੀਕ ਹੈ, ਤਾਂ ਪੰਜਾਬ ਦੀ ਹਿਸਟਰੀ ਤੁਸੀਂ ਕਹਿ ਸਕਦੇ ਹੋ ਇੱਥੋਂ ਸ਼ੁਰੂ ਹੁੰਦੀ ਹੈ, ਵੇਦਾਂ ਤੋਂ। ਅੰਡਰਸਟੈਂਡ? ਕਿਉਂਕਿ ਇਸ ਤੋਂ ਪਹਿਲਾਂ ਸੀਗੇ ਪ੍ਰੋਟੋ ਹਿਸਟਰੀ, ਤੇ ਉਸ ਤੋਂ ਪਹਿਲਾਂ ਪ੍ਰੀ ਹਿਸਟਰੀ। ਠੀਕ ਹੈ, ਤਾਂ ਪ੍ਰੀ ਹਿਸਟਰੀ ਦੇ ਵਿੱਚ ਆਪਾਂ ਨੇ ਪੱਥਰ ਯੁੱਗ ਦੇਖਿਆ, ਪ੍ਰੋਟੋ ਹਿਸਟਰੀ ਦੇ ਵਿੱਚ ਇੰਡਸ ਵੈਲੀ ਸਿਵਲਾਈਜੇਸ਼ਨ ਦੇਖੀ, ਤੇ ਹੁਣ ਹੈਗੀ ਜੀ ਬਾਰੀ ਹਿਸਟਰੀ ਪੜ੍ਹਨ ਦੀ, ਯਾਨੀ ਵੈਦਿਕ ਕਾਲ ਪੜ੍ਹਨ ਦੀ। ਓਕੇ, ਠੀਕ ਹੈ, ਕਰਦੇ ਹਾਂ ਫਿਰ ਸ਼ੁਰੂ ਇਹਨੂੰ ਵੀ ਆਪਾਂ। ਹਾਂਜੀ, ਵੈਦਿਕ ਕਾਲ। ਦੇਖੋ, ਅੱਜ ਦੀ ਕਲਾਸ ਹੈ ਜਿਹੜੀ ਬਹੁਤ ਲੰਬੀ ਹੋ ਸਕਦੀ ਹੈ, ਕਿਉਂਕਿ ਪੂਰਾ ਦਾ ਪੂਰਾ ਵੈਦਿਕ ਕਾਲ ਪੜ੍ਹਨਾ ਹੈ ਆਪਾਂ ਨੇ। ਪੂਰੀ ਐਂਸ਼ੀਅੰਟ ਹਿਸਟਰੀ ਅੱਜ ਹੀ ਨਿਬੇੜਨੀ ਹੈ। ਠੀਕ ਹੈ, ਤਾਂ ਪੂਰੀ ਕਲਾਸ ਆਪਾਂ ਨੇ ਅੱਜ ਹੀ ਨਿਬੇੜ ਦੇਣੀ ਹੈ, ਤਾਂ ਕਰਕੇ ਮਤਲਬ 1.5-2 ਘੰਟਾ ਤੁਸੀਂ ਮੰਨ ਕੇ ਚਲੋ। ਠੀਕ ਹੈ, 1.5 ਘੰਟਾ ਤਾਂ ਮਿਨੀਮਮ ਲੱਗਣਾ ਹੀ ਲੱਗਣਾ। ਓਕੇ, ਹਾਂਜੀ। ਤਾਂ ਵੈਦਿਕ ਕਾਲ ਦਾ ਟਾਈਮ ਪੀਰੀਅਡ ਕੀ ਹੈ ਜੀ? 1500 BC ਤੋਂ 600 BC ਤੱਕ ਦਾ ਟਾਈਮ ਪੀਰੀਅਡ ਹੈ। ਤਾਂ ਇਹ ਲਗਭਗ ਤੁਸੀਂ ਦੇਖ ਲਓ ਵੀ 900 ਤੋਂ 1000 ਸਾਲ ਹੋ ਗਏ। ਤਾਂ 900 ਤੋਂ 1000 ਸਾਲ ਦਾ ਜਿਹੜਾ ਇਹ ਪੂਰਾ ਦਾ ਪੂਰਾ ਦੌਰ ਰਿਹਾ, ਇਹਨੂੰ ਆਪਾਂ ਵੈਦਿਕ ਕਾਲ ਬੋਲਦੇ ਹਾਂ। ਤੇ ਇਸ ਦੌਰ ਦੇ ਵਿੱਚ ਜੋ ਵੀ ਰਿਟਨ ਚੀਜ਼ਾਂ ਹੈਗੀਆਂ, ਜਿਵੇਂ ਵੇਦ ਹੋ ਗਏ, ਉਪਨਿਸ਼ਦ ਹੋ ਗਏ, ਉਹਨਾਂ ਨੂੰ ਪੜ੍ਹ ਕੇ ਹੀ ਆਪਾਂ ਨੇ ਇਸ ਦੌਰ ਬਾਰੇ ਅੰਦਾਜ਼ਾ ਲਗਾਇਆ ਹੋਇਆ। ਠੀਕ ਹੈ, ਕਿ ਇਹੋ ਜਿਹੇ ਲੋਕ, ਇਸ ਦੌਰ ਦੇ ਲੋਕ ਹੈ ਜਿਹੜੇ, ਉਹ ਕੀ ਆਪਣੇ ਆਪ ਨੂੰ ਕਹਿੰਦੇ ਸੀਗੇ, ਕਿੱਦਾਂ ਦਾ ਉਹਨਾਂ ਦਾ ਖਾਣ ਪੀਣ ਸੀ, ਕੀ ਉਹਨਾਂ ਦਾ ਸਮਾਜ ਸੀਗਾ, ਸਾਰਾ ਕੁਝ। ਠੀਕ ਹੈ, ਕਿਹੋ ਜਿਹੀ ਉਹਨਾਂ ਦੀ ਅਰਥ ਵਿਵਸਥਾ ਸੀਗੀ। ਤਾਂ ਵੈਦਿਕ ਕਾਲ ਦੇ ਜਿਹੜੇ ਲੋਕ ਹੈ ਆਪਣੇ ਆਪ ਨੂੰ ਬੋਲਦੇ ਸੀਗੇ ਜੀ ਆਰੀਅਨ। ਕੀ ਬੋਲਦੇ ਸੀ ਉਹ ਆਪਣੇ ਆਪ ਨੂੰ? ਆਰੀਅਨ ਬੋਲਦੇ ਸੀਗੇ। ਤੇ ਵੈਦਿਕ ਕਾਲ ਦੇ ਵਿੱਚ ਇਹ ਜਿਹੜਾ ਪੰਜਾਬ ਵਾਲਾ ਏਰੀਆ ਆਪਣਾ ਹੈਗਾ, ਇਹਨੂੰ ਸਪਤ ਸਿੰਧੂ ਕਿਹਾ ਗਿਆ। ਸਪਤ ਸਿੰਧੂ, ਠੀਕ ਹੈ, ਯਾਨੀ 7 ਦਰਿਆਵਾਂ ਦੀ ਧਰਤੀ। ਤਾਂ ਉਸੇ ਸਪਤ ਸਿੰਧੂ ਦੇ ਵਿੱਚੋਂ ਹੀ ਪੰਜਾਬ ਨਿਕਲਿਆ, ਉਸੇ ਸਪਤ ਸਿੰਧੂ ਦੇ ਵਿੱਚੋਂ ਹੀ ਹਰਿਆਣਾ ਨਿਕਲਿਆ, ਉਸੇ ਦੇ ਵਿੱਚੋਂ ਹੀ ਕੁਝ ਰਾਜਸਥਾਨ, ਕੁਝ ਹਿਮਾਚਲ ਦੇ ਇਲਾਕੇ, ਕੁਝ ਪਾਕਿਸਤਾਨ ਦੇ ਇਲਾਕੇ ਉਸੇ ਸਪਤ ਸਿੰਧੂ ਤੋਂ ਨਿਕਲੇ ਹੈ। ਯਾਨੀ ਸਿੰਧੂ ਤੇ ਸਿੰਧੂ ਦੀ 7 ਨਦੀਆਂ, ਮਤਲਬ ਸਿੰਧੂ ਸਮੇਤ 7 ਨਦੀਆਂ ਦਾ ਜਿਹੜਾ ਦੇਸ਼ ਹੋ ਗਿਆ, ਉਹ ਸਪਤ ਸਿੰਧੂ ਦੇਸ਼ ਹੈ। ਠੀਕ ਹੈ, ਇਹ ਕਿਹੋ ਜਿਹੀ ਸੱਭਿਅਤਾ ਸੀਗੀ ਜੀ? ਪੇਂਡੂ ਸੱਭਿਅਤਾ। ਓਕੇ, ਯਾਦ ਰੱਖਣਾ ਹੈ। ਤੇ ਆਰੀਆ ਦਾ ਮਤਲਬ ਕੀ ਹੈ? ਕਿਉਂਕਿ ਇਹ ਲੋਕ ਆਪਣੇ ਆਪ ਨੂੰ ਕੀ ਬੋਲ ਰਹੇ ਸੀਗੇ? ਆਰੀਆ ਬੋਲ ਰਹੇ ਸੀਗੇ। ਤਾਂ ਆਰੀਆ ਦਾ ਮਤਲਬ ਹੈਗਾ ਜੀ ਉੱਤਮ। ਇਹ ਪੁੱਛ ਲਿਆ ਜਾਂਦਾ ਪੇਪਰ ਦੇ ਵਿੱਚ। ਆਰੀਅਨਸ ਬਈ ਯੋਧੇ ਸੀਗੇ ਜੀ, ਵਾਰੀਅਰ ਟਾਈਪ ਦੇ ਲੋਕ ਸੀਗੇ। ਇਹਨਾਂ ਦਾ ਫੇਵਰੇਟ ਪਸ਼ੂ ਜਿਹੜਾ ਹੁੰਦਾ ਸੀ, ਉਹ ਹੁੰਦਾ ਸੀ ਹਾਰਸ। ਠੀਕ ਹੈ, ਹਾਰਸ। ਇਹਨਾਂ ਦਾ ਫੇਵਰੇਟ ਪਸ਼ੂ ਹਾਰਸ ਹੁੰਦਾ ਸੀਗਾ। ਤੇ ਇਸ ਤੋਂ ਇਲਾਵਾ ਗਊ ਦੀ ਪੂਜਾ ਬਹੁਤ ਜ਼ਿਆਦਾ ਕਰਦੇ ਸੀਗੇ, ਕਿਉਂਕਿ ਇਹਨਾਂ ਦੀ ਅਮੀਰੀ ਦਾ ਸਾਧਨ ਹੀ ਗਊ ਸੀਗਾ। ਜਿਨ੍ਹਾਂ ਕੋਲ ਜਿੰਨੀ ਜ਼ਿਆਦਾ ਗਊਆਂ, ਉਹ ਉਨੇ ਹੀ ਅਮੀਰ ਹੁੰਦੇ ਸੀਗੇ। ਹਰ ਕੰਮ ਦੇ ਵਿੱਚ ਇਹਨਾਂ ਦੇ ਗਊ ਹੀ ਇਸਤੇਮਾਲ ਹੁੰਦੀ ਸੀਗੀ। ਖਾਣ ਪੀਣ
ਸਾਰਾ ਕੁਝ ਇਹਨਾਂ ਦਾ ਗਊ ਦੇ ਉੱਤੇ ਹੀ ਡਿਪੈਂਡ ਸੀਗਾ। ਕੁਝ ਵੀ ਲੈਣਾ ਦੇਣਾ, ਇਹਨਾਂ ਨੇ ਕੁਝ ਵੀ ਐਕਸਚੇਂਜ ਕਰਨਾ ਤਾਂ ਗਊ ਦੇ ਨਾਲ ਹੀ ਹੁੰਦਾ ਸੀਗਾ। ਸਭ ਤੋਂ ਕੀਮਤੀ ਚੀਜ਼ ਇਹਨਾਂ ਵਾਸਤੇ ਗਊ ਸੀਗੀ। ਠੀਕ ਹੈ, ਤੇ ਉਸ ਦਾ ਪ੍ਰਭਾਵ ਅੱਜ ਵੀ ਨਾਰਥ ਇੰਡੀਆ ਦੇ ਵਿੱਚ ਦੇਖਣ ਨੂੰ ਮਿਲਦਾ ਹੈ। ਠੀਕ ਹੈ, ਗਊ ਨੂੰ ਬਹੁਤ ਪਵਿੱਤਰ ਸਮਝਿਆ ਜਾਂਦਾ ਹੈ, ਇੱਕ ਤਰ੍ਹਾਂ ਨਾਲ ਮਾਂ ਦਾ ਦਰਜਾ ਜਿਹੜਾ ਦਿਆ ਜਾਂਦਾ ਹੈ। ਠੀਕ ਹੈ, ਤਾਂ ਉਹ ਉਸ ਦਾ ਹੀ ਪ੍ਰਭਾਵ ਹੈਗਾ ਉਸ ਟਾਈਮ ਦਾ, ਵੈਦਿਕ ਕਾਲ ਦਾ। ਠੀਕ ਹੈ, ਹੁਣ ਹਿਸਟੋਰੀਅਨਸ ਦੇ ਵਿੱਚ ਇਹ ਡਿਬੇਟ ਦਾ ਵਿਸ਼ੇ ਹੈਗਾ ਅੱਜ ਵੀ, ਕਿਉਂਕਿ ਜੇ ਆਰੀਅਨਸ ਤੋਂ ਪਹਿਲਾਂ ਆਪਾਂ ਦੇਖ ਲਈਏ ਹੈ ਨਾ ਪ੍ਰੋਟੋ ਹਿਸਟਰੀ ਦੇ ਵਿੱਚ, ਤਾਂ ਵੱਡੇ ਵੱਡੇ ਸ਼ਹਿਰ ਸੀਗੇ ਉਹ ਹੜੱਪਾ ਸੱਭਿਅਤਾ ਦੇ। ਠੀਕ ਹੈ, ਉਹ ਸ਼ਹਿਰੀ ਸੱਭਿਅਤਾ ਸੀ। ਇਹ ਜਿਹੜੇ ਲੋਕ ਹੈ ਆਰੀਅਨਸ, ਇਹ ਪੇਂਡੂ ਲੋਕ ਹੈ ਨਾ, ਖੇਤੀਬਾੜੀ ਕਰ ਰਹੇ ਹੈ। ਤਾਂ ਉਹ ਇਹ ਕਹਿੰਦੇ ਆ ਹਿਸਟਰੀ ਵਾਲੇ ਕਿ ਆਰੀਅਨਸ ਇੱਥੋਂ ਕਿੱਦਾਂ ਪਹੁੰਚੇ, ਮਤਲਬ ਆਰੀਅਨਸ ਇੱਥੇ ਆਏ ਕਿੱਦਾਂ ਹੈ। ਠੀਕ ਹੈ, ਤਾਂ ਇਹ ਡਿਬੇਟ ਦਾ ਵਿਸ਼ੇ ਹੈ। ਬਟ ਬਹੁਤ ਜੇ ਹਿਸਟੋਰੀਅਨਸ ਨੇ ਆਪਣੀ ਅਲੱਗ-ਅਲੱਗ ਥਿਉਰੀਆਂ ਦਈਆਂ, ਉਹਨਾਂ ਦੇ ਵਿੱਚੋਂ ਜਿਹੜੀ ਆਪਾਂ ਥਿਉਰੀ ਪੜ੍ਹਦੇ ਹਾਂ, ਮੈਕਸ ਮੂਲਰ ਦੀ ਥਿਉਰੀ ਪੜ੍ਹਦੇ ਹਾਂ ਜ਼ਿਆਦਾਤਰ। ਠੀਕ ਹੈ, ਮੈਕਸ ਮੂਲਰ ਦੀ ਥਿਉਰੀ ਪੜ੍ਹਾਈ ਜਾਂਦੀ ਹੈ ਕਿਉਂਕਿ ਆਪਣੀ ਹਿਸਟਰੀ, ਆਪਣਾ ਜੋ ਵੀ ਹੈ ਸਾਰਾ ਕੁਝ ਅੰਗਰੇਜ਼ਾਂ ਦੇ ਹਿਸਾਬ ਨਾਲ ਚੱਲਿਆ ਹੋਇਆ। ਤਾਂ ਉਸ ਟਾਈਮ ਉਹਨਾਂ ਨੇ ਮੈਕਸ ਮੂਲਰ ਦੀ ਥਿਉਰੀ ਨੂੰ ਹੀ ਪੜ੍ਹਾਉਣਾ ਸ਼ੁਰੂ ਕਰਿਆ ਸੀ, ਤੇ ਅੱਜ ਵੀ ਆਪਾਂ ਉਸੇ ਦੇ ਉੱਤੇ ਡਿਪੈਂਡ ਹੈ। ਹਾਲਾਂਕਿ ਇਸ ਥਿਉਰੀ ਦੇ ਵਿੱਚ ਬਹੁਤ ਜਿਹੇ ਨੈਗੇਟਿਵ ਪੁਆਇੰਟ ਬਾਅਦ ਦੇ ਵਿੱਚ ਹੋਰਾਂ ਨੇ ਕੱਢ ਕੇ ਦਏ ਆ, ਅੱਜ ਇਸ ਥਿਉਰੀ ਨੂੰ ਥੋੜਾ ਰਿਜੈਕਟ ਕਰਿਆ ਜਾਂਦਾ, ਬਟ ਫਿਰ ਵੀ ਅੱਜ ਵੀ ਆਪਾਂ ਇਸੇ ਥਿਉਰੀ ਨੂੰ ਪੜ੍ਹ ਰਹੇ ਹਾਂ। ਤਾਂ ਮੈਕਸ ਮੂਲਰ ਕਹਿੰਦਾ ਜੀ ਇਹ ਜਿਹੜੇ ਆਰੀਅਨ ਸੀਗੇ ਇਹ ਮੱਧ ਏਸ਼ੀਆ ਵਾਲਾ ਕੁਝ ਇਲਾਕਾ ਹੋ ਗਿਆ। ਠੀਕ ਹੈ ਜੀ, ਮੱਧ ਏਸ਼ੀਆ ਵਾਲੇ ਇਲਾਕੇ ਤੋਂ ਹੌਲੀ ਹੌਲੀ ਕਰਕੇ ਇੰਡੀਆ ਵੱਲ ਆਣਾ ਸ਼ੁਰੂ ਕਰੇ। ਠੀਕ ਹੈ ਜੀ, ਪਹਿਲਾਂ ਈਰਾਨ ਵਾਲੇ ਏਰੀਆ ਦੇ ਵਿੱਚ ਆਏ ਆ, ਇਸ ਤੋਂ ਅੱਗੇ ਫਿਰ ਇੱਥੇ ਨਾ ਪੁਰਾਣਾ ਜਿਹੜਾ ਇੰਡੀਆ ਸੀਗਾ, ਹਿੰਦੂ ਕੁਸ਼ ਦੀ ਪਹਾੜੀਆਂ ਹੈ ਜੀ ਅਫਗਾਨਿਸਤਾਨ ਦੇ ਵਿੱਚ। ਕਿੱਥੇ? ਅਫਗਾਨਿਸਤਾਨ ਦੇ ਵਿੱਚ ਹਿੰਦੂ ਕੁਸ਼ ਦੀ ਪਹਾੜੀਆਂ। ਇਹਨਾਂ ਹਿੰਦੂ ਕੁਸ਼ ਦੀ ਪਹਾੜੀਆਂ ਨੂੰ ਕ੍ਰੋਸ ਕਰਕੇ ਇੱਥੇ ਇੱਕ ਦर्रा ਆਉਂਦਾ ਖੈਬਰ ਦर्रा, ਉਸ ਦर्रे ਨੂੰ ਕ੍ਰੋਸ ਕਰਕੇ ਇਹ ਸਪਤ ਸਿੰਧੂ ਵਾਲੇ ਏਰੀਏ ਦੇ ਵਿੱਚ ਆ ਕੇ ਸੈਟਲ ਹੋ ਗਏ। ਸਪਤ ਸਿੰਧੂ ਯਾਨੀ ਇਹ ਆਪਣਾ ਪੰਜਾਬ, ਹਰਿਆਣਾ, ਪਾਕਿਸਤਾਨ ਵਾਲਾ ਜਿਹੜਾ ਏਰੀਆ ਹੋ ਗਿਆ, ਇੱਥੇ ਆ ਕੇ ਸੈਟਲ ਹੋ ਗਏ ਸਪਤ ਸਿੰਧੂ ਦੇ ਏਰੀਏ ਦੇ ਵਿੱਚ। ਠੀਕ ਹੈ, ਮੱਧ ਏਸ਼ੀਆ ਤੋਂ ਉੱਠ ਕੇ। ਇਹ ਕੌਣ ਕਹਿ ਰਿਹਾ? ਇਹ ਮੈਕਸ ਮੂਲਰ ਕਹਿ ਰਿਹਾ ਜੀ। ਇਹ ਕੌਣ ਕਹਿ ਰਿਹਾ? ਇੱਕ ਅੰਗਰੇਜ਼ ਕਹਿ ਰਿਹਾ ਜੀ, ਮੈਕਸ ਮੂਲਰ। ਠੀਕ ਹੈ, ਤਾਂ ਮੈਕਸ ਮੂਲਰ ਦੇ ਅਨੁਸਾਰ ਆਰੀਅਨ ਮੱਧ ਏਸ਼ੀਆ ਤੋਂ ਆਏ ਤੇ ਹਿੰਦੂ ਕੁਸ਼ ਦੀ ਪਹਾੜੀਆਂ ਵਿਚਕਾਰ ਖੈਬਰ ਦर्रा, ਯਾਦ ਰੱਖਣਾ ਡਾਇਰੈਕਟ ਪੁੱਛਿਆ ਜਾਂਦਾ ਹੈ ਕਿਹੜੀ ਪਹਾੜੀਆਂ ਕ੍ਰੋਸ ਕਰੀ, ਕਿਹੜਾ ਦर्रा ਕ੍ਰੋਸ ਕਰਿਆ, ਇਸ ਨੂੰ ਪਾਰ ਕਰਕੇ ਸਪਤ ਸਿੰਧੂ ਵਿੱਚ ਆ ਕੇ ਬਸ ਗਏ। ਤਾਂ ਆਰੀਅਨ ਸਭ ਤੋਂ ਪਹਿਲਾਂ ਕਿੱਥੇ ਆ ਕੇ ਬਸੇ ਹੈ? ਸਪਤ ਸਿੰਧੂ ਦੇ ਵਿੱਚ। ਕਾਫੀ ਸਾਲ ਇੱਥੇ ਰਹੇ ਹੈ, ਤੇ ਨਾਲੇ ਇਹ ਵੀ ਹੈ ਕਿ ਇੱਕਦਮ ਇਹ ਨਹੀਂ ਹੋਇਆ ਕਿ ਇੱਕਦਮ ਉੱਥੋਂ ਉੱਠੇ ਆ ਜੀ ਤੇ ਸਿੱਧੇ ਆ ਕੇ ਇੱਥੇ ਬਸ ਗਏ। ਜੱਥਿਆਂ ਦੇ ਵਿੱਚ, ਮਤਲਬ ਹੌਲੀ ਹੌਲੀ 300-400 ਸਾਲਾਂ ਦੇ ਵਿੱਚ ਹੌਲੀ ਹੌਲੀ ਆ ਕੇ ਇੱਥੇ ਸੈਟਲ ਹੋਏ। ਠੀਕ ਹੈ, ਇਹ ਜਿਹੜੀ ਮਾਈਗ੍ਰੇਸ਼ਨ ਹੁੰਦੀ ਹੈ ਇਹ ਇੱਕਦਮ ਨਹੀਂ ਹੁੰਦੀ ਕਿ ਹਾਂ ਇੱਕਦਮ ਉੱਠਿਆ ਲੋਕ ਤੇ ਆ ਕੇ ਸਿੱਧੇ ਇੱਕਦਮ ਆ ਕੇ ਇੱਥੇ ਬੈਠ ਗਏ। ਹੌਲੀ ਹੌਲੀ ਟਾਈਮ ਦੇ ਨਾਲ, ਜਿਵੇਂ ਆਪਣੇ ਪੰਜਾਬ ਤੋਂ ਹੁਣ ਮਾਈਗ੍ਰੇਸ਼ਨ ਚੱਲ ਰਹੀ ਹੈ ਬਾਹਰ ਨੂੰ, ਤਾਂ ਇਹ ਵੀ ਤਾਂ ਹੌਲੀ ਹੌਲੀ ਚੱਲ ਰਹੀ ਹੈ ਨਾ। ਸੇਮ ਮੱਧ ਏਸ਼ੀਆ ਤੋਂ ਹੌਲੀ ਹੌਲੀ 200-300 ਸਾਲਾਂ ਦੇ ਵਿੱਚ ਆਰੀਅਨਸ ਇੱਧਰ ਆ ਕੇ ਸੈਟਲ ਹੋਏ ਆ, ਅਕੋਰਡਿੰਗ ਟੂ ਮੈਕਸ ਮੂਲਰ। ਇਹ ਮੈਕਸ ਮੂਲਰ ਕਹਿ ਰਿਹਾ, ਬਾਕੀ ਹੋਰ ਜਿਹੜੇ ਇਤਿਹਾਸਕਾਰ ਹੈ ਉਹਨਾਂ ਦੇ ਮਤ ਹੋਰ ਹੈ। ਜਿਵੇਂ ਜੇ ਆਪਾਂ ਆਪਣੇ ਇੱਕ ਡਾਕਟਰ ਏਸੀ ਦਾਸ ਦੀ ਗੱਲ ਹੈ ਨਾ ਥਿਉਰੀ ਦੇਖੀਏ, ਤਾਂ ਡਾਕਟਰ ਏਸੀ ਦਾਸ ਦੇ ਅਨੁਸਾਰ ਇਹ ਬਿਲਕੁਲ ਉਲਟਾ ਹੈ। ਉਹ ਕਹਿੰਦੇ ਸਪਤ ਸਿੰਧੂ ਤੋਂ ਹੀ ਉੱਠ ਕੇ ਗਏ ਹੈ ਬਾਹਰ। ਠੀਕ ਹੈ, ਡਾਕਟਰ ਏਸੀ ਦਾਸ ਦੇ ਅਨੁਸਾਰ ਸਪਤ ਸਿੰਧੂ ਤੋਂ ਉੱਠ ਕੇ ਹੀ ਬਾਹਰ ਗਏ ਹੈ ਆਰੀਅਨਸ। ਬਾਕੀ ਸਵਾਮੀ ਦਇਆਨੰਦ ਸਰਸਵਤੀ ਹੈਗੇ ਆ ਆਰਿਆ ਸਮਾਜ ਦੇ ਸੰਸਥਾਪਕ, ਉਹਨਾਂ ਨੇ ਵੇਦ ਵਗੈਰਾ ਪੜ੍ਹਿਆ, ਉਹ ਕਹਿੰਦੇ ਆ ਜੀ ਤਿੱਬਤ ਤੋਂ ਆਏ ਆ। ਇਹ ਦੇਖੋ ਇਹ ਹਿਮਾਲਿਆ ਦੇ ਵਿੱਚ ਤਿੱਬਤ ਹੈ। ਠੀਕ ਹੈ, ਤਿੱਬਤ ਤੋਂ ਉਤਰ ਕੇ ਆਏ ਆ ਥੱਲੇ ਮੈਦਾਨਾਂ ਦੇ ਵਿੱਚ। ਠੀਕ ਹੈ ਜੀ, ਇੱਕ ਆਪਣੇ ਫਰੀडम फाइटर ਹੈਗੇ ਆ ਬਾਲ ਗੰਗਾਧਰ ਤਿਲਕ, ਉਹਨਾਂ ਦੇ ਅਨੁਸਾਰ ਉਹਨਾਂ ਨੇ ਤਾਂ ਇਹ ਕਿਹਾ ਕਿ ਮੱਧ ਏਸ਼ੀਆ ਤੋਂ ਵੀ ਉੱਪਰ ਆਰਕਟਿਕ ਉੱਤਰੀ ਧਰੁਵ ਹੈਗਾ, ਉੱਥੋਂ ਆਏ ਆ। ਤਾਂ ਬਹੁਤ ਜੀ ਥਿਉਰੀਆਂ ਹੈਗੀਆਂ। ਇੱਕ ਪ੍ਰੋਫੈਸਰ ਪੈਂਕਾ ਉਹਨਾਂ ਨੇ ਕਿਹਾ ਕਿ ਜਰਮਨੀ ਤੋਂ ਆਏ ਆ। ਬਹੁਤ ਜੀ ਥਿਉਰੀਆਂ ਹੈਗੀਆਂ ਅਲੱਗ-ਅਲੱਗ, ਬਟ ਉਹੀ ਕੁੱਲ ਮਿਲਾ ਕੇ ਗੱਲ ਕੀ ਹੈ, ਆਪਾਂ ਪੜ੍ਹਦੇ ਕਿਹੜੀ ਹੈ? ਮੈਕਸ ਮੂਲਰ ਵਾਲੀ। ਠੀਕ ਹੈ, ਤਾਂ ਬਈ ਮੈਕਸ ਮੂਲਰ ਨੇ ਕਿਹਾ ਕਿ ਸਪਤ ਸਿੰਧੂ ਦੇ ਵਿੱਚ ਆ ਕੇ ਸੈਟਲ ਹੋ ਗਏ। ਤਾਂ ਆਰੀਅਨਸ ਲੋਕਾਂ ਨੇ ਆਪਣਾ ਜਿਹੜਾ ਸਭ ਤੋਂ ਫੇਵਰੇਟ ਗ੍ਰੰਥ, ਸਭ ਤੋਂ ਮਸ਼ਹੂਰ ਗ੍ਰੰਥ ਜਿਹੜਾ ਹੈਗਾ ਰਿਗਵੇਦ, ਪੂਰੀ ਦੁਨੀਆ ਦੀ ਸਭ ਤੋਂ ਪਹਿਲੀ ਕਿਤਾਬ ਇਹਨੂੰ ਕਿਹਾ ਜਾਂਦਾ ਹੈ, ਸਭ ਤੋਂ ਪਹਿਲਾ ਧਾਰਮਿਕ ਗ੍ਰੰਥ ਕਿਹਾ ਜਾਂਦਾ ਹੈ ਰਿਗਵੇਦ। ਇਹ ਪੰਜਾਬ ਦੇ ਵਿੱਚ ਹੀ ਸਰਸਵਤੀ ਨਦੀ ਦੇ ਕਿਨਾਰੇ ਲਿਖਿਆ ਗਿਆ ਸੀ। ਜਾਂ ਪੰਜਾਬ ਦੀ ਥਾਂ ਤੇ ਤੁਸੀਂ ਵਰਡ ਸਪਤ ਸਿੰਧੂ ਯੂਜ਼ ਕਰ ਸਕਦੇ ਹੋ। ਸਪਤ ਸਿੰਧੂ ਦੇਸ਼ ਦੇ ਵਿੱਚ ਸਰਸਵਤੀ ਨਦੀ ਦੇ ਕਿਨਾਰੇ ਇਹ ਲਿਖਿਆ ਗਿਆ ਸੀ। ਓਕੇ, ਇਹੀ ਸਭ ਕੁਝ ਅੰਗਰੇਜ਼ੀ ਦੇ ਵਿੱਚ ਲਿਖਿਆ ਹੋਇਆ, ਸਕਰੀਨਸ਼ਾਟ ਲੈ ਸਕਦੇ ਹੋ। ਠੀਕ ਹੈ, ਹਾਂਜੀ। ਉਸ ਦੌਰਾਨ ਇੱਕ ਦੋ ਯੁੱਧ ਦਾ ਵੀ ਵਰਣਨ ਆਪਾਂ ਨੂੰ ਮਿਲਦਾ ਹੈ ਧਾਰਮਿਕ ਗ੍ਰੰਥਾਂ ਦੇ ਵਿੱਚ, ਜਿਵੇਂ ਰਿਗਵੇਦ ਦੇ ਵਿੱਚ ਜਾਂ ਬਾਅਦ ਦੇ ਵਿੱਚ ਰਿਗਵੇਦ ਤੋਂ ਬਾਅਦ ਹੋਰ ਜਿਹੜੇ ਧਾਰਮਿਕ ਗ੍ਰੰਥ ਲਿਖੇ ਗਏ ਆ, ਠੀਕ ਹੈ, ਉਹਨਾਂ ਦੇ ਵਿੱਚ। ਓਕੇ, ਤਾਂ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਜੀ 10 ਰਾਜਨ ਯੁੱਧ। ਕਿਹੜਾ? 10 ਰਾਜਨ ਯੁੱਧ, ਬੈਟਲ ਆਫ 10 ਕਿੰਗਸ।
ਰਾਜਨ ਦਾ ਮਤਲਬ ਹੁੰਦਾ ਹੈ ਰਾਜਾ। ਤਾਂ ਇਸ ਯੁੱਧ ਦਾ ਜ਼ਿਕਰ ਹੈ ਜਿਹੜਾ ਰਿਗਵੇਦ ਦੇ ਵਿੱਚ 7ਵੇਂ ਮੰਡਲ ਵਿੱਚ ਮਿਲਦਾ। ਰਿਗਵੇਦ ਦੇ ਵਿੱਚ ਨਾ ਟੋਟਲ 10 ਮੰਡਲ ਹੈ। ਕਿੰਨੇ? 10 ਮੰਡਲ। ਰਿਗਵੇਦ ਦੇ ਵਿੱਚ 10 ਚੈਪਟਰ ਹੈ, ਤਾਂ 7ਵੇਂ ਚੈਪਟਰ ਦੇ ਵਿੱਚ ਸਾਨੂੰ 10 ਰਾਜਨ ਯੁੱਧ ਦਾ ਜ਼ਿਕਰ ਮਿਲਦਾ ਹੈ। ਇਹ ਯੁੱਧ ਹੈ ਜਿਹੜਾ ਪਰੂਸ਼ਨੀ ਨਦੀ, ਪਰੂਸ਼ਨੀ ਮਤਲਬ ਰਾਵੀ ਨਦੀ, ਰਾਵੀ ਨਦੀ ਦਾ ਪੁਰਾਣਾ ਨਾਮ ਸੀਗਾ ਪਰੂਸ਼ਨੀ, ਉਸ ਦੇ ਕਿਨਾਰੇ ਲੜਿਆ ਗਿਆ ਸੀਗਾ। ਠੀਕ ਹੈ, ਯਾਦ ਰੱਖਣਾ ਹੈ ਤੁਹਾਨੂੰ, ਸਿੱਧਾ ਪੁੱਛਿਆ ਜਾਂਦਾ ਹੈ 10 ਰਾਜਨ ਯੁੱਧ ਕਿਹੜੀ ਨਦੀ ਦੇ ਕਿਨਾਰੇ ਲੜਿਆ ਸੀਗਾ, ਤਾਂ 10 ਰਾਜਨ ਯੁੱਧ ਲੜਿਆ ਗਿਆ ਸੀਗਾ ਰਾਵੀ ਨਦੀ ਦੇ ਕਿਨਾਰੇ, ਯਾਨੀ ਪਰੂਸ਼ਨੀ ਨਦੀ ਦੇ ਕਿਨਾਰੇ। ਠੀਕ ਹੈ, ਓਕੇ। ਕਿਹੜੇ ਮੰਡਲ ਦੇ ਵਿੱਚ ਜ਼ਿਕਰ ਹੈ? 7ਵੇਂ ਮੰਡਲ ਦੇ ਵਿੱਚ ਜ਼ਿਕਰ ਹੈ। ਤਾਂ 10 ਰਾਜਿਆਂ ਦਾ ਯੁੱਧ, ਯਾਨੀ 10 ਰਾਜੇ ਇੱਕ ਸਾਈਡ ਸੀਗੇ ਬਈ, ਤੇ ਇੱਕ ਰਾਜਾ ਇੱਕ ਸਾਈਡ ਸੀਗਾ ਕੱਲਾ, ਉਸ ਰਾਜੇ ਦਾ ਨਾਮ ਸੀਗਾ ਸੁਦਾਸ। ਤਾਂ ਸੁਦਾਸ ਵਰਸਸ 10 ਕਿੰਗ। ਠੀਕ ਹੈ, ਸੁਦਾਸ ਕਿਹੜੇ ਕਬੀਲੇ ਦਾ ਸੀਗਾ? ਤਾਂ ਜਿਹੜੇ ਕਬੀਲੇ ਦੇ ਨਾਂ ਦੇ ਉੱਤੇ ਆਪਣੇ ਦੇਸ਼ ਦਾ ਨਾਂ ਪਿਆ ਹੋਇਆ ਭਰਤ ਕਬੀਲਾ। ਠੀਕ ਹੈ, ਸੁਦਾਸ ਭਰਤ ਕਬੀਲੇ ਦਾ ਸੀਗਾ, ਤੇ ਬਾਕੀ 10 ਕਬੀਲੇ ਇਕੱਠੇ ਹੋਏ ਸੀਗੇ ਬਈ, ਪੁਰੂ ਕਬੀਲਾ, ਯਦੂ ਕਬੀਲਾ, ਹਨਾ, ਇਦਾਂ ਕਰਕੇ ਬਹੁਤ ਸਾਰੇ ਕਬੀਲੇ ਇਕੱਠੇ ਹੋਏ ਸੀਗੇ, ਬਟ ਆਪਾਂ ਨੇ ਬਸ 2 ਹੀ ਯਾਦ ਰੱਖਣੇ ਆ, ਪੁਰੂ ਤੇ ਯਦੂ ਕਬੀਲਾ, ਤੇ ਹੋਰ 8 ਕਬੀਲੇ ਹੋਰ ਸੀਗੇ। ਇਹਨਾਂ ਦੇ ਵਿੱਚੋਂ ਕੁਝ ਆਰੀਅਨ ਸੀਗੇ, ਕੁਝ ਨੌਨ ਆਰੀਅਨ ਕਬੀਲੇ ਵੀ ਸੀਗੇ। ਠੀਕ ਹੈ, ਇਹ ਇਕੱਠੇ ਹੋਏ ਆ 10 ਕਬੀਲੇ, ਤੇ ਲੜੇ ਕਿਹਦੇ ਨਾਲ ਹੈ? ਭਰਤ ਕਬੀਲੇ ਦੇ ਰਾਜਾ ਸੁਦਾਸ ਦੇ ਨਾਲ। ਇਹਨਾਂ ਦਾ ਜਿਹੜਾ ਐਡਵਾਈਜ਼ਰ ਸੀਗਾ, ਹਰ ਇੱਕ ਕਬੀਲੇ ਦਾ ਇੱਕ ਧਾਰਮਿਕ ਐਡਵਾਈਜ਼ਰ ਹੁੰਦਾ ਸੀਗਾ, ਤਾਂ ਇਹਨਾਂ ਦਾ ਸੀਗਾ ਵੀ ਰਿਸ਼ੀ ਵਸ਼ਿਸ਼ਟ, ਤੇ ਇਹਨਾਂ 10 ਰਾਜਿਆਂ ਦਾ ਸੀਗਾ ਰਿਸ਼ੀ ਵਿਸ਼ਵਮਿਤਰਾ। ਕੌਣ ਸੀਗਾ? ਰਿਸ਼ੀ ਵਿਸ਼ਵਮਿਤਰਾ। ਜਿੱਤਦਾ ਕੌਣ ਹੈ? ਸੁਦਾਸ ਜਿੱਤਦਾ ਹੈ। ਕੌਣ ਜਿੱਤਦਾ ਬਈ? ਸੁਦਾਸ। ਤੇ ਇਹ 10 ਦੇ 10 ਹਾਰ ਜਾਂਦੇ ਆ, ਤੇ ਇਸ ਤੋਂ ਬਾਅਦ ਭਰਤ ਕਬੀਲਾ ਯਾਨੀ ਜਿਹੜਾ ਸੁਦਾਸ ਹੈ, ਉਹ ਸਾਰੇ ਏਰੀਏ ਦਾ ਲਗਭਗ ਉੱਤਰ ਭਾਰਤ ਦੇ ਵਿੱਚ ਉਹਦਾ ਕਬਜ਼ਾ ਹੋ ਜਾਂਦਾ ਹੈ। ਠੀਕ ਹੈ, ਸਪਤ ਸਿੰਧੂ ਦੇ ਉੱਤੇ। ਇਹ 10 ਰਾਜਨ ਯੁੱਧ ਸਾਨੂੰ ਰਿਗਵੇਦ ਤੋਂ ਪਤਾ ਲੱਗਦਾ ਹੈ। ਇਸ ਤੋਂ ਇਲਾਵਾ ਬਾਅਦ ਦੇ ਜਿਵੇਂ ਗ੍ਰੰਥ ਹੋ ਗਏ, ਜਿਵੇਂ ਮਹਾਭਾਰਤ ਵਗੈਰਾ, ਮਹਾਭਾਰਤ ਦੇ ਵਿੱਚੋਂ ਵੀ ਸਾਨੂੰ ਪਤਾ ਲੱਗਦਾ ਹੈ ਕਿ ਉਸ ਟਾਈਮ ਪੰਜਾਬ ਨੂੰ, ਯਾਨੀ ਇਹ ਬਾਅਦ ਦੀ ਗੱਲਾਂ ਹੈ, ਉਸ ਤੋਂ ਵੀ ਬਾਅਦ ਦੀ, ਸਪਤ ਸਿੰਧੂ ਤੋਂ ਬਾਅਦ ਹੁਣ ਪੰਜਾਬ ਨੂੰ ਕੀ ਕਿਹਾ ਜਾਣ ਲੱਗਿਆ? ਪੰਚਨਦ ਕਿਹਾ ਗਿਆ ਹੈ। ਠੀਕ ਹੈ, ਮਹਾਭਾਰਤ ਦੇ ਵਿੱਚ ਪੰਜਾਬ ਨੂੰ ਕੀ ਕਿਹਾ ਗਿਆ? ਪੰਚਨਦ, ਯਾਨੀ 5 ਨਦੀਆਂ ਦੀ ਧਰਤੀ। ਪੰਚਨਦ ਮਤਲਬ 5 ਨਦੀਆਂ ਦੀ ਧਰਤੀ। ਤੇ ਇਸ ਦੇ ਵਿੱਚ ਲੜਾਈ ਦਾ ਵਰਣਨ ਹੈਗਾ ਜੀ, ਕੁਰੂਕਸ਼ੇਤਰ ਦੀ ਲੜਾਈ, ਮਹਾਭਾਰਤ ਦੀ ਲੜਾਈ ਆਪਾਂ ਨੂੰ ਪਤਾ ਹੀ ਹੈ। ਪੰਜਾਬ ਯਾਨੀ ਕਿ ਹੁਣ ਹਰਿਆਣਾ ਹੋ ਗਿਆ। ਠੀਕ ਹੈ, ਹੁਣ ਕੁਰੂਕਸ਼ੇਤਰ ਕਿੱਥੇ ਹੈ? ਹਰਿਆਣੇ ਦੇ ਵਿੱਚ ਹੈ। ਉੱਥੇ ਲੜੀ ਗਈ ਸੀ। ਸਨ ਕੀ ਸੀਗਾ ਬਈ? 950 BC, ਯਾਨੀ 950 ਈਸਾ ਪੂਰਵ। ਇਹ ਹਰਿਆਣਾ ਗਵਰਨਮੈਂਟ ਵੱਲੋਂ ਕਿਹਾ ਜਾਂਦਾ ਹੈ। ਠੀਕ ਹੈ, ਇੰਨੇ ਕੁ ਪੁਆਇੰਟ ਬਹੁਤ ਹੈ। ਬਾਕੀ ਤੁਹਾਨੂੰ ਪਤਾ ਹੀ ਹੈ ਮਹਾਭਾਰਤ ਬਾਰੇ, ਕੌਰਵ ਤੇ ਪਾਂਡਵਾਂ ਦਾ ਯੁੱਧ ਸੀਗਾ। ਠੀਕ ਹੈ, ਤੇ ਕੁਐਸਚਨਾਂ ਦੀ ਕੋਈ ਲਿਮਿਟ ਨਹੀਂ, ਕਿੰਨੇ ਮਰਜ਼ੀ ਕੁਐਸਚਨ ਪੁੱਛੇ ਜਾ ਸਕਦੇ ਆ। ਠੀਕ ਹੈ, ਓਕੇ, ਮਤਲਬ ਕਿੰਨੇ ਮਰਜ਼ੀ ਕੁਐਸਚਨ ਤੁਸੀਂ ਬਣਾ ਲਓ ਉਸ ਪੁਆਇੰਟ ਦੇ ਉੱਤੇ। ਠੀਕ ਹੈ ਜੀ, ਤਾਂ ਇਹ ਜਿਹੜਾ ਵੈਦਿਕ ਕਾਲ ਰਿਹਾ, ਇਹ ਲਗਭਗ 900 ਸਾਲ ਦਾ ਰਿਹਾ, 900 ਜਾਂ 1000 ਸਾਲ। ਇਹਨਾਂ 900 1000 ਸਾਲਾਂ ਦੇ ਵਿੱਚ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਬਦਲਾਵ ਹੈ ਜਿਹੜਾ ਉਹ ਦੇਖਣ ਨੂੰ ਮਿਲਦਾ ਹੈ। ਠੀਕ ਹੈ, ਸਮਾਜ ਦੇ ਵਿੱਚ ਵੀ ਬਦਲਾਵ ਦੇਖਣ ਨੂੰ ਮਿਲਿਆ, ਧਾਰਮਿਕ ਬਦਲਾਵ ਵੀ ਦੇਖਣ ਨੂੰ ਮਿਲਦੇ ਆ। ਤਾਂ ਲੋਕ ਜਿਹੜੇ ਸੀਗੇ ਵੈਦਿਕ ਧਰਮ ਦੇ ਵਿੱਚ, ਮਤਲਬ ਵੈਦਿਕ ਧਰਮ ਇੰਨਾ ਗੁੰਝਲਦਾਰ ਹੋ ਚੁੱਕਿਆ ਸੀਗਾ ਨਾ, ਕਿ ਲੋਕਾਂ ਨੇ ਫਿਰ ਜਿਹੜੇ ਨਵੇਂ ਵਿਚਾਰ ਆਏ ਆ, ਨਵੇਂ ਧਾਰਮਿਕ ਵਿਚਾਰ ਆਏ ਆ, ਉਹਨਾਂ ਨੂੰ ਅਪਣਾਉਣਾ ਸ਼ੁਰੂ ਕਰਤਾ। ਠੀਕ ਹੈ, ਸਮੇਂ ਦੇ ਨਾਲ ਨਾਲ ਜਿਵੇਂ ਨਵੇਂ ਧਾਰਮਿਕ ਵਿਚਾਰਾਂ ਦਾ ਜਨਮ ਹੁੰਦਾ ਹੈ, ਠੀਕ ਹੈ, ਨਵੇਂ ਨਵੇਂ ਧਰਮਾਂ ਦਾ ਜਨਮ ਹੁੰਦਾ ਹੈ, ਤਾਂ ਲੋਕ ਉਹਨਾਂ ਵੱਲ ਜ਼ਿਆਦਾ ਅਟਰੈਕਟ ਹੋ ਗਏ। ਠੀਕ ਹੈ, ਇਸ ਦੌਰਾਨ ਤਾਂ ਉਹੀ ਦੇਖਦੇ ਹਾਂ 600 BC ਤੋਂ ਬਾਅਦ ਕੀ ਹੋਇਆ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ, ਕਿਉਂਕਿ ਨਾਰਥ ਇੰਡੀਆ ਦੇ ਵਿੱਚ ਕੁਝ ਵੀ ਹੁੰਦਾ ਸੀ, ਉਹਦਾ ਇੰਪੈਕਟ ਪੰਜਾਬ ਦੇ ਉੱਤੇ ਤਾਂ ਪੈਣਾ ਹੀ ਪੈਣਾ ਹੈ, ਨੋਰਮਲ ਜੀ ਗੱਲ ਹੈ। ਠੀਕ ਹੈ, ਤਾਂ 900 ਤੇ 1000 ਸਾਲਾਂ ਦੇ ਵਿੱਚ 900 1000 ਸਾਲਾਂ ਦਾ ਜਿਹੜਾ ਦੌਰ ਰਿਹਾ ਹੈ ਪੂਰਾ ਦਾ ਪੂਰਾ ਵੈਦਿਕ ਕਾਲ, ਵੈਦਿਕ ਧਰਮ ਆਪਣੀ ਜਿਹੜੀ ਮੂਲ ਸ਼ੁੱਧਤਾ ਸੀਗਾ ਬਈ, ਓਰੀਜਨੈਲਿਟੀ, ਉਹ ਗਵਾ ਚੁੱਕਿਆ ਸੀ, ਤੇ ਬਹੁਤ ਹੀ ਜ਼ਿਆਦਾ ਕੀ ਹੋ ਗਿਆ ਸੀਗਾ? ਗੁੰਝਲਦਾਰ। ਠੀਕ ਹੈ, ਬਹੁਤ ਜ਼ਿਆਦਾ ਕੰਪਲੈਕਸ ਹੋ ਗਿਆ ਸੀਗਾ ਵੈਦਿਕ ਧਰਮ। ਲੋਕਾਂ ਨੇ ਜਿਹੜੀ ਸਿੰਪਲਿਸਿਟੀ ਸੀਗੀ ਵੇਦਾਂ ਦੀ, ਉਸ ਨੂੰ ਭੁੱਲ ਕੇ ਹੋਰ ਹੀ ਜ਼ਿਆਦਾ ਕਰਮਕਾਂਡਾਂ ਦੇ ਵਿੱਚ ਉਲਝ ਗਏ ਲੋਕ। ਠੀਕ ਹੈ, ਜਿਸ ਕਰਕੇ ਵੈਦਿਕ ਕਾਲ ਤੋਂ ਬਾਅਦ ਵੱਖ-ਵੱਖ ਧਾਰਮਿਕ ਲਹਿਰਾਂ ਨੇ ਜਨਮ ਲਿਆ ਤੇ ਨਵੇਂ ਧਰਮ ਬਣੇ ਹੈ। ਠੀਕ ਹੈ ਜੀ, ਨਵੇਂ ਧਰਮ ਜਿਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੂੰ ਵੀ ਪ੍ਰਭਾਵਿਤ ਕੀਤਾ। ਠੀਕ ਹੈ ਨਾ, ਜਿਨ੍ਹਾਂ ਤੋਂ ਪੰਜਾਬ ਦੇ ਲੋਕ ਵੀ ਪ੍ਰਭਾਵਿਤ ਹੋਏ, ਤੇ ਪੰਜਾਬ ਦੇ ਲੋਕਾਂ ਨੇ ਵੀ ਉਹਨਾਂ ਨੂੰ, ਮਤਲਬ ਉਹਨਾਂ ਦੇ ਨਾਲ ਜੁੜੇ ਆ ਜਾਂ ਜੁਆਇਨ ਕਰਿਆ, ਜੋ ਵੀ ਤੁਸੀਂ ਕਹਿਣਾ ਚਾਹੁੰਦੇ ਹੋ ਕਹਿ ਸਕਦੇ ਹੋ, ਕੋਈ ਚੱਕਰ ਨਹੀਂ। ਠੀਕ ਹੈ, ਉਹਨਾਂ ਬਹੁਤ ਸਾਰੀ ਵਿਚਾਰਾਂ ਦੇ ਵਿੱਚੋਂ 2 ਵਿਚਾਰ ਜਿਹੜੇ ਹੈ ਬਾਅਦ ਦੇ ਵਿੱਚ ਰਿਲੀਜਨ ਦਾ ਰੂਪ ਲਏ ਆ ਉਹਨਾਂ ਨੇ, ਤੇ ਅੱਜ ਤੱਕ ਉਹ ਕੰਟੀਨਿਊ ਹੈਗੇ। ਕਿਹੜੇ ਕਿਹੜੇ ਆ? ਇੱਕ ਤਾਂ ਜੈਨ ਧਰਮ ਹੋ ਗਿਆ, ਤੇ ਇੱਕ ਬੁੱਧ ਧਰਮ ਹੋ ਗਿਆ। ਠੀਕ ਹੈ, ਇਹਨਾਂ ਬਾਰੇ ਵੀ ਮੈਂ ਅਲੱਗ ਤੋਂ ਪੜਾਇਆ ਹੋਇਆ, ਬਟ ਆਪਾਂ ਬੇਸਿਕ ਜੇ ਪੁਆਇੰਟ ਜੈਨ ਧਰਮ ਤੇ ਬੁੱਧ ਧਰਮ ਦੇ, ਤੇ ਕਿਹਨੇ ਬਣਾਏ, ਕਿਆ ਸਾਰਾ ਕੁਝ ਹੈ, ਬਸ ਉਹ ਦੇਖ ਲੈਂਦੇ ਆ। ਜੈਨ ਧਰਮ ਤੁਹਾਨੂੰ ਪਤਾ ਹੀ ਹੈ ਬਈ, ਜੈਨ ਧਰਮ ਦੇ ਵਿੱਚ 24 ਤੀਰਥੰਕਰ ਹੁੰਦੇ ਆ, ਯਾਨੀ 24 ਗੁਰੂ। ਪਹਿਲੇ ਗੁਰੂ ਦਾ ਨਾਮ, ਪਹਿਲੇ ਤੀਰਥੰਕਰ ਦਾ ਨਾਮ ਰਿਸ਼ਭਦੇਵ। ਠੀਕ ਹੈ,
ਤੇ ਇਹ ਲਿਖਿਆ ਹੋਇਆ। 23ਵੇਂ ਦਾ ਨਾਂ ਪਾਰਸ਼ਵਨਾਥ ਤੇ 24ਵੇਂ ਦਾ ਨਾਂ ਭਗਵਾਨ ਮਹਾਵੀਰ, ਜਿਨ੍ਹਾਂ ਨੂੰ ਕਿਹਾ ਜਾਂਦਾ ਕਿ ਓਰੀਜਨਲੀ ਇਹਨਾਂ ਨੇ ਮਤਲਬ ਅਸਲੀ ਤਾਂ ਇਹ ਹੈ, ਇਹਨਾਂ ਕਰਕੇ ਜ਼ਿਆਦਾ ਫੇਮਸ ਹੋਇਆ ਜੈਨ ਧਰਮ, ਭਗਵਾਨ ਮਹਾਵੀਰ ਕਰਕੇ। ਠੀਕ ਹੈ। ਤੇ ਬੁੱਧ ਧਰਮ ਦੇ ਸੰਸਥਾਪਕ ਇੱਕ ਹੈਗੇ ਆ ਜੀ ਗੌਤਮ ਬੁੱਧ। ਜੈਨ ਧਰਮ ਤੇ ਬੁੱਧ ਧਰਮ ਇਹ ਜਦੋਂ ਉੱਤਰ ਭਾਰਤ ਦੇ ਵਿੱਚ ਫੈਲੇ ਆ, ਪੂਰੇ ਭਾਰਤ ਦੇ ਵਿੱਚ ਫੈਲੇ ਆ, ਤਾਂ ਪੰਜਾਬ ਦੇ ਲੋਕਾਂ ਨੇ ਵੀ ਇਹਨਾਂ ਨੂੰ ਸਪੋਰਟ ਕਰਿਆ ਤੇ ਪੰਜਾਬ ਦੇ ਲੋਕ ਵੀ ਜੈਨੀ ਤੇ ਬੋਧੀ ਬਣੇ ਆ। ਠੀਕ ਹੈ। ਵੈਦਿਕ ਕਾਲ ਤੋਂ ਬਾਅਦ, ਯਾਨੀ ਪਹਿਲਾਂ ਜਿਹੜੇ ਆਰੀਅਨ ਸੀਗੇ ਉਹੀ ਆਰੀਅਨਸ ਫਿਰ ਹੌਲੀ ਹੌਲੀ ਮਤਲਬ 1000 ਸਾਲਾਂ ਦੇ ਵਿੱਚ ਆਪਣੀ ਜਿਹੜੀ ਓਰੀਜਨੈਲਿਟੀ ਸੀ ਉਸ ਨੂੰ ਖੋ ਕੇ ਜੈਨੀ ਬੋਧੀ ਇਦਾਂ ਕਰਕੇ ਬਣ ਗਏ। ਠੀਕ ਹੈ। ਹੁਣ ਆਪਾਂ ਅਗਲਾ ਟੌਪਿਕ ਆਪਣਾ ਸ਼ੁਰੂ ਕਰਦੇ ਹਾਂ, ਵਿਦੇਸ਼ੀ ਹਮਲੇ ਏਂਸ਼ੀਅੰਟ ਹਿਸਟਰੀ ਦੇ ਵਿੱਚ। ਕਿਉਂਕਿ ਆਪਣਾ ਜਿਹੜਾ ਪੰਜਾਬ ਹੈ ਨਾ, ਆਪਣਾ ਪੰਜਾਬ ਸੀਗਾ ਬਾਰਡਰ ਦੇ ਉੱਤੇ, ਅੱਜ ਵੀ ਬਾਰਡਰ ਤੇ ਹੀ ਹੈ, ਪਹਿਲਾਂ ਵੀ ਬਾਰਡਰ ਤੇ ਹੀ ਸੀਗਾ। ਠੀਕ ਹੈ। ਤਾਂ ਇੰਡੀਆ ਦੇ ਵਿੱਚ ਜਦੋਂ ਐਂਟਰੀ ਕਰਨੀ ਹੈ ਤਾਂ ਦੋ ਹੀ ਰਸਤੇ ਹੈ, ਜਾਂ ਤਾਂ ਪੰਜਾਬ ਵਾਲਾ ਏਰੀਆ ਜਾਂ ਫਿਰ ਰਾਜਸਥਾਨ ਗੁਜਰਾਤ ਵਾਲਾ ਏਰੀਆ ਹੋ ਗਿਆ। ਠੀਕ ਹੈ। ਤੇ ਰਾਜਸਥਾਨ ਦੇ ਥਰੂ ਐਂਟਰ ਕਰਨਾ ਵੀ ਪੋਸੀਬਲ ਨਹੀਂ ਹੈ ਕਿਉਂਕਿ ਉੱਥੇ ਆ ਮਾਰੂਥਲ ਹੀ ਮਾਰੂਥਲ। ਠੀਕ ਹੈ। ਤਾਂ ਬਚਿਆ ਕਿਹੜਾ ਇਲਾਕਾ? ਆਪਣਾ ਪੰਜਾਬ ਵਾਲਾ ਬਚਿਆ। ਠੀਕ ਹੈ। ਤਾਂ ਜਿਨ੍ਹਾਂ ਨੇ ਵੀ ਐਂਟਰੀ ਕਰਨੀ ਹੈ ਜ਼ਿਆਦਾਤਰ ਐਂਟਰੀ ਪੰਜਾਬ ਤੋਂ ਹੀ ਹੁੰਦੀ ਸੀਗੀ, ਤਾਂ ਇਸ ਕਰਕੇ ਪੰਜਾਬ ਨੂੰ ਗੇਟਵੇ ਆਫ ਇੰਡੀਆ ਜਾਂ ਇੰਡੀਆ ਦਾ ਗੇਟ ਜਾਂ ਮਤਲਬ ਬਹੁਤ ਕੁਝ ਕਿਹਾ ਜਾਂਦਾ ਹੈ, ਸ਼ੁਰੂਆਤ, ਇੰਡੀਆ ਦੀ ਸ਼ੁਰੂਆਤ, ਜੋ ਮਰਜ਼ੀ ਤੁਸੀਂ ਕਹਿ ਲਓ, ਹੈ ਨਾ। ਤੇ ਸਭ ਤੋਂ ਵੱਡੀ ਸਮੱਸਿਆ ਇਹ ਰਹੀ ਹੈ ਪੰਜਾਬ ਦੇ ਨਾਲ ਕਿ ਪੰਜਾਬ ਦੀ ਜਿਹੜੀ ਨਦੀਆਂ ਹੈ ਨਾ, ਇੱਕ ਤਾਂ ਹਿਮਾਲਿਆ ਤੋਂ ਆਉਂਦੀਆਂ ਹੈ ਨਾ, ਇਹਨਾਂ ਦੇ ਵਿੱਚ ਸਾਰਾ ਸਾਲ ਪਾਣੀ ਰਹਿੰਦਾ ਹੈ, ਤੇ ਬਾਰਿਸ਼ ਦੇ ਟਾਈਮ ਦੇ ਵਿੱਚ ਤਾਂ ਜਦੋਂ ਬਾਰਿਸ਼ ਦਾ ਸੀਜ਼ਨ ਹੁੰਦਾ ਹੋਰ ਜ਼ਿਆਦਾ ਪਾਣੀ ਹੁੰਦਾ ਇਹਨਾਂ ਦੇ ਵਿੱਚ। ਤਾਂ ਇਸ ਏਰੀਏ ਦੇ ਉੱਤੇ ਜਿਹਦਾ ਮਤਲਬ ਪਕੜ ਕਮਜ਼ੋਰ ਰਹੀ ਹੈ, ਤਾਂ ਇਹ ਏਰੀਆ ਹਮੇਸ਼ਾ ਈਰਾਨੀਆਂ ਦੇ ਕੰਟਰੋਲ ਦੇ ਵਿੱਚ ਗਿਆ ਜਦੋਂ ਵੀ ਇਹਦੇ ਤੇ ਪਕੜ ਢਿੱਲੀ ਹੋਈ ਹੈ ਆਪਣੇ ਵਾਲੇ ਰਾਜਿਆਂ ਦੀ। ਠੀਕ ਹੈ। ਕਿਉਂਕਿ ਬਾਰਡਰ ਦੇ ਉੱਤੇ ਹੈ। ਆਪਣੇ ਇੰਡੀਆ ਦੇ ਵਿੱਚ ਜਿਹੜਾ ਉੱਤਰ ਭਾਰਤ ਦੇ ਵਿੱਚ ਜਿਹਦਾ ਰਾਜ ਹੈ ਉਸ ਦਾ ਬਾਰਡਰ ਕਿਹੜਾ ਹੋਊਗਾ? ਪੰਜਾਬ ਵਾਲਾ ਏਰੀਆ ਹੀ ਉਹਦਾ ਬਾਰਡਰ ਹੋਊਗਾ। ਠੀਕ ਹੈ। ਤੇ ਜਦੋਂ ਉਹਦੀ ਪਕੜ ਇਸ ਏਰੀਏ ਦੇ ਉੱਤੇ ਕਮਜ਼ੋਰ ਹੋਈ ਤਾਂ ਇਹ ਏਰੀਆ ਕਿੱਧਰ ਚਲੇ ਗਿਆ? ਈਰਾਨੀਆਂ ਕੋਲ ਚਲੇ ਗਿਆ, ਕਿਉਂਕਿ ਆਪਣੇ ਪੰਜਾਬ ਤੋਂ ਅੱਗੇ ਅਫਗਾਨਿਸਤਾਨ ਤੇ ਈਰਾਨ ਵਾਲਾ ਏਰੀਆ, ਯਾਨੀ ਆਪਣਾ ਪੰਜਾਬ ਹੈ ਜਿਹੜਾ ਵਿੱਚ ਪੈਂਦਾ ਹੈ ਉੱਤਰ ਭਾਰਤ ਵਾਲੇ ਏਰੀਏ ਦੇ ਤੇ ਇੱਧਰ ਈਰਾਨ ਵਾਲੇ ਏਰੀਏ ਦੇ। ਠੀਕ ਹੈ। ਤਾਂ ਜਿਸ ਸਾਈਡ ਜਿਹੜਾ ਰਾਜਾ ਪਾਵਰਫੁਲ ਹੋਇਆ ਉਹਨੇ ਪੰਜਾਬ ਨੂੰ ਆਪਣੇ ਵੱਲ ਕਰਿਆ। ਇੱਧਰ ਬਿਹਾਰ ਵਾਲੇ, ਕਿਉਂਕਿ ਇੰਡੀਆ ਦੇ ਵਿੱਚ ਉੱਤਰ ਭਾਰਤ ਦੇ ਵਿੱਚ ਨਾ ਬਿਹਾਰ ਯਾਨੀ ਮਗਧ ਹੈ ਜਿਹੜਾ, ਉਹ ਹਮੇਸ਼ਾ ਤੋਂ ਪਾਵਰਫੁਲ ਰਿਹਾ। ਠੀਕ ਹੈ। ਉਹਨਾਂ ਨੇ ਮਤਲਬ ਉਹਨਾਂ ਦੇ ਜਿਹੜੇ ਸਾਮਰਾਜ ਹੈ ਜਦੋਂ ਉਹ ਐਕਸਪੈਂਡ ਹੋਏ ਹੈ ਪੂਰੇ ਉੱਤਰ ਭਾਰਤ ਦੇ ਉੱਤੇ ਉਹਨਾਂ ਦਾ ਕੰਟਰੋਲ ਆਇਆ ਤਾਂ ਪੰਜਾਬ ਵੀ ਉੱਧਰ ਚਲਾ ਗਿਆ। ਫਿਰ ਜਦੋਂ ਉਹ ਵੀਕ ਹੋਏ ਆ ਤਾਂ ਪੰਜਾਬ, ਸਭ ਤੋਂ ਪਹਿਲਾਂ ਬਾਰਡਰ ਹੀ ਵੀਕ ਹੁੰਦੇ ਆ, ਤਾਂ ਪੰਜਾਬ ਵੀਕ ਹੋਇਆ ਤਾਂ ਪੰਜਾਬ ਇੱਧਰ ਈਰਾਨੀਆਂ ਕੋਲ ਚਲੇ ਗਿਆ। ਤਾਂ ਪੰਜਾਬ ਹਮੇਸ਼ਾ ਕਦੇ ਇੱਧਰ ਕਦੇ ਉੱਧਰ ਰਿਹਾ ਹੈ। ਠੀਕ ਹੈ। ਇਸੇ ਕਰਕੇ ਇਹਦਾ ਕਲਚਰ ਹੈ ਜਿਹੜਾ ਡਿਫਰੈਂਟ ਰਿਹਾ, ਕਿਉਂਕਿ ਜੋ ਵੀ ਬਾਹਰੋਂ ਆਇਆ ਪੰਜਾਬ ਦੇ ਵਿੱਚ ਉਹ ਇੱਥੇ ਹੀ ਆ ਕੇ ਸੈਟਲ ਹੋਏ ਆ। ਸਭ ਤੋਂ ਪਹਿਲਾਂ ਇੱਥੇ ਹਰ ਤਰ੍ਹਾਂ ਦੇ ਮਤਲਬ ਜਿੰਨੇ ਵੀ ਵਿਦੇਸ਼ੀ ਬਾਹਰੋਂ ਆਏ ਆ, ਚਾਹੇ ਈਰਾਨੀ ਹੋਣ ਚਾਹੇ ਯੂਨਾਨੀ ਹੋਣ ਜਾਂ ਹੋਰ ਬਾਅਦ 'ਚ ਆਪਾਂ ਦੇਖਾਂਗੇ, ਸਾਰੇ ਇੱਥੇ ਆਏ ਜ਼ਰੂਰ ਹੈ ਪਰ ਇੱਥੋਂ ਵਾਪਸ ਫਿਰ ਕੋਈ ਨਹੀਂ ਗਿਆ, ਸਾਰੇ ਇੱਥੇ ਹੀ ਘੁਲ ਮਿਲ ਗਏ। ਇਹਦਾ ਕਲਚਰ ਹੈ ਜਿਹੜਾ ਪੰਜਾਬ ਦਾ, ਬੋਲੀ ਭਾਸ਼ਾ ਸਭ ਕੁਝ ਇੱਕ ਅਲੱਗ ਹੀ ਤਰ੍ਹਾਂ ਨਾਲ ਬਣ ਕੇ ਉੱਭਰੀ ਹੈ। ਉਹ ਸਾਰਾ ਕੁਝ ਆਪਾਂ ਦੇਖਾਂਗੇ। ਇਹ ਸਾਰਾ ਕੁਝ ਵਿਦੇਸ਼ੀ ਹਮਲਿਆਂ ਕਰਕੇ ਹੀ ਪੋਸੀਬਲ ਹੋਇਆ। ਠੀਕ ਹੈ ਜੀ। ਤਾਂ ਪੰਜਾਬ ਜਿਹੜਾ ਹੈਗਾ ਸਭ ਤੋਂ ਪਹਿਲਾਂ ਈਰਾਨੀਆਂ ਦੇ ਅੰਡਰ ਆਇਆ, ਕਿਉਂਕਿ ਈਰਾਨ ਹੀ ਸਾਡੇ ਬਾਰਡਰ ਤੇ ਸੀਗਾ, ਨੋਰਮਲ ਜੀ ਗੱਲ ਹੈ। ਠੀਕ ਹੈ। ਤਾਂ ਪਹਿਲਾ ਵਿਦੇਸ਼ੀ ਹਮਲਾ ਈਰਾਨ, ਯਾਨੀ ਈਰਾਨ ਨੂੰ ਪਹਿਲਾਂ ਪਰਸ਼ੀਆ ਕਿਹਾ ਜਾਂਦਾ ਸੀਗਾ, ਇਹਨਾਂ ਦੇ ਹਕਮਾਨੀ ਵੰਸ਼ ਦੇ ਰਾਜੇ ਦੁਆਰਾ ਕੀਤਾ ਗਿਆ ਸੀਗਾ। ਠੀਕ ਹੈ। ਪਹਿਲਾ ਹਮਲਾ ਸਾਇਰਸ ਦਾ ਮੰਨਿਆ ਜਾਂਦਾ ਹੈ ਜੀ, ਕਾਬੁਲ ਤੱਕ ਪਹੁੰਚ ਗਿਆ ਸੀਗਾ ਉਹ। ਸਾਇਰਸ ਹੈ ਜਿਹੜਾ ਕਿੱਥੋਂ ਤੱਕ ਪਹੁੰਚ ਗਿਆ ਸੀਗਾ? ਕਾਬੁਲ ਤੱਕ। ਇਹ ਸਾਇਰਸ ਦਾ ਟਾਈਮ ਪੀਰੀਅਡ ਹੈ ਜਿਹੜਾ ਕਿ ਆਪਾਂ ਨੂੰ ਯਾਦ ਰੱਖਣ ਦੀ ਲੋੜ ਨਹੀਂ ਹੈ। ਠੀਕ ਹੈ। ਫਿਰ ਦਾਰਾ, ਉਸ ਤੋਂ ਬਾਅਦ ਸਾਇਰਸ ਦਾ ਹੀ ਪੋਤਾ ਕਿਹਾ ਜਾਂਦਾ ਹੈ, ਦਾਰਾ ਵਗੈਰਾ। ਠੀਕ ਹੈ। ਜਾਂ ਡੈਰੀਅਸ ਇਹਨੂੰ ਕਿਹਾ ਜਾਂਦਾ, ਕੀ ਕਿਹਾ ਜਾਂਦਾ? ਡੈਰੀਅਸ। 518 ਦੇ ਵਿੱਚ ਇਹ ਸਿੰਧ ਤੱਕ ਪਹੁੰਚ ਗਿਆ ਸੀਗਾ, ਹਾਲਾਂਕਿ ਸਿੰਧ ਹੈ ਜਿਹੜਾ ਉਹ ਪੰਜਾਬ ਦਾ ਨਹੀਂ ਹੈ। ਠੀਕ ਹੈ ਨਾ, ਮਤਲਬ ਜੇ ਆਪਾਂ ਆਪਣਾ ਪੂਰਾ ਆਪਣਾ ਪੰਜਾਬ ਦੇਖੀਏ ਪੁਰਾਣਾ, ਸਿੰਧ ਅਲੱਗ ਹੈ। ਠੀਕ ਹੈ। ਫਿਰ ਹੈ ਜੀ, ਇਹ ਸਭ ਤੋਂ ਮੇਨ ਹੈ ਗੁਸਤਾਸਪ। ਠੀਕ ਹੈ। 516 ਦੇ ਵਿੱਚ ਇਹਨੇ ਆਪਣਾ ਪੂਰਾ ਪੰਜਾਬ ਹੈ ਜਿਹੜਾ ਉਹ ਈਰਾਨੀ ਸਾਮਰਾਜ ਦੇ ਵਿੱਚ ਮਿਲਾ ਲਿਆ ਸੀਗਾ ਗੁਸਤਾਸਪ ਨੇ। ਠੀਕ ਹੈ। 516 ਦੇ ਇਹ ਹੋ ਗਿਆ। ਠੀਕ ਹੈ। ਬਸ ਇੰਨਾ ਕੁ ਯਾਦ ਰੱਖਣਾ ਈਰਾਨੀਆਂ ਬਾਰੇ, ਬਹੁਤ ਹੈ। ਠੀਕ ਹੈ। ਪਹਿਲਾ ਹਮਲਾ ਸਾਇਰਸ ਦਾ ਹੋ ਗਿਆ, ਕਾਬੁਲ ਤੱਕ ਪਹੁੰਚਿਆ ਜੀ, ਜਿਹੜਾ ਅੱਜ ਅਫਗਾਨਿਸਤਾਨ ਦੇ ਵਿੱਚ ਹੈ। ਉਸ ਤੋਂ ਬਾਅਦ ਦਾਰਾ ਹੋ ਗਿਆ, ਉਸ ਤੋਂ ਬਾਅਦ ਗੁਸਤਾਪ ਹੋ ਗਿਆ। ਇਹ ਈਰਾਨੀ ਰਾਜੇ ਸੀਗੇ ਹਕਮਾਨੀ ਵੰਸ਼ ਵਗੈਰਾ ਦੇ। ਠੀਕ ਹੈ। ਫਿਰ ਇਸੇ ਦੌਰਾਨ ਕੀ ਹੁੰਦਾ ਹੈ, ਯੂਨਾਨ ਤੋਂ ਵੀ ਹਮਲੇ ਸ਼ੁਰੂ ਹੋ ਜਾਂਦੇ ਆ। ਯੂਨਾਨ ਕਿੱਥੇ ਹੈ? ਈਰਾਨ ਦੇ ਬਿਲਕੁਲ ਉੱਪਰ ਯੂਰੋਪ ਚੱਲ ਜਾਂਦਾ ਹੈ ਇੱਕ ਤਰ੍ਹਾਂ ਨਾਲ। ਠੀਕ ਹੈ। ਉੱਥੇ ਇੱਕ ਬੰਦੇ ਦਾ ਜਨਮ ਹੁੰਦਾ ਹੈ, ਸਿਕੰਦਰ ਦਾ। ਠੀਕ ਹੈ। ਉਹ ਸੁਪਨਾ ਲਿਖਦਾ ਹੈ ਕਿ ਉਹਨੇ ਪੂਰੀ ਦੁਨੀਆ ਨੂੰ ਜਿੱਤਣਾ ਹੈ। ਤਾਂ ਸਭ ਦੁਨੀਆ ਦੇ ਵਿੱਚ ਬਸ ਦੋ ਤਿੰਨ ਹੀ ਚੀਜ਼ਾਂ ਸੀਗੀਆਂ ਉਸ ਟਾਈਮ, ਕਿ ਉਹਨੇ ਆਪਣਾ ਪਹਿਲਾਂ ਯੂਨਾਨ ਜਿੱਤਣਾ ਸੀ ਸਾਰਾ ਦਾ ਸਾਰਾ, ਯੂਨਾਨ ਜਿੱਤਣ ਤੋਂ ਬਾਅਦ ਉਹਨੇ ਪਰਸੀਆ ਜਿੱਤਣਾ ਸੀ, ਤੇ ਪਰਸੀਆ ਤੋਂ ਬਾਅਦ ਉਹਨੇ ਇੰਡੀਆ ਜਿੱਤਣਾ ਸੀਗਾ। ਇਹ ਪੂਰੀ ਦੁਨੀਆ ਸੀ ਉਸ ਵਾਸਤੇ।
ਸਮਝੇ? ਉਸ ਟਾਈਮ ਦੁਨੀਆ ਦਾ ਇੰਨਾ ਕੀ ਪਤਾ ਸੀਗਾ, ਇਹ ਨਹੀਂ ਕਿ ਜਿਹੜਾ ਅੱਜ ਆਪਾਂ ਪੂਰਾ ਵਰਲਡ ਮੈਪ ਦੇਖਦੇ ਹਾਂ ਕਿ ਉਹਨੇ ਪੂਰੀ ਵਰਲਡ ਜਿੱਤ ਲੈਣਾ ਸੀਗਾ, ਪਤਾ ਹੀ ਨਹੀਂ ਸੀਗਾ, ਠੀਕ ਹੈ। ਕਿਉਂਕਿ ਜਿੱਥੇ ਲੋਕ ਰਹਿੰਦੇ ਸੀ ਉਹਨਾਂ ਨੂੰ ਬਸ ਇਹਨਾਂ ਦਾ ਪਤਾ ਸੀਗਾ ਕਿ ਹਾਂ ਪਰਸੀਆ ਹੈ ਜੀ, ਇੰਡੀਆ ਹੈ, ਚਾਈਨਾ ਹੈ ਤੇ ਉਹਨਾਂ ਦਾ ਆਪਣਾ ਯੂਨਾਨ ਹੈ। ਤਾਂ ਪਹਿਲਾਂ ਉਹਨੇ ਆਪਣਾ ਯੂਨਾਨ ਜਿੱਤਿਆ, ਫਿਰ ਉਹ ਪਰਸੀਆ ਵੱਲ ਆਇਆ, ਪਰਸੀਆ ਦੇ ਵਿੱਚ ਹਕਮਾਨੀ ਉਹਨੇ ਹਰਾਏ ਹੈ, ਹਕਮਾਨੀ ਹਰਾਉਣ ਤੋਂ ਬਾਅਦ ਹਿੰਦੂ ਕੁਸ਼ ਦੀ ਪਹਾੜੀਆਂ ਨੂੰ ਕ੍ਰੋਸ ਕਰਿਆ ਤੇ ਇੰਡੀਆ ਵੱਲ ਆਇਆ। ਉਹੀ ਆਪਾਂ ਦੇਖਾਂਗੇ, ਯੂਨਾਨੀ ਹਮਲੇ ਸ਼ੁਰੂ ਹੋਏ ਹੈ, ਠੀਕ ਹੈ। ਸਿਕੰਦਰ ਤੋਂ ਆਪਾਂ ਸ਼ੁਰੂ ਕਰਾਂਗੇ, ਕਿੱਥੋਂ? ਸਿਕੰਦਰ ਦਾ ਜਨਮ ਵਗੈਰਾ ਇਹ ਦੇਖ ਲਓ ਕਦ ਹੋਇਆ, ਸਥਾਨ ਕਿਹੜਾ ਸੀਗਾ? ਮੈਸੇਡੋਨੀਆ ਦੇ ਵਿੱਚ ਹੋਇਆ, ਪਿਤਾ ਦਾ ਨਾਮ ਫਿਲਿਪ ਦੂਸਰਾ ਹੋ ਗਿਆ ਜੀ। ਗੁਰੂ ਬਹੁਤ ਇੰਪੋਰਟੈਂਟ ਹੈ, ਗੁਰੂ ਸੀਗਾ ਅਰਸਤੂ ਯਾਨੀ ਐਰਿਸਟੋਟਲ, ਸੁਪਰ ਇੰਪੋਰਟੈਂਟ ਹੈ ਕਿਉਂਕਿ ਪੁੱਛਿਆ ਜਾਂਦਾ ਹੈ, ਠੀਕ ਹੈ। ਕਿਹਾ ਜਾਂਦਾ ਹੈ ਇਸੇ ਨੇ ਹੀ ਸੁਪਨਾ ਦਿਖਾਇਆ ਸੀਗਾ ਕਿ ਤੂੰ ਪੂਰੀ ਦੁਨੀਆ ਜਿੱਤਣੀ ਹੈ ਤੈਨੇ, ਠੀਕ ਹੈ। ਬਾਕੀ ਇਹ ਬਹੁਤ ਬੜਾ ਵਿਦਵਾਨ ਵੀ ਸੀਗਾ ਬਈ, ਫਿਲੋਸਫਰ, ਬਾਇਓਲੋਜੀ ਦਾ ਪਿਤਾ, ਠੀਕ ਹੈ। ਜੀਵ ਜੰਤੂ ਵਿਗਿਆਨ ਦਾ ਪਿਤਾ ਅਰਸਤੂ ਨੂੰ ਵੀ ਕਿਹਾ ਜਾਂਦਾ ਹੈ, ਸੁਣਿਆ ਹੋਣਾ ਤੁਸੀਂ। ਸਿਕੰਦਰ ਦੇ ਪਿਆਰੇ ਘੋੜੇ ਦਾ ਨਾਮ, ਮਤਲਬ ਫੇਵਰੇਟ ਘੋੜਾ ਜਿਹੜਾ ਸੀਗਾ ਉਹਦਾ ਬਈ ਬੁਕੇਫੈਲਮ, ਠੀਕ ਹੈ, ਯਾਦ ਰੱਖਣਾ। ਤਾਂ ਸਿਕੰਦਰ ਨੇ ਪਹਿਲਾਂ ਯੂਨਾਨ ਨੂੰ ਜਿੱਤਿਆ ਬਈ, ਯੂਨਾਨ ਨੂੰ ਜਿੱਤਣ ਤੋਂ ਬਾਅਦ ਉਹਨੇ ਹਕਮਾਨੀ ਵੰਸ਼ ਹੈ ਜਿਹੜਾ ਉਹਦੇ ਰਾਜਾ ਦਾਰਾ ਤੀਜੇ ਨੂੰ ਜਾਂ ਡੈਰੀਅਸ ਤੀਜਾ ਜਿਹੜਾ ਉਹਨੂੰ ਹਰਾਇਆ, ਯਾਨੀ ਪਰਸੀਆ ਵੀ ਉਹਨੇ ਜਿੱਤ ਲਿਆ। ਹੁਣ ਪਰਸੀਆ ਜਿੱਤ ਲਿਆ ਬਈ, ਫਿਰ 328 BC ਦੇ ਵਿੱਚ 328 BC ਦੇ ਵਿੱਚ ਉਹਨੇ ਕਾਬੁਲ ਨੂੰ ਜਿੱਤਿਆ। ਕਾਬੁਲ ਕਿੱਥੇ ਆ? ਅਫਗਾਨਿਸਤਾਨ ਦੇ ਵਿੱਚ, ਠੀਕ ਹੈ। ਕਾਬੁਲ ਨੂੰ ਜਿੱਤਿਆ, ਯਾਨੀ ਜਦੋਂ ਉਹ ਆਇਆ ਸਭ ਤੋਂ ਪਹਿਲਾਂ ਉਹਨੇ ਆਪਣਾ ਏਰੀਆ ਜਿੱਤਿਆ ਯੂਨਾਨ ਵਾਲਾ, ਉਹ ਜਿੱਤ ਕੇ ਫਿਰ ਉਹ ਥੱਲੇ ਆਇਆ ਪਰਸੀਆ ਵਾਲੇ ਏਰੀਆ ਦੇ ਵਿੱਚ, ਉਹਨੇ ਪਰਸੀਆ ਜਿੱਤਿਆ। ਫਿਰ ਉਹ ਇੰਡੀਆ ਵੱਲ ਵਧਣਾ ਸ਼ੁਰੂ ਕਰਿਆ। ਤਾਂ ਇੰਡੀਆ ਵੱਲ ਵਧੇਗਾ ਤਾਂ ਈਰਾਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਆਏਗਾ ਅਫਗਾਨਿਸਤਾਨ ਵਾਲਾ ਏਰੀਆ, ਠੀਕ ਹੈ ਜੀ। ਅਫਗਾਨਿਸਤਾਨ ਦੇ ਵਿੱਚ ਉਹਨੇ ਕਾਬੁਲ ਨੂੰ ਜਿੱਤ ਲਿਆ। ਕਿਹਨੂੰ ਜਿੱਤ ਲਿਆ? ਕਾਬੁਲ ਨੂੰ ਜਿੱਤਿਆ ਤੇ ਖੈਬਰ ਦर्रा ਪਾਰ ਕਰਕੇ ਇੰਡੀਆ ਵੱਲ ਆਇਆ। ਤਾਂ ਇੰਡੀਆ ਦੇ ਵਿੱਚ ਸਭ ਤੋਂ ਪਹਿਲਾਂ ਏਰੀਆ ਆਊਗਾ ਤਕਸ਼ੀਲਾ ਗੰਧਾਰ ਦਾ ਏਰੀਆ। ਕਿਹੜਾ? ਤਕਸ਼ੀਲਾ ਗੰਧਾਰ ਦਾ। ਤਾਂ 326 ਦੇ ਵਿੱਚ ਉਹਨੇ ਤਕਸ਼ਸ਼ੀਲਾ ਯਾਨੀ ਗੰਧਾਰ, ਠੀਕ ਹੈ, ਅਫਗਾਨਿਸਤਾਨ ਦੇ ਵਿੱਚ ਪੈਂਦਾ ਗੰਧਾਰ ਵਾਲਾ ਏਰੀਆ, ਬਟ ਤਕਸ਼ੀਲਾ ਐਟ ਪ੍ਰੈਜ਼ੈਂਟ ਪਾਕਿਸਤਾਨ ਦੇ ਵਿੱਚ ਹੈ। ਤਾਂ ਤਕਸ਼ੀਲਾ ਗੰਧਾਰ ਉੱਤੇ ਚੜ੍ਹਾਈ ਕਰੀ ਹੈ ਜੀ। ਉੱਥੇ ਦਾ ਰਾਜਾ ਸੀਗਾ ਰਾਜਾ ਅੰਬੀ। ਕੌਣ ਸੀਗਾ? ਰਾਜਾ ਅੰਬੀ। ਇਹਨੇ ਪਹਿਲਾਂ ਹੀ ਸਰੈਂਡਰ ਕਰਤਾ। ਸਰੈਂਡਰ ਇਨ ਦਾ ਸੈਂਸ ਕਿ ਬਸ ਪਹਿਲਾਂ ਹੀ ਇਹ ਕਹੇ ਵੀ ਮੈਂ ਲੜਨਾ ਹੀ ਨਹੀਂ, ਇਹ ਤਾਂ ਵੈਲਕਮ ਕਰਨ ਨੂੰ ਖੜਿਆ ਸੀਗਾ ਉਹਦਾ, ਠੀਕ ਆ। ਤਾਂ ਇਹਨੇ ਵੈਲਕਮ ਕਰਿਆ ਜੀ। ਬਟ ਜਦੋਂ ਇਹ ਅੱਗੇ ਵਧਿਆ, ਅੰਬੀ ਦੇ ਰਾਜ ਤੋਂ ਅੱਗੇ ਵਧਿਆ, ਤਾਂ ਉੱਥੇ ਇਹਨੂੰ ਟੱਕਰ ਗਿਆ ਬਈ ਰਾਜਾ ਪੁਰੂ ਯਾਨੀ ਪੋਰਸ, ਠੀਕ ਹੈ। ਹਾਲਾਂਕਿ ਰਾਜਾ ਪੋਰਸ ਬਾਰੇ ਇੰਡੀਆ ਦੇ ਕਿਸੇ ਵੀ ਸੋਰਸ ਦੇ ਵਿੱਚ ਮੈਂਸ਼ਨ ਨਹੀਂ ਹੈ। ਆਪਾਂ ਨੂੰ ਪੋਰਸ ਬਾਰੇ ਜੋ ਵੀ ਜਾਣਕਾਰੀ ਮਿਲਦੀ ਹੈ ਸਿਰਫ ਔਰ ਸਿਰਫ ਯੂਨਾਨ ਦੀ ਕਿਤਾਬਾਂ ਤੋਂ ਹੀ ਮਿਲਦੀ ਹੈ। ਇੰਡੀਆ ਦੇ ਵਿੱਚ ਕਿਤੇ ਵੀ ਪੋਰਸ ਦਾ ਮੈਂਸ਼ਨ ਨਹੀਂ ਹੈ, ਯਾਦ ਰੱਖਣਾ, ਠੀਕ ਹੈ। ਤਾਂ ਰਾਜਾ ਪੁਰੂ ਯਾਨੀ ਪੋਰਸ ਨੇ ਸਿਕੰਦਰ ਨੂੰ ਸਮਰਪਣ ਕਰਨ ਤੋਂ ਕਿਆ ਕਰਤਾ ਵੀ? ਮਨਾ ਕਰਤਾ। ਪੋਰਸ ਦਾ ਜਿਹੜਾ ਸਾਮਰਾਜ ਹੈ ਉਹ ਜੇਲਮ ਨਦੀ ਤੇ ਚਨਾਬ ਨਦੀ ਦੇ ਵਿਚਕਾਰ ਦਾ ਸੀਗਾ। ਪੋਰਸ ਦਾ ਜਿਹੜਾ ਰਾਜ ਹੈ ਜੀ, ਸਾਮਰਾਜ ਹੈ, ਉਹ ਜੇਲਮ ਤੇ ਚਨਾਬ ਦੇ ਵਿਚਕਾਰ ਵਾਲਾ ਸੀਗਾ, ਠੀਕ ਹੈ। ਤਾਂ ਉਹਨੇ ਮਨਾ ਕਰਤਾ ਤਾਂ ਯੁੱਧ ਹੋਇਆ। ਨੋਰਮਲ ਜੀ ਗੱਲ ਹੈ, ਯੁੱਧ ਹੋਣਾ ਹੀ ਸੀਗਾ। ਉਸ ਯੁੱਧ ਨੂੰ ਕਿਹਾ ਜਾਂਦਾ ਹੈ ਜੀ ਜੇਲਮ ਦਾ ਯੁੱਧ। ਕੀ ਕਿਹਾ ਜਾਂਦਾ ਹੈ? ਜੇਲਮ ਦਾ ਯੁੱਧ ਜਾਂ ਫਿਰ ਬੈਟਲ ਆਫ ਹੈਡਸਪੀਸ। ਕਿਉਂਕਿ ਜੇਲਮ ਨੂੰ ਗ੍ਰੀਕ ਯਾਨੀ ਯੂਨਾਨੀ ਭਾਸ਼ਾ ਦੇ ਵਿੱਚ ਕੀ ਕਿਹਾ ਜਾਂਦਾ ਹੈ? ਹੈਡਸਪੀਸ ਕਿਹਾ ਜਾਂਦਾ ਹੈ। ਤਾਂ ਹੈਡਸਪੀਸ ਯਾਨੀ ਜੇਲਮ ਨਦੀ ਦਾ ਯੁੱਧ ਹੋਇਆ 326 ਈਸਾ ਪੂਰਵ ਦੇ ਵਿੱਚ, ਠੀਕ ਹੈ। ਤਾਂ ਯੁੱਧ ਬਾਰੇ ਆਪਾਂ ਨੂੰ ਬਸ ਇੰਨਾ ਕੀ ਪਤਾ ਹੈ ਕਿ ਹਾਂ ਯੁੱਧ ਬਹੁਤ ਖਤਰਨਾਕ ਯੁੱਧ ਹੋਇਆ ਪੋਰਸ ਤੇ ਸਿਕੰਦਰ ਦੇ ਵਿੱਚ। ਤੇ ਸਿਕੰਦਰ ਹੈ ਜਿਹੜਾ ਉਹ ਪੋਰਸ ਦੀ ਬਰੇਵਰੀ ਤੋਂ ਪ੍ਰਭਾਵਿਤ ਹੋਇਆ, ਬਟ ਜਿੱਤੇ ਸਿਕੰਦਰ ਹੀ ਸੀਗਾ, ਹਨਾ। ਕਿਉਂਕਿ ਆਪਾਂ ਨੂੰ ਦੇਖੋ ਆਪਣੇ ਇੰਡੀਆ ਦੇ ਵਿੱਚ ਤਾਂ ਕੋਈ ਸੋਰਸ ਹੈ ਨਹੀਂ ਇਹਨਾਂ ਦੀ ਹਿਸਟਰੀ ਦਾ, ਜੋ ਵੀ ਹੈ ਯੂਨਾਨ ਤੋਂ ਹੀ ਪਤਾ ਲੱਗਦਾ ਹੈ। ਤਾਂ ਉਹਨਾਂ ਦੀ ਬੁੱਕਸ ਦੇ ਵਿੱਚ ਇਹੀ ਹੈ ਕਿ ਹਾਂ ਸਿਕੰਦਰ ਜਿੱਤਿਆ ਸੀਗਾ, ਪਰ ਸਿਕੰਦਰ ਖੁਸ਼ ਹੋ ਗਿਆ ਸੀਗਾ ਪੋਰਸ ਤੋਂ, ਤਾਂ ਪੋਰਸ ਨੂੰ ਵਾਪਸ ਉਹਦਾ ਸਾਮਰਾਜ ਦੇਤਾ। ਦੋਨੇ ਫਰੈਂਡ ਬਣ ਗਏ ਸੀ, ਠੀਕ ਹੈ। ਬਸ ਇੰਨਾ ਕੀ ਇਹਨਾਂ ਬਾਰੇ ਪਤਾ ਹੈ। ਪੋਰਸ ਦੀ ਹਿੰਮਤ ਤੋਂ ਪ੍ਰਭਾਵਿਤ ਹੋ ਕੇ ਸਿਕੰਦਰ ਨੇ ਆਪਣਾ ਰਾਜ ਜਿਹੜਾ ਵਾਪਸ ਕਰ ਦਿੱਤਾ ਤੇ ਦੋਵੇਂ ਦੋਸਤ ਬਣ ਗਏ। ਸਿਕੰਦਰ ਨੇ ਬਾਅਦ ਵਿੱਚ ਦੋ ਸ਼ਹਿਰਾਂ ਦੀ ਸਥਾਪਨਾ ਕੀਤੀ ਹੈ ਜੀ, ਨਿਕੀਆ ਤੇ ਬੁਸੇਫੈਲਸ ਜਾਂ ਬੁਕੇਫੈਲਸ, ਠੀਕ ਹੈ। ਬੁਸੇਫੈਲਸ ਜਾਂ ਕਿਉਂ ਬਣਾਇਆ? ਕਿਉਂਕਿ ਉਹਨੇ ਆਪਣਾ ਘੋੜਾ ਜਿਹੜਾ ਉਹਦੀ ਯਾਦ ਚ ਬਣਾਇਆ ਜਿਹੜਾ ਯੁੱਧ ਤੋਂ ਬਾਅਦ ਮਾਰਿਆ ਗਿਆ ਸੀਗਾ, ਠੀਕ ਹੈ। ਫਿਰ ਜੀ ਅੱਗੇ ਆਂਦੀ ਹੈ ਬਿਆਸ ਨਦੀ, ਠੀਕ ਹੈ। ਬਿਆਸ ਨਦੀ ਨੂੰ ਕ੍ਰੋਸ ਕਰਨ ਤੋਂ ਮਨਾ ਕਰ ਦਿੰਦੀ ਹੈ ਉਹਦੀ ਫੌਜ, ਠੀਕ ਹੈ। ਫੌਜ ਨੇ ਬਿਆਸ ਨਦੀ ਤੋਂ ਅੱਗੇ ਵਧਣ ਤੋਂ ਮਨਾ ਕਰਤਾ ਸਿਕੰਦਰ ਦੀ। ਕਿਉਂ? ਕਿਉਂਕਿ ਕਾਰਨ ਅਲੱਗ-ਅਲੱਗ ਹੈਗੇ ਆ, ਆਪਾਂ ਨੂੰ ਕੋਈ ਜ਼ਰੂਰਤ ਨਹੀਂ ਕਾਰਨ ਜਾਣਨ ਦੀ, ਠੀਕ ਹੈ। ਸਿੰਪਲ ਜੇ ਦੋ ਤਿੰਨ ਕਾਰਨ ਤੁਸੀਂ ਚਲੋ ਯਾਦ ਰੱਖ ਲਓ। ਇੱਕ ਤਾਂ ਕਿਹਾ ਜਾਂਦਾ ਕਿ ਫੌਜ ਜਿਹੜੀ ਬਹੁਤ ਜ਼ਿਆਦਾ ਥੱਕੀ ਹੋਈ ਸੀ ਇਸ ਕਰਕੇ। ਦੂਜਾ ਇਹ ਹੈ ਕਿ ਉਹਦੀ ਫੌਜ ਦੇ ਵਿੱਚ ਆਪਸ ਦੇ ਵਿੱਚ ਹੀ ਫੁੱਟ ਪਈ ਹੋਈ ਸੀ, ਕਿਉਂਕਿ ਜਿੱਥੋਂ ਉਹ ਸਟਾਰਟ ਹੋਇਆ ਸੀ ਉਹ ਯੂਨਾਨ ਦੀ ਸੈਨਾ ਸੀਗੀ। ਅੱਗੇ ਜਿੱਦਾਂ ਜਿੱਦਾਂ ਸਿਕੰਦਰ ਵੱਧਦਾ ਗਿਆ ਅਲੱਗ-ਅਲੱਗ ਇਲਾਕੇ ਉਹਨੇ ਜਿੱਤੇ ਆ ਤੇ ਉਹਨਾਂ ਦੇ ਜਿਹੜੇ ਹਾਰੀ ਹੋਈ ਸੈਨਾ ਹੈਗੀ ਹੈ ਉਹ ਆਪਣੀ ਸੈਨਾ ਦੇ ਵਿੱਚੋਂ ਭਰਤੀ ਕਰਦਾ ਗਿਆ। ਅਲੱਗ-ਅਲੱਗ ਨਸਲਾਂ ਦੇ, ਜਾਤਾਂ ਦੇ, ਬੋਲੀਆਂ ਦੇ,
ਹਨਾ, ਸਮੁਦਾਇ ਦੇ ਸੈਨਿਕ ਉਹਨੇ ਭਰਤੀ ਕਰਨੇ ਸ਼ੁਰੂ ਕਰਤੇ, ਜਿਹਦੇ ਕਰਕੇ ਕੀ ਹੈ, ਆਪਸ ਦੇ ਵਿੱਚ ਸੈਨਾ ਦੀ ਬਣਨੀ ਬੰਦ ਹੋ ਗਈ। ਠੀਕ ਹੈ, ਇੱਕ ਇਹ ਵੀ ਕਾਰਨ ਦੱਸਿਆ ਜਾਂਦਾ ਕਿ ਸੈਨਾ ਦੇ ਵਿੱਚ ਫੁੱਟ ਪਈ ਹੋਈ ਸੀ ਤੇ ਜਿਹੜੇ ਯੂਨਾਨ ਦੇ ਸੈਨਿਕ ਸੀਗੇ ਉਹ ਬਾਕੀਆਂ ਦੇ ਨਾਲ ਭੇਦਭਾਵ ਕਰਦੇ ਸੀਗੇ। ਠੀਕ ਹੈ, ਕਿਉਂਕਿ ਉਹ ਹਾਰੇ ਹੋਏ ਸਾਮਰਾਜ ਦੇ ਸੈਨਿਕ ਸੀਗੇ, ਐਦਾਂ ਕਰਕੇ। ਠੀਕ ਹੈ, ਦੂਜਾ ਕੀ ਹੈ, ਬਿਆਸ ਤੋਂ ਇੱਧਰ ਸ਼ੁਰੂ ਹੋ ਜਾਂਦਾ ਸੀਗਾ ਮਗਧ, ਤੇ ਮਗਧ ਸੀਗਾ ਬਹੁਤ ਬਹੁਤ ਜ਼ਿਆਦਾ ਪਾਵਰਫੁਲ। ਠੀਕ ਹੈ, ਮਗਧ ਦੇ ਵਿੱਚ ਉਸ ਟਾਈਮ ਸੀਗੇ ਨੰਦਵੰਸ਼ ਦਾ ਰਾਜਾ ਸੀਗਾ ਧਨਾਨੰਦ, ਤਾਂ ਮਗਧ ਦਾ ਬਹੁਤ ਜ਼ਿਆਦਾ ਰੁਕਾ ਸੀਗਾ ਉਸ ਟਾਈਮ। ਤਾਂ ਸਿਕੰਦਰ ਨੂੰ ਵੀ ਇਹ ਸੀਗਾ ਕਿ ਕਿਆ ਪਤਾ ਇਹੋ ਜਿਹਾ ਹੋ ਜੇ ਕਿ ਇਹ ਜੇ ਛੋਟਾ ਜਿਹਾ ਸਾਮਰਾਜ ਸੀਗਾ ਪੋਰਸ ਨੇ ਇੰਨੀ ਵੱਡੀ ਟੱਕਰ ਦਈ ਹੈ, ਕੀ ਪਤਾ ਵੀ ਮਗਧ ਦਾ ਤਾਂ ਹੈ ਹੀ ਬਹੁਤ ਵੱਡਾ, ਇੱਕ ਮਤਲਬ ਬਹੁਤ ਬੜਾ ਹਊਆ ਸੀਗਾ ਮਗਧ ਦਾ, ਹਨਾ, ਕਿ ਕਿਆ ਪਤਾ ਯੁੱਧ ਹਾਰ ਜੇ ਤਾਂ ਇੰਨਾ ਜਿਹੜਾ ਮਿਹਨਤ ਹੈ ਸਾਰੀ ਬੇਕਾਰ ਚਲੀ ਜਾਏਗੀ। ਤਾਂ ਅਲੱਗ-ਅਲੱਗ ਸਟੋਰੀਜ਼ ਹੈਗੀਆਂ, ਥਿਓਰੀਆਂ, ਆਪਾਂ ਨੂੰ ਫਾਲਤੂ ਡਿਟੇਲ 'ਚ ਜਾਣ ਦੀ ਲੋੜ ਵੀ ਨਹੀਂ, ਬਸ ਇੰਨਾ ਯਾਦ ਰੱਖੋ ਕਿ ਹਾਂ ਬਿਆਸ ਤੋਂ ਵਾਪਸ ਮੁੜ ਗਿਆ। ਠੀਕ ਹੈ, ਆਪਣੇ ਜਿਹੜੇ ਇਲਾਕੇ ਉਹਨੇ ਜਿੱਤੇ ਹੈ ਪੰਜਾਬ ਅਫਗਾਨਿਸਤਾਨ ਵਾਲੇ, ਸਾਰੇ ਦੇ ਸਾਰੇ 4 ਹਿੱਸਿਆਂ 'ਚ ਉਹਨੇ ਵੰਡੇ, ਤੇ ਆਪਣਾ ਇੱਕ ਮੇਨ ਉਹਦਾ ਸੈਨਾਪਤੀ ਯਾਦ ਰੱਖੋ ਸੈਲੂਕਸ ਨਿਕੇਟਰ, ਇਹਨੂੰ ਸੌਂਪੇ ਤੇ ਆਪ ਸਿਕੰਦਰ ਵਾਪਸ ਹੋ ਗਿਆ। ਰਾਸਤੇ 'ਚ ਉਹਦੀ ਮੌਤ ਹੋ ਗਈ ਸੀਗੀ 323 BC ਦੇ ਵਿੱਚ, ਬੇਬੀਲੋਨ ਨਾਮਕ ਸਥਾਨ ਦੇ ਉੱਤੇ। ਬੇਬੀਲੋਨ ਕਿੱਥੇ ਹੈ? ਇਰਾਕ ਵਿੱਚ ਉਹਦੀ ਮੌਤ ਹੋ ਗਈ। ਠੀਕ ਹੈ, ਤਾਂ ਇੰਨਾ ਕੁ ਸਿਕੰਦਰ ਬਾਰੇ ਯਾਦ ਰੱਖਣਾ ਆਪਾਂ ਨੇ, ਬਹੁਤ ਹੈ। ਉਸ ਤੋਂ ਬਾਅਦ ਆਪਾਂ ਅੱਗੇ ਪੜਾਂਗੇ, 1 ਮਿੰਟ। ਠੀਕ ਹੈ ਜੀ, ਸਿਕੰਦਰ ਵਾਪਸ ਚਲਾ ਗਿਆ ਪੰਜਾਬ ਦੇ ਵਿੱਚ, ਆਪਣੇ ਯੂਨਾਨੀਆਂ ਨੂੰ ਛੱਡ ਗਿਆ, ਆਪਣੇ ਸੈਨਾਪਤੀਆਂ ਨੂੰ ਛੱਡ ਗਿਆ। ਠੀਕ ਹੈ, ਤਾਂ ਇਸੇ ਦੌਰਾਨ ਕੀ ਹੁੰਦਾ ਹੈ, ਜਿਹੜਾ ਪੋਰਸ ਸੀਗਾ, ਪੋਰਸ ਵੀ ਉਹਦਾ ਫਰੈਂਡ ਬਣ ਗਿਆ ਸੀਗਾ, ਹਨਾ, ਤਾਂ ਪੋਰਸ ਦੀ ਹੱਤਿਆ ਹੋ ਜਾਂਦੀ ਹੈ। ਕਿਹਨੇ ਕਰੀ ਹੈ ਨਹੀਂ ਪਤਾ, ਕੋਈ ਆਈਡੀਆ ਨਹੀਂ। ਅੰਬੀ ਦੇ ਉੱਤੇ ਵੀ ਦੋਸ਼ ਲੱਗਦੇ ਆ, ਚੰਦਰਗੁਪਤ ਮੌਰਿਆ ਨੂੰ ਵੀ ਕਿਹਾ ਜਾਂਦਾ ਹੈ, ਬਟ ਇਹ ਹੈ ਕਿ ਹਾਂ ਇੱਥੇ ਹੁਣ ਅਰਾਜਕਤਾ ਦਾ ਮਾਹੌਲ ਹੋ ਗਿਆ। ਯੂਨਾਨੀ ਵੀ ਹੈਗੇ ਆ, ਸਿਕੰਦਰ ਵਾਪਸ ਚਲਾ ਗਿਆ, ਬਟ ਯੂਨਾਨੀਆਂ ਨੂੰ ਛੱਡ ਗਿਆ, ਪੋਰਸ ਵੀ ਮਾਰਿਆ ਗਿਆ, ਤੇ ਹੋਰ ਜਿਹੜੇ ਲੋਕਲ ਰਾਜੇ ਸੀਗੇ ਉਹ ਵੀ ਸੋਚ ਰਹੇ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਹੁਣ ਸਿਕੰਦਰ ਤਾਂ ਚਲੇ ਗਿਆ, ਜਿਹੜੇ ਹਾਰੇ ਹੋਏ ਰਾਜੇ ਸੀਗੇ ਵੀ ਆਪਣਾ ਆਪਣਾ ਸਾਮਰਾਜ ਵਾਪਸ ਲੈ ਲੈਣ, ਹਨਾ। ਤਾਂ ਪੰਜਾਬ ਦੇ ਵਿੱਚ ਅਰਾਜਕਤਾ ਦਾ ਮਾਹੌਲ ਉਸ ਟਾਈਮ ਹੋਇਆ ਸੀਗਾ, ਤਾਂ ਇਸ ਅਰਾਜਕਤਾ ਦੇ ਮਾਹੌਲ ਦਾ ਫਾਇਦਾ ਚੱਕਿਆ ਚੰਦਰਗੁਪਤ ਮੌਰਿਆ ਨੇ। ਚੰਦਰਗੁਪਤ ਮੌਰਿਆ ਤਕਸ਼ੀਲਾ ਯੂਨੀਵਰਸਿਟੀ ਦਾ ਇੱਕ ਪ੍ਰੋਫੈਸਰ ਸੀਗਾ, ਚਾਣਕਿਆ। ਠੀਕ ਹੈ, ਚਾਣਕਿਆ ਦਾ ਸਟੂਡੈਂਟ ਸੀਗਾ। ਚਾਣਕਿਆ ਨੇ ਉਹਨੂੰ ਬਚਪਨ ਤੋਂ ਹੀ ਰੈਡੀ ਕਰਿਆ ਸੀਗਾ ਕਿ ਹਾਂ ਇੱਕ ਦਿਨ ਉਹਨੂੰ ਭਾਰਤ ਦਾ ਰਾਜਾ ਜਿਹੜਾ ਉਹ ਬਣਾਉਣਾ ਹੈ। ਠੀਕ ਹੈ, ਤਾਂ ਚਾਣਕਿਆ ਨੇ ਦੇਖਿਆ ਕਿ ਹਾਂ ਹਾਲਾਤ ਇਸ ਟਾਈਮ ਵਧੀਆ ਹੈ, ਅਨੁਕੂਲ ਹੈ, ਤਾਂ ਉਹਨੇ ਤੇ ਚੰਦਰਗੁਪਤ ਮੌਰਿਆ ਨੇ ਸੈਨਾ ਤਿਆਰ ਕਰੀ ਤੇ ਪੰਜਾਬ ਦੇ ਉੱਤੇ ਕਬਜ਼ਾ ਕਰ ਲਿਆ। ਠੀਕ ਹੈ, ਪੰਜਾਬ ਦੇ ਉੱਤੇ ਕਬਜ਼ਾ ਕਰ ਲਿਆ ਚੰਦਰਗੁਪਤ ਮੌਰਿਆ ਨੇ। ਤਾਂ ਇਸ ਤੋਂ ਬਾਅਦ ਆਪਾਂ ਪੜਾਂਗੇ ਜੀ ਮੌਰਿਆ ਰਾਜਵੰਸ਼। ਠੀਕ ਹੈ, ਚੰਦਰਗੁਪਤ ਮੌਰਿਆ ਤਾਂ ਉਹੀ ਹੈ, ਸਿਕੰਦਰ ਦੇ ਜਾਣ ਤੋਂ ਬਾਅਦ ਪੰਜਾਬ ਵਿੱਚ ਪੈਦਾ ਹੋਈ ਅਸ਼ਾਂਤੀ ਦਾ ਫਾਇਦਾ ਉਠਾ ਕੇ ਚਾਣਕਿਆ ਦੀ ਮਦਦ ਨਾਲ ਚੰਦਰਗੁਪਤ ਮੌਰਿਆ ਪੰਜਾਬ ਦਾ ਰਾਜਾ ਬਣ ਗਿਆ। ਠੀਕ ਹੈ ਜੀ, ਪਹਿਲਾਂ ਚੰਦਰਗੁਪਤ ਮੌਰਿਆ ਪੰਜਾਬ ਦਾ ਰਾਜਾ ਬਣਿਆ, ਫਿਰ ਇਸ ਨੇ ਬਦਲਾ ਲਿਆ ਨੰਦਵੰਸ਼ ਤੋਂ। ਇਹਨਾਂ ਦੀ ਆਪਣੀ ਪਰਸਨਲ ਖੁੰਦਕ ਸੀਗੀ ਹੀ। ਠੀਕ ਹੈ, ਤਾਂ ਉਹ ਯੁੱਧ ਹੋਇਆ ਜੀ, ਤੇ ਨੰਦਵੰਸ਼ ਦੇ ਆਖਰੀ ਰਾਜੇ ਧਨਾਨੰਦ ਨੂੰ ਮਾਰ ਦਿੱਤਾ ਗਿਆ। ਠੀਕ ਹੈ, ਚਾਣਕਿਆ ਦੀ ਮਦਦ ਨਾਲ ਨੰਦਵੰਸ਼ ਦੇ ਆਖਰੀ ਰਾਜੇ ਧਨਾਨੰਦ ਨੂੰ ਮਾਰ ਦਿੱਤਾ ਗਿਆ, ਤੇ ਮਗਧ ਦਾ ਰਾਜਾ ਵੀ ਬਣ ਗਿਆ। ਮਗਧ ਯਾਨੀ ਬਿਹਾਰ ਵਾਲਾ। ਅਜਿਹਾ ਪਹਿਲੀ ਵਾਰ ਹੋਇਆ ਕਿ ਪੂਰੇ ਪੰਜਾਬ ਵਾਲਾ ਏਰੀਆ ਤੇ ਅੱਗੇ ਪੂਰਾ ਮਗਧ ਵਾਲਾ ਏਰੀਆ ਕਿਸੇ ਇੱਕ ਸਿੰਗਲ ਬੰਦੇ ਦੇ ਹੱਥ ਦੇ ਵਿੱਚ ਆਇਆ ਹੋਵੇ, ਯਾਨੀ ਕੰਪਲੀਟ ਆਪਣਾ ਨਾਰਥ ਇੰਡੀਆ, ਉੱਤਰ ਭਾਰਤ ਇੱਕ ਬੰਦੇ ਦੇ ਕੰਟਰੋਲ ਦੇ ਵਿੱਚ ਸੀਗਾ ਚਾਣਕਿਆ। ਪਹਿਲੀ ਵਾਰ ਪੂਰੇ ਉੱਤਰ ਭਾਰਤ ਨੂੰ ਇਕਜੁੱਟ ਕੀਤਾ ਬਈ ਚੰਦਰਗੁਪਤ ਮੌਰਿਆ ਨੇ। ਠੀਕ ਹੈ, ਤਾਂ ਹੁਣ ਜਿਹੜੇ ਇਲਾਕੇ ਸਿਕੰਦਰ ਆਪਣੇ ਸੈਨਾਪਤੀ ਸੈਲੂਕਸ ਨਿਕੇਟਰ ਨੂੰ ਛੱਡ ਕੇ ਗਿਆ ਸੀਗਾ, ਹਨਾ, ਸੌਂਪ ਕੇ ਗਿਆ ਸੀ, ਹੁਣ ਸੈਲੂਕਸ ਨਿਕੇਟਰ ਸੋਚ ਰਿਹਾ ਕਿ ਚਲੋ ਸਿਕੰਦਰ ਤਾਂ ਵਾਪਸ ਮੁੜ ਗਿਆ, ਹਨਾ, ਸਿਕੰਦਰ ਦੀ ਤਾਂ ਚਲੋ ਡੈਥ ਵੀ ਹੋ ਗਈ, ਹੁਣ ਤਾਂ ਸਿਕੰਦਰ ਹੈ ਹੀ ਨਹੀਂ, ਕਿਉਂ ਨਾ ਮੈਂ ਇੰਡੀਆ ਨੂੰ ਜਿੱਤ ਲਾਂ, ਹਨਾ। ਉਹ ਅਟੈਕ ਕਰਦਾ ਜੀ, ਪਰ ਅੰਦਰ ਸੀਗਾ ਚੰਦਰਗੁਪਤ ਮੌਰਿਆ ਇੰਡੀਆ ਦੇ ਵਿੱਚ। ਯੁੱਧ ਹੁੰਦਾ ਹੈ, ਤੇ ਜਿਹੜੇ ਇਲਾਕੇ 4 ਸੈਲੂਕਸ ਨਿਕੇਟਰ ਕੋਲ ਸੀਗੇ, ਉਹ ਚਾਰੋਂ ਦੇ 4 ਸੈਲੂਕਸ ਨਿਕੇਟਰ ਨੂੰ ਚੰਦਰਗੁਪਤ ਨੂੰ ਦੇਣੇ ਪੈ ਜਾਂਦੇ ਆ, ਇੰਨੀ ਬੁਰੀ ਤਰ੍ਹਾਂ ਹਾਰਦਾ ਸੈਲੂਕਸ ਨਿਕੇਟਰ। ਚਾਰੇ ਦੇ 4 ਇਲਾਕੇ ਉਹਨੇ ਚੰਦਰਗੁਪਤ ਮੌਰਿਆ ਨੂੰ ਸੌਂਪੇ, ਨਾਲੇ ਆਪਣੀ ਕੁੜੀ ਦਾ ਵਿਆਹ ਵੀ ਚੰਦਰਗੁਪਤ ਮੌਰਿਆ ਦੇ ਨਾਲ ਕਰਿਆ। ਤਾਂ 305 ਈਸਵੀ ਪੂਰਵ ਦੇ ਵਿੱਚ ਸਿਕੰਦਰ ਦੇ ਸੈਨਾਪਤੀ ਸੈਲੂਕਸ ਨਿਕੇਟਰ ਨੂੰ ਹਰਾ ਕੇ ਹੈਰਾਤ, ਕੰਧਾਰ, ਬਲੋਚਿਸਤਾਨ ਤੇ ਕਾਬੁਲ, ਇਹ 4 ਇਲਾਕੇ ਸੀਗੇ, ਇਹ ਵਾਪਸ ਇੰਡੀਆ ਦੇ ਵਿੱਚ ਮਿਲਾਏ ਆ ਚੰਦਰਗੁਪਤ ਮੌਰਿਆ ਨੇ। ਹੁਣ ਹਿੰਦੂ ਕੁਸ਼ ਦੀ ਪਹਾੜੀਆਂ, ਜਿੱਥੋਂ ਇੰਡੀਆ ਸ਼ੁਰੂ ਹੁੰਦਾ ਸੀ, ਉਸ ਤੋਂ ਪਿੱਛੇ ਕਰਤੇ ਦੁਬਾਰੇ ਯੂਨਾਨੀ। ਠੀਕ ਹੈ, ਯਾਨੀ ਓਰੀਜਨਲ ਇੰਡੀਆ ਕਿੱਥੋਂ ਸ਼ੁਰੂ ਹੁੰਦਾ ਸੀਗਾ? ਹਿੰਦੂ ਕੁਸ਼ ਦੀ ਪਹਾੜੀਆਂ ਤੋਂ, ਉੱਥੇ ਤੱਕ ਦੁਬਾਰੇ ਆਪਣਾ ਸਾਮਰਾਜ ਇਸਟੈਬਲਿਸ਼ ਕਰ ਲਿਆ ਚੰਦਰਗੁਪਤ ਮੌਰਿਆ ਨੇ। ਦੋਹਾਂ ਦੇ ਵਿਚਕਾਰ ਬਾਰਡਰ ਕਿਹਨੂੰ ਬਣਾਇਆ? ਮਗਧ ਅਤੇ ਯੂਨਾਨ ਦੇ ਵਿਚਕਾਰ ਬਾਰਡਰ ਬਣ ਗਏ ਜੀ ਹਿੰਦੂ ਕੁਸ਼ ਦੀ ਪਹਾੜੀਆਂ, ਜਿਹੜੀ ਕਿ ਅੱਜ ਅਫਗਾਨਿਸਤਾਨ ਦੇ ਵਿੱਚ ਹੈ। ਠੀਕ ਹੈ, ਸੈਲੂਕਸ ਨਿਕੇਟਰ ਦੀ ਧੀ ਸੀਗੀ ਜੀ ਹੈਲੇਨਾ, ਜਾਂ ਉਹਨੂੰ ਕਾਰਲੇਨਾ ਵੀ ਕਿਹਾ ਜਾਂਦਾ ਹੈ, ਉਹਦੇ ਨਾਲ ਵਿਆਹ ਕਰਿਆ, ਤੇ
ਇੱਕ ਯੂਨਾਨੀ ਰਾਜਦੂਤ ਮੈਗਸਥਨੀਜ਼ ਹੈ ਜਿਹੜਾ, ਉਹ ਵੀ ਦਰਬਾਰ ਦੇ ਵਿੱਚ ਆਇਆ, ਤੇ ਮੈਗਸਥਨੀਜ਼ ਦੀ ਕਿਤਾਬ ਹੈ ਜਿਹੜੀ ਇੰਡੀਕਾ, ਉਹ ਵੀ ਪੁੱਛੀ ਜਾਂਦੀ ਹੈ ਪੇਪਰ ਦੇ ਵਿੱਚ। ਇਹ ਬਿਲਕੁਲ ਬੇਸਿਕ ਜੀ ਕਾਮਨ ਜੀ ਗੱਲਾਂ ਹੈ, ਥੋੜੀ ਬਹੁਤੀ ਵੀ ਜਿਹਨੇ ਤਿਆਰੀ ਕਰੀ ਹੁੰਦੀ ਹੈ ਉਹਨੂੰ ਆਲਰੇਡੀ ਪਤਾ ਹੁੰਦਾ ਇਹਨਾਂ ਸਾਰੇ ਪੁਆਇੰਟ, ਠੀਕ ਹੈ। ਕਿਉਂਕਿ ਪੰਜਾਬ ਦੀ ਜੀਕੇ ਤਾਂ ਤੁਸੀਂ ਹੁਣ ਪੜ੍ਹ ਰਹੇ ਹੋ, ਇੰਡੀਆ ਦੀ ਜੀਕੇ ਤਾਂ ਆਪਾਂ ਨੇ ਪਹਿਲਾਂ ਪੜ੍ਹੀ ਹੈ ਨਾ, ਇਹ ਸਾਰਾ ਕੁਝ ਇੰਡੀਆ ਦੀ ਜੀਕੇ ਦੇ ਵਿੱਚ ਆਪਾਂ ਆਲਰੇਡੀ ਪੜ੍ਹ ਚੁੱਕੇ ਹਾਂ। ਆਪਾਂ ਤਾਂ ਬਸ ਜਸਟ ਕੀ ਹੈ ਕਿ ਪੰਜਾਬ ਦੇ ਥੋੜੇ ਜਿਹੇ ਪੁਆਇੰਟ ਆਫ ਵਿਊ ਨਾਲ ਇੱਕ ਫਲੋ, ਇੱਕ ਕ੍ਰੋਨੋਲੋਜੀ ਹੈ ਜਿਹੜੀ ਉਹ ਬਣਾ ਰਹੇ ਹਾਂ, ਠੀਕ ਹੈ। ਕੱਲੇ ਕੱਲੇ ਚੈਪਟਰ ਦੇ ਉੱਤੇ ਪੂਰਾ ਪੂਰਾ, ਮਤਲਬ ਕੱਲੇ ਕੱਲੇ ਟੌਪਿਕ ਦੇ ਉੱਤੇ ਪੂਰਾ ਪੂਰਾ ਚੈਪਟਰ ਹੈ। ਆਪਾਂ ਜਸਟ ਕੀ ਕਰ ਰਹੇ ਹਾਂ, ਥੋੜਾ ਥੋੜਾ ਓਵਰਵਿਊ ਲੈ ਰਹੇ ਹਾਂ ਸਾਰੀ ਚੀਜ਼ਾਂ ਦਾ। ਇਹ ਉਹੀ ਸਾਰੀ ਗੱਲਾਂ ਅੰਗਰੇਜ਼ੀ 'ਚ ਲਿਖੀਆਂ, ਕਿਸੇ ਨੇ ਅੰਗਰੇਜ਼ੀ 'ਚ ਨੋਟ ਕਰਨਾ ਤਾਂ ਸਕਰੀਨਸ਼ਾਟ ਲੈ ਸਕਦਾ ਹੈ। ਨੈਕਸਟ ਹੈ ਜੀ ਚੰਦਰਗੁਪਤ ਮੌर्य ਤੋਂ ਬਾਅਦ ਬਿੰਦੂਸਾਰ, ਉਹਦਾ ਮੁੰਡਾ ਹੁੰਦਾ ਹੈ, ਉਹ ਰਾਜਾ ਬਣਦਾ ਹੈ, ਬਸ ਹੋਰ ਕੁਝ ਨਹੀਂ ਇਹਦੇ ਬਾਰੇ ਯਾਦ ਰੱਖਣਾ, ਠੀਕ ਹੈ। ਬਿੰਦੂਸਾਰ ਆਇਆ ਜੀ। ਬਿੰਦੂਸਾਰ ਤੋਂ ਬਾਅਦ ਆਉਂਦਾ ਹੈ ਜੀ ਅਸ਼ੋਕ। ਬਿੰਦੂਸਾਰ ਤੋਂ ਬਾਅਦ ਕੌਣ ਆਉਂਦਾ ਹੈ? ਅਸ਼ੋਕ। ਇਹਦੇ ਪਿਤਾ ਦਾ ਨਾਮ ਬਿੰਦੂਸਾਰ ਹੋ ਗਿਆ, ਮਾਤਾ ਦਾ ਨਾਮ ਸੀਗੀ ਧਰਮਾ ਜਾਂ ਸੁਬੰਦਰੰਗੀ, ਠੀਕ ਹੈ। ਅਸ਼ੋਕ ਹੈ ਜਿਹੜਾ ਉਜੈਨ ਦਾ ਗਵਰਨਰ ਹੁੰਦਾ ਸੀਗਾ, ਉਜੈਨ ਦਾ ਰਾਜਪਾਲ ਬਣਾਇਆ ਹੋਇਆ ਸੀਗਾ। ਬਟ ਪੰਜਾਬ ਵਾਲਾ ਜਿਹੜਾ ਏਰੀਆ, ਗੰਧਾਰ ਤਕਸ਼ੀਲਾ ਵਾਲਾ ਜਿਹੜਾ ਸੀਗਾ, ਪੰਜਾਬ ਦੇ ਵਿੱਚ ਗੰਧਾਰ ਤਕਸ਼ੀਲਾ ਦਾ ਜਿਹੜਾ ਏਰੀਆ ਸੀਗਾ, ਉੱਥੇ ਵਿਦਰੋਹ ਹੋ ਜਾਂਦਾ ਹੈ ਬਿੰਦੂਸਾਰ ਦਾ, ਠੀਕ ਹੈ। ਉੱਥੇ ਦੇ ਲੋਕ ਬਿੰਦੂਸਾਰ ਦਾ ਵਿਦਰੋਹ ਕਰਦੇ ਆ, ਫਿਰ ਭੇਜਿਆ ਜਾਂਦਾ ਅਸ਼ੋਕ ਨੂੰ ਉਹਦਾ ਗਵਰਨਰ ਬਣਾ ਕੇ, ਠੀਕ ਹੈ। ਬਾਅਦ ਵਿੱਚ ਅਸ਼ੋਕ ਨੂੰ ਤਕਸ਼ਸ਼ੀਲਾ ਯਾਨੀ ਗੰਧਾਰ ਦਾ ਗਵਰਨਰ ਬਣਾਇਆ ਗਿਆ। ਇਹਨੇ ਵਿਦਰੋਹ ਨੂੰ ਦਬਾਇਆ ਬੜੇ ਵਧੀਆ ਤਰੀਕੇ ਦੇ ਨਾਲ, ਠੀਕ ਹੈ। ਤੇ ਤਕਸ਼ਸ਼ੀਲਾ ਬਾਰੇ ਨਾ ਇੱਕ ਗੱਲ ਯਾਦ ਰੱਖ ਲਿਓ, ਕਈ ਵਾਰੀ ਕੁਐਸਚਨ ਆ ਜਾਂਦਾ ਹੈ। ਤਕਸ਼ਸ਼ੀਲਾ ਦੇ ਵਿੱਚ ਪੂਰੀ ਦੁਨੀਆ ਦੀ ਸਭ ਤੋਂ ਪਹਿਲੀ ਯੂਨੀਵਰਸਿਟੀ ਤਕਸ਼ਸ਼ੀਲਾ ਯੂਨੀਵਰਸਿਟੀ ਹੈ, ਇੱਕ ਤਾਂ ਇਹ ਯਾਦ ਰੱਖ ਲਓ, ਠੀਕ ਹੈ। ਤਕਸ਼ਸ਼ੀਲਾ ਸ਼ਹਿਰ ਬਸਾਇਆ ਕਿਨੇ ਹੈ? ਤਾਂ ਤਕਸ਼ਸ਼ੀਲਾ ਸ਼ਹਿਰ ਭਗਵਾਨ ਰਾਮ ਦੇ ਭਰਾ ਭਰਤ ਦਾ ਮੁੰਡਾ ਸੀਗਾ ਤਕਸ਼, ਉਹਨੇ ਬਸਾਇਆ ਸੀਗਾ, ਠੀਕ ਹੈ ਜੀ। ਭਗਵਾਨ ਰਾਮ ਦੇ ਭਰਾ ਭਰਤ ਦੇ ਮੁੰਡੇ ਤਕਸ਼ ਨੇ ਬਸਾਇਆ ਸੀਗਾ ਤਕਸ਼ਸ਼ੀਲਾ, ਠੀਕ ਹੈ। ਇਹ ਯਾਦ ਰੱਖਣਾ। ਬਾਕੀ ਅਸ਼ੋਕ ਬਾਰੇ ਕੋਈ ਮਤਲਬ ਲਿਮਿਟ ਹੀ ਨਹੀਂ ਹੈ, ਆਪਾਂ ਜਿੰਨਾ ਮਰਜ਼ੀ ਪੜ੍ਹ ਸਕਦੇ ਹਾਂ ਸਮਰਾਟ ਅਸ਼ੋਕ ਬਾਰੇ, ਬਟ ਆਪਾਂ 2-4 ਪੁਆਇੰਟ ਬਸ ਦੇਖ ਲੈਂਦੇ ਹਾਂ ਮੇਨ ਜੇ। ਜਿਵੇਂ 261 ਈਸਵੀ ਦੇ ਵਿੱਚ, 261 ਈਸਵੀ ਪੂਰਵ ਦੇ ਵਿੱਚ ਜਦੋਂ ਉਸ ਨੂੰ ਰਾਜਾ ਬਣੇ ਨੂੰ 9 ਸਾਲ ਹੋਏ ਸੀ, ਤਾਂ ਅਸ਼ੋਕ ਨੇ ਕਿੱਥੇ ਹਮਲਾ ਕਰਿਆ ਸੀਗਾ? ਉੜੀਸਾ ਯਾਨੀ ਕਲਿੰਗ ਤੇ ਹਮਲਾ ਕਰਿਆ ਸੀਗਾ। ਉੜੀਸਾ ਯਾਨੀ ਕਲਿੰਗ ਤੇ ਹਮਲਾ ਕਰਿਆ। ਉਸ ਟਾਈਮ ਕਲਿੰਗ ਦੀ ਰਾਜਧਾਨੀ ਸੀਗੀ ਤੋਸਲੀ, ਜਿਹੜੀ ਕਿ ਹਾਥੀਆਂ ਵਾਸਤੇ ਬਹੁਤ ਫੇਮਸ ਸੀਗੀ, ਤੇ ਅਸ਼ੋਕ ਨੂੰ ਵੀ ਇਹ ਸੀਗਾ ਕਿ ਇੱਥੋਂ ਯੁੱਧ ਵਾਸਤੇ ਹਾਥੀ ਮਿਲ ਸਕਦੇ ਆ। ਪਰ ਇੰਨੀ ਜ਼ਿਆਦਾ ਮਾਰ ਘਾਟ, ਲੱਖਾਂ ਬੰਦਿਆਂ ਦਾ ਕਤਲੇਆਮ ਦੇਖ ਕੇ ਕਿਹਾ ਜਾਂਦਾ ਕਿ ਉਹਦਾ ਦਿਲ ਪਿੰਗਲ ਗਿਆ ਬਈ, ਠੀਕ ਹੈ। ਉਹਦਾ ਦਿਲ ਪਿੰਗਲ ਗਿਆ, ਉਹ ਉਦਾਸ ਰਹਿਣ ਲੱਗਿਆ, ਤੇ ਇਸ ਗੱਲ ਦਾ ਮਤਲਬ ਪਤਾ ਲੱਗਿਆ ਜਿਹੜੇ ਹੋਰ ਉਸ ਟਾਈਮ ਦੇ ਬੌਧ ਭਿਕਸ਼ੂ ਸੀਗੇ, ਤਾਂ ਉਹ ਮਿਲੇ ਅਸ਼ੋਕ ਨੂੰ, ਹਨਾ। ਉਹਨੂੰ ਥੋੜੇ ਧਰਮ ਦੀ ਗੱਲਾਂ ਦੱਸੀਆਂ, ਉਹਨੂੰ ਕਿਹਾ ਯੁੱਧ ਵਗੈਰਾ ਛੱਡ ਦੇ, ਹਨਾ, ਵੀ ਮਤਲਬ ਥੋੜਾ ਸ਼ਾਂਤੀ ਦਾ ਪਾਠ ਪੜਾਇਆ, ਕਿਉਂਕਿ ਬੁੱਧੀਜ਼ਮ ਦੇ ਵਿੱਚ ਸਭ ਤੋਂ ਮੇਨ ਚੀਜ਼ ਕੀ ਹੈ? ਅਹਿੰਸਾ, ਹਨਾ। ਤਾਂ ਉਹਨੂੰ ਅਹਿੰਸਾ ਦਾ ਪਾਠ ਵਗੈਰਾ ਪੜਾਇਆ, ਤਾਂ ਉਹ ਮੰਨ ਗਿਆ ਬਈ, ਤਾਂ ਫਿਰ ਉਹਨੂੰ ਮਤਲਬ ਉਹਨੂੰ ਬੁੱਧ ਧਰਮ ਦੀ ਦੀਕਸ਼ਾ ਹੈ ਜਿਹੜੀ ਉਹ ਦੇਤੀ। ਕਲਿੰਗ ਯੁੱਧ ਤੋਂ ਬਾਅਦ ਅਸ਼ੋਕ ਨੇ ਬੌਧੀ ਭਿਕਸ਼ੂ ਉਪਗੁਪਤ ਦੇ ਕਹਿਣ ਤੇ ਬੁੱਧ ਧਰਮ ਦੀ ਦੀਕਸ਼ਾ ਪ੍ਰਾਪਤ ਕੀਤੀ। ਪਹਿਲਾਂ ਉਹ ਸ਼ਿਵ ਦੀ ਪੂਜਾ ਕਰਦਾ ਸੀਗਾ, ਸ਼ੈਵ ਧਰਮ ਦੇ ਵਿੱਚ ਉਹਦਾ ਯਕੀਨ ਸੀਗਾ, ਠੀਕ ਹੈ। ਅਸ਼ੋਕ ਨੇ ਹੁਣ ਯੁੱਧ ਕਰਨਾ ਵਗੈਰਾ ਸਭ ਕੁਝ ਛੋੜ ਦਿੱਤਾ ਬਈ। ਭੇਰੀ ਘੋਸ਼ ਜਾਂ ਭੇਰੀ ਘੋਸ਼ ਹਿੰਦੀ ਦੇ ਵਿੱਚ ਇਹਨੂੰ ਕਿਹਾ ਜਾਂਦਾ ਹੈ, ਯੁੱਧ ਕਰਨਾ ਇਹਨੇ ਛੱਡਤਾ। ਇਹਨੇ ਹੁਣ ਮਤਲਬ ਯੁੱਧ ਦਾ ਰਾਸਤਾ ਛੱਡਤਾ। ਹੁਣ ਇਹਨੇ ਧੰਮ ਘੋਸ਼, ਇਹਨੂੰ ਹਿੰਦੀ 'ਚ ਕੀ ਕਿਹਾ ਜਾਂਦਾ? ਧੰਮ ਘੋਸ਼, ਯਾਨੀ ਇਹਨੇ ਹੁਣ ਧਰਮ ਦਾ ਰਾਸਤਾ ਅਪਣਾ ਲਿਆ। ਧਾਰਮਿਕ ਗੁਰੂ ਇਹਨੇ ਬਣਾਇਆ ਆਪਣਾ ਮੋਗਲੀ ਪੁੱਤ ਤਿਸ਼ ਨੂੰ, ਤੇ ਬੁੱਧ ਧਰਮ ਦੇ ਪ੍ਰਚਾਰ ਪ੍ਰਸਾਰ ਵਾਸਤੇ ਹੀ ਇਹਨੇ ਧੰਮ ਮਹਾਮਾਤਰਾ ਦੀ ਨਿਯੁਕਤੀ ਕੀਤੀ। ਧੰਮ ਮਹਾਮਾਤਰ ਮਤਲਬ ਧਰਮ ਦੇ ਕੰਮ ਕਰਨ ਵਾਲੇ ਲੋਕ, ਪ੍ਰਚਾਰ ਪ੍ਰਸਾਰ ਕਰ, ਸਾਰਾ ਖਜ਼ਾਨਾ ਇਹਨੇ ਖੋਲਤਾ ਬੁੱਧੀਜ਼ਮ ਵਾਸਤੇ। ਬੁੱਧ ਧਰਮ ਦਾ ਪ੍ਰਚਾਰ ਪ੍ਰਸਾਰ ਕਰੋ, ਲੋਕਾਂ ਨੂੰ ਬੁੱਧ ਬਣਾਓ, ਬਸ ਇਹੀ ਇਹਦਾ ਕੰਮ ਰਹਿ ਗਿਆ। ਬਾਕੀ ਇਹਨੇ ਹੋਰ ਫਿਰ ਸਾਰੇ ਕੰਮ ਛੱਡਤੇ, ਠੀਕ ਹੈ। ਇਹ ਬੁੱਧੀਜ਼ਮ ਵਾਸਤੇ ਇਹਨੇ ਆਪਣਾ ਮਤਲਬ ਬਹੁਤ ਜ਼ਿਆਦਾ ਕੰਮ ਕਰਿਆ ਅਸ਼ੋਕ ਨੇ, ਠੀਕ ਹੈ। ਇਹ ਸਾਰੀ ਗੱਲਾਂ ਅੰਗਰੇਜ਼ੀ 'ਚ ਲਿਖੀਆਂ, ਦੇਖ ਸਕਦੇ ਹੋ। ਫਿਰ ਜੀ ਅਸ਼ੋਕ ਤੋਂ ਬਾਅਦ ਕੀ ਹੁੰਦਾ? ਅਸ਼ੋਕ ਤੋਂ ਬਾਅਦ ਰਾਜਾ ਬਣਦਾ ਹੈ ਕੁਨਾਲ, ਬਟ ਇੱਥੋਂ ਇਹਨਾਂ ਦਾ ਡਾਊਨਫਾਲ ਸ਼ੁਰੂ ਹੋ ਗਿਆ। ਇੱਥੋਂ ਇਹਨਾਂ ਦਾ ਕੀ ਸ਼ੁਰੂ ਹੋ ਗਿਆ? ਡਾਊਨਫਾਲ ਬੁੱਧ ਧਰਮ ਦਾ। ਉਹਦਾ ਰੀਜ਼ਨ ਉਹੀ ਹੈ, ਸਿੰਪਲ ਅਹਿੰਸਾ, ਠੀਕ ਹੈ। ਰਾਜੇ ਦਾ ਧਰਮ ਹੁੰਦਾ ਹੈ ਲੜਨਾ, ਠੀਕ ਹੈ, ਜੋ ਇੱਕ ਜ਼ਰੂਰੀ ਹੈ, ਠੀਕ ਹੈ। ਜੇ ਸੈਨਾ ਨੂੰ ਮਤਲਬ ਜੇ ਆਪਣੀ ਆਰਮੀ ਹੀ ਅਹਿੰਸਾ ਦੇ ਰਾਸਤੇ ਤੇ ਚੱਲੂਗੀ ਤਾਂ ਫਿਰ ਲੜੂਗਾ ਕੌਣ ਯੁੱਧ ਦੇ ਵਿੱਚ? ਤਾਂ ਇਹਦੇ ਕਰਕੇ ਕੀ ਹੈ, ਜਿਹੜੀ ਮਤਲਬ ਯੋਧਾ ਭਾਵਨਾ ਸੀਗੀ ਉਹ ਵੀਕ ਹੁੰਦੀ ਚਲੀ ਗਈ, ਸੈਨਾ ਦੇ ਵਿੱਚ ਵੀ, ਰਾਜਿਆਂ ਦੇ ਵਿੱਚ ਵੀ। ਉਸ ਤੋਂ ਬਾਅਦ ਸਾਰਿਆਂ ਦਾ ਕੰਮ ਕੀ ਹੋ ਗਿਆ? ਸਾਰੇ ਅਹਿੰਸਾ ਦੇ ਰਾਸਤੇ ਤੇ ਚੱਲ ਪਏ, ਜਿਹਦੇ ਕਰਕੇ ਹੌਲੀ 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 ਡਾਊਨਫਾਲ ਇਹਨਾਂ ਦਾ ਸ਼ੁਰੂ ਹੋ ਗਿਆ। ਤੇ ਇਸ ਵੰਸ਼ ਦਾ ਆਖਰੀ ਰਾਜਾ ਸੀਗਾ ਬ੍ਰਿਹਦਰਥ। ਕੌਣ ਸੀਗਾ ਆਖਰੀ ਰਾਜਾ? ਬ੍ਰਿਹਦਰਥ ਇਸ ਵੰਸ਼ ਦਾ ਆਖਰੀ ਰਾਜਾ ਸੀਗਾ। ਤੇ 185 ਈਸਵੀ ਪੂਰਵ ਦੇ ਵਿੱਚ ਬ੍ਰਿਹਦਰਥ ਦਾ ਹੀ ਸੈਨਾਪਤੀ ਸੀਗਾ ਜੀ ਪੁਸ਼ਯਮਿੱਤਰ ਸੁੰਗ। ਇਹਨੇ ਉਸ ਨੂੰ ਮਾਰਤਾ, ਸੈਨਾਪਤੀ ਨੇ ਮਾਰਤਾ ਤੇ ਆਪ ਰਾਜਾ ਬਣ ਗਿਆ, ਠੀਕ ਹੈ।
ਪੁਸ਼ਮਿੱਤਰ ਸੁੰਗ ਦੇ ਰਾਜਾ ਬਣਦੇ ਹੀ ਜਿਹੜੇ ਯੂਨਾਨੀ ਸੀਗੇ ਉਹਨਾਂ ਨੇ ਅਟੈਕ ਕਰਿਆ, ਕਿਉਂਕਿ ਪੁਸ਼ਮਿੱਤਰ ਸਿੰਘ ਨੂੰ ਪਹਿਲਾਂ ਹੀ ਆਈਡੀਆ ਸੀਗਾ ਕਿ ਜਿਹੜੇ ਯੂਨਾਨੀ ਹੈਗੇ ਆ ਉਹ ਮਤਲਬ ਇੰਡੀਆ ਦੇ ਵਿੱਚ ਗਰੋ ਕਰ ਰਹੇ ਆ, ਬਾਰਡਰਾਂ ਦੇ ਉੱਤੇ ਗਰੋ ਕਰ ਰਹੇ ਆ, ਕਿਉਂਕਿ ਸਮਰਾਜ ਦਾ ਤਾਂ ਡਾਊਨਫਾਲ ਸ਼ੁਰੂ ਹੋ ਗਿਆ ਸੀਗਾ, ਬਾਰਡਰਾਂ ਦੇ ਉੱਤੇ ਯੂਨਾਨੀ ਆ ਜਿਹੜੇ ਉਹ ਮਜ਼ਬੂਤ ਹੁੰਦੇ ਜਾ ਰਹੇ ਸੀਗੇ। ਬਟ ਉਹੀ ਹੈ ਨਾ, ਰਾਜੇ ਮਹਾਰਾਜੇ ਉਸ ਟਾਈਮ ਅਹਿੰਸਾ ਦਾ ਪਾਠ ਜਿਹੜਾ ਪੜ੍ਹਾ ਰਹੇ ਸੀਗੇ। ਸੁੰਗ ਵੰਸ਼ ਬਾਰੇ ਦੇਖਦੇ ਹਾਂ ਜੀ। ਸੁੰਗ ਵੰਸ਼ ਪਹਿਲਾ ਬ੍ਰਾਹਮਣ ਵੰਸ਼ ਕਿਹਾ ਜਾਂਦਾ ਹੈ, ਠੀਕ ਹੈ। ਪੁਸ਼ਮਿੱਤਰ ਸੁੰਗ ਜਿਹੜਾ ਬ੍ਰਾਹਮਣ ਸੀਗਾ, ਇਹਨੇ ਰਾਜਧਾਨੀ ਆਪਣੀ ਬਣਾਈ ਹੈ ਵਿਦਿਸ਼ਾ ਮੱਧ ਪ੍ਰਦੇਸ਼ ਦੇ ਵਿੱਚ। ਤਾਂ ਜਦੋਂ ਇਹ ਰਾਜਾ ਬਣਿਆ ਉਸੇ ਟਾਈਮ ਯੂਨਾਨੀ ਜਿਹੜੇ ਬਾਰਡਰ ਦੇ ਉੱਤੇ ਪਹਿਲਾਂ ਹੀ ਫੋਰਟੀਫਾਈ ਹੋ ਚੁੱਕੇ ਸੀਗੇ, ਮਜ਼ਬੂਤ ਕਰ ਚੁੱਕੇ ਸੀ ਆਪਣੇ ਆਪ ਨੂੰ, ਉਹਨਾਂ ਨੇ ਅਟੈਕ ਕਰਤਾ ਭਾਰਤ ਦੇ ਉੱਤੇ। ਬਟ ਉਸ ਟਾਈਮ ਪੁਸ਼ਮਿੱਤਰ ਸੁੰਗ ਨੇ ਉਹਨਾਂ ਨੂੰ ਹਰਾ ਦਿੱਤਾ, ਠੀਕ ਹੈ। ਪੁਸ਼ਮਿੱਤਰ ਸੁੰਗ ਦੇ ਦਰਬਾਰ ਦੇ ਵਿੱਚ ਰਹਿੰਦੇ ਸੀਗੇ ਮਹਾਰਿਸ਼ੀ ਪਤੰਜਲੀ, ਨਾਂ ਤੁਸੀਂ ਜ਼ਰੂਰ ਸੁਣਿਆ ਹੋਣਾ, ਮਹਾਰਿਸ਼ੀ ਪਤੰਜਲੀ ਰਹਿੰਦੇ ਸੀਗੇ। ਤੇ ਮਹਾਰਿਸ਼ੀ ਪਤੰਜਲੀ ਨੇ 2 ਬੁੱਕਸ ਲਿਖੀਆਂ, ਇੱਕ ਮਹਾਭਾਸ਼ਯ ਤੇ ਇੱਕ ਯੋਗ ਸੂਤਰ। ਇਸੇ ਯੋਗ ਸੂਤਰ ਦੇ ਵਿੱਚ ਯੋਗ ਆਸਣ ਵਗੈਰਾ ਜਿਹੜੇ ਹੈਗੇ ਆ ਉਹਨਾਂ ਦਾ ਮੈਂਸ਼ਨ ਮਿਲਦਾ ਹੈ, ਠੀਕ ਹੈ। ਇਹ ਯਾਦ ਰੱਖਣਾ ਹੈ ਵੀ ਮਹਾਰਿਸ਼ੀ ਪਤੰਜਲੀ ਕਿਹਦੇ ਦਰਬਾਰ ਦੇ ਵਿੱਚ ਰਹਿੰਦੇ ਸੀਗੇ, ਪੁਸ਼ਮਿੱਤਰ ਸੁੰਗ, ਠੀਕ ਹੈ। ਬਟ ਪੁਸ਼ਮਿੱਤਰ ਸੁੰਗ ਜਾਂ ਜੋ ਸੁੰਗ ਵੰਸ਼ ਹੈ ਉਹ ਉਧਰ ਤੱਕ ਹੀ ਸੀਮਿਤ ਰਿਹਾ, ਮਗਧ ਵਗੈਰਾ ਤੱਕ, ਕਿਉਂਕਿ ਪੰਜਾਬ ਵਾਲਾ ਏਰੀਆ ਬਾਰਡਰ ਤੇ ਸੀਗਾ। ਤਾਂ ਇੱਥੇ ਤਾਂ ਉਹ ਮਜ਼ਬੂਤ ਹੋ ਚੁੱਕੇ ਸੀਗੇ ਯੂਨਾਨੀ, ਠੀਕ ਹੈ। ਤਾਂ ਪੰਜਾਬ ਦੇ ਵਿੱਚ ਕੌਣ ਸੀਗੇ, ਯੂਨਾਨੀ ਸੀਗੇ, ਤਾਂ ਆਪਾਂ ਉਹ ਪੜਾਂਗੇ। ਇਹ ਤਾਂ ਪੰਜਾਬ ਤੋਂ ਬਾਹਰ ਸੀਗੇ ਸੁੰਗ ਵੰਸ਼ ਵਾਲੇ, ਠੀਕ ਹੈ। ਤਾਂ ਪੰਜਾਬ ਦੇ ਵਿੱਚ ਵਿਦੇਸ਼ੀ ਰਾਜਵੰਸ਼, ਕਿਉਂਕਿ ਇਹ ਵਿਦੇਸ਼ੀ ਸੀਗੇ ਨਾ, ਤਾਂ ਪੰਜਾਬ ਦੇ ਵਿੱਚ ਵਿਦੇਸ਼ੀ ਰਾਜਵੰਸ਼ ਆਪਾਂ ਦੇਖਦੇ ਹਾਂ। ਸਭ ਤੋਂ ਪਹਿਲਾਂ ਕੌਣ ਆਏ ਆ ਜੀ, ਹਿੰਦ ਯੂਨਾਨੀ ਜਾਂ ਇੰਡੋ ਗ੍ਰੀਕਸ। ਹਿੰਦ ਯੂਨਾਨੀ ਕਿਉਂ ਬੋਲ ਰਹੇ ਆ, ਕਿਉਂਕਿ ਇਹਨਾਂ ਨੂੰ ਇੱਥੇ ਰਹਿੰਦੇ ਨੂੰ 200-300 ਸਾਲ ਹੋ ਗਏ ਬਈ। ਨਾ ਹੁਣ ਇਹ ਯੂਨਾਨ ਦੇ ਰਹੇ, ਠੀਕ ਹੈ, ਨਾ ਹੁਣ ਇਹ ਯੂਨਾਨ ਦੇ ਰਹੇ। ਹੁਣ ਤਾਂ ਇਹ ਪ੍ਰੋਪਰ ਮਤਲਬ ਇੰਡੀਆ ਦੇ ਬਾਰਡਰ ਦੇ ਉੱਤੇ ਨਾ, ਤਾਂ ਇਹ ਆਪਣੇ ਆਪ ਨੂੰ ਹਿੰਦ ਯੂਨਾਨੀ ਤੁਸੀਂ ਸਮਝ ਸਕਦੇ ਹੋ ਕਿ ਇਹ ਕਹਿ ਰਹੇ ਆ। ਯੂਨਾਨ ਦੇ ਤਾਂ ਪ੍ਰੋਪਰ ਨਹੀਂ ਰਹੇ ਨਾ, ਹਾਂ ਇਹਨਾਂ ਦਾ ਬੈਕਗਰਾਉਂਡ ਯੂਨਾਨੀ ਜ਼ਰੂਰ ਹੈ। ਤਾਂ ਇਹਨੂੰ ਆਪਾਂ ਹਿੰਦ ਯੂਨਾਨੀ ਬੋਲਦੇ ਹਾਂ, ਕਿਉਂਕਿ ਇਹ ਇੱਥੇ ਆ ਕੇ ਸੈਟਲ ਹੋ ਗਏ ਸੀਗੇ। ਪਹਿਲਾ ਵਿਦੇਸ਼ੀ ਵੰਸ਼ ਹੈ ਜੀ, ਜਿਹਨੇ ਉੱਤਰ ਪੱਛਮੀ ਭਾਰਤ ਮਤਲਬ ਆਪਣਾ ਜਿਹੜਾ ਪੰਜਾਬ ਸਿੰਧ ਵਾਲਾ ਏਰੀਆ ਜਿਹੜਾ ਹੈਗਾ ਆ, ਉੱਥੇ ਇਹਨਾਂ ਨੇ ਆਪਣਾ ਰਾਜ ਜਿਹੜਾ ਇਸਟੈਬਲਿਸ਼ ਕਰਿਆ। ਸੰਸਥਾਪਕ ਕੌਣ ਸੀਗਾ, ਡੈਮੇਟਰੀਅਸ। ਸੰਸਥਾਪਕ ਕੌਣ ਸੀ ਇਹਨਾਂ ਦਾ, ਡੈਮੇਟਰੀਅਸ ਸੀਗਾ ਬਈ। ਰਾਜਧਾਨੀ ਇਹਨਾਂ ਨੇ ਆਪਣੀ ਬਣਾਈ ਹੈ ਸਕਲ ਯਾਨੀ ਸਿਆਲਕੋਟ। ਰਾਜਧਾਨੀ ਕਿਹੜੀ ਬਣਾਈ ਹੈ, ਸਕਲ ਯਾਨੀ ਸਿਆਲਕੋਟ। ਮੁੱਖ ਰਾਜਾ ਇਹਨਾਂ ਦਾ ਸੀਗਾ ਮਿਆਂਦਰ, ਠੀਕ ਹੈ। ਬਸ ਜ਼ਿਆਦਾ ਡਿਟੇਲ 'ਚ ਜਾਣ ਦੀ ਲੋੜ ਨਹੀਂ। ਮਿਆਂਦਰ ਨੂੰ ਵੀ ਬੌਧ ਭਿਕਸ਼ੂ ਸੀਗਾ ਇੱਕ ਨਾਗਸੇਨ ਜਾਂ ਨਾਗ ਅਰਜੁਨ, ਉਹਨੇ ਬੁੱਧ ਧਰਮ ਦੀ ਦੀਕਸ਼ਾ ਦਵਾਤੀ ਸੀਗੀ, ਠੀਕ ਹੈ। ਤੇ ਦੋਹਾਂ ਦੇ ਵਿੱਚ ਜਿਹੜੀ ਗੱਲਬਾਤ ਹੋਈ ਹੈ ਮਿਆਂਦਰ ਤੇ ਨਾਗਸੇਨ ਦੇ ਵਿੱਚ, ਉਹ ਇੱਕ ਕਿਤਾਬ ਹੈ ਮਿਲੰਦ ਪੰਨੋ, ਉਹਦੇ ਵਿੱਚ ਮਿਲਦੀ ਹੈ, ਜਿਹੜੀ ਕਿ ਨਾਗਸੇਨ ਨੇ ਹੀ ਲਿਖੀ ਹੈ, ਠੀਕ ਹੈ। ਹਿੰਦ ਯੂਨਾਨੀਆਂ ਦੇ ਭਾਰਤ ਦੇ ਵਿੱਚ ਕੁਝ ਕੰਮ ਤੁਸੀਂ ਯਾਦ ਰੱਖ ਸਕਦੇ ਹੋ। ਇੱਕ ਤਾਂ ਸੋਨੇ ਦੇ ਸਿੱਕੇ ਇਹਨਾਂ ਨੇ ਚਲਾਏ ਹੈ, ਰਾਜੇ ਦੀ ਤਸਵੀਰ ਵਾਲੇ, ਰਾਜੇ ਦੀ ਤਸਵੀਰ ਵਾਲੇ ਸੋਨੇ ਦੇ ਸਿੱਕੇ ਇਹਨਾਂ ਨੇ ਚਲਾਏ ਹੈ। ਗੰਧਾਰ ਕਲਾ ਦੀ ਸ਼ੁਰੂਆਤ ਇਹਨਾਂ ਨੇ ਕਰੀ ਹੈ। ਗੰਧਾਰ ਕਲਾ ਕੀ ਹੈ, ਮੂਰਤੀ ਬਣਾਉਣ ਦੀ ਇੱਕ ਕਲਾ ਹੈ। ਗੰਧਾਰ ਇੱਕ ਏਰੀਆ ਹੈਗਾ ਜੀ, ਗੰਧਾਰ ਇੱਕ ਏਰੀਆ ਤੁਹਾਨੂੰ ਪਤਾ ਹੀ ਹੈ ਐਟ ਪ੍ਰੈਜ਼ੈਂਟ ਅਫਗਾਨਿਸਤਾਨ ਦੇ ਵਿੱਚ ਹੈ ਨਾ। ਤਾਂ ਉੱਥੇ ਮੂਰਤੀ ਬਣਾਉਣ ਦੀ ਕਲਾ ਇਹਨਾਂ ਨੇ ਸ਼ੁਰੂ ਕਰੀ ਹੈ, ਤੇ ਮੇਨਲੀ ਗੌਤਮ ਬੁੱਧ ਦੀ ਮੂਰਤੀਆਂ ਬਣਾਉਂਦੇ ਸੀਗੇ। ਯੂਨਾਨੀ ਨਾਮ ਇਹਦਾ ਸੀਗਾ ਹੈਲੇਨਿਕ। ਮੂਰਤੀ ਬਣਾਉਣ ਦੀ ਜਿਹੜੀ ਕਲਾ ਸੀਗੀ, ਯੂਨਾਨੀ ਨਾਮ ਉਹਦਾ ਸੀਗਾ ਹੈਲੇਨਿਕ, ਤੇ ਆਪਾਂ ਹਿੰਦੀ ਪੰਜਾਬੀ 'ਚ ਇਹਨੂੰ ਬੋਲਦੇ ਹਾਂ ਗੰਧਾਰ ਕਲਾ। ਕੁਛ ਨਹੀਂ, ਗੰਧਾਰ ਕਲਾ ਸਿਰਫ ਮੂਰਤੀ ਬਣਾਉਣ ਦੀ ਕਲਾ। ਇਹਨਾਂ ਨੇ ਇੱਥੇ ਮੂਰਤੀਆਂ ਬਣਾਈਆਂ ਗੌਤਮ ਬੁੱਧ ਦੀਆਂ, ਠੀਕ ਹੈ। ਯਵਨਿਕਾ ਦੀ ਸ਼ੁਰੂਆਤ ਕਰੀ ਹੈ ਜੀ ਇਹਨਾਂ ਨੇ, ਇਸ ਏਰੀਏ ਦੇ ਵਿੱਚ ਸੈਟਲ ਹੋ ਗਏ ਸੀ, ਇੱਥੇ ਇਹਨਾਂ ਨੇ ਯਵਨਿਕਾ ਦੀ ਸ਼ੁਰੂਆਤ ਕਰੀ ਹੈ। ਯਵਨਿਕਾ ਕੀ ਹੈ, ਥੀਏਟਰ, ਇੱਕ ਤਰ੍ਹਾਂ ਦਾ ਥੀਏਟਰ ਹੈ, ਉਸ ਦੀ ਇਹਨਾਂ ਨੇ ਸ਼ੁਰੂਆਤ ਕਰੀ ਹੈ। ਇੱਥੇ ਆ ਕੇ ਇਹ ਐਸਟੈਬਲਿਸ਼ ਹੋ ਗਏ, ਇੱਥੋਂ ਦੇ ਸਮਾਜ ਦੇ ਵਿੱਚ ਹੀ ਘੁਲ ਮਿਲ ਗਏ, ਇੱਥੋਂ ਦੀ ਸੰਸਕ੍ਰਿਤੀ ਹੀ ਇਹਨਾਂ ਨੇ ਅਪਣਾ ਲਈ। ਜਿਵੇਂ ਇੱਥੇ ਸੰਸਕ੍ਰਿਤੀ ਉਸ ਟਾਈਮ ਬੁੱਧਿਜ਼ਮ ਸੀਗਾ, ਤਾਂ ਸੈਵਿਜ਼ਮ ਸੀਗਾ, ਤਾਂ ਇਹ ਉਹਨਾਂ ਦੇ ਵਿੱਚ ਹੀ ਘੁਲ ਮਿਲ ਗਏ। ਕੁਝ ਬੁੱਧ ਨੂੰ ਮੰਨਣ ਲੱਗੇ, ਕੁਝ ਸ਼ਿਵ ਨੂੰ ਮੰਨਣ ਲੱਗੇ, ਉੱਥੇ ਹੀ ਪੰਜਾਬ ਦੇ ਵਿੱਚ ਸਾਰੇ ਘੁਲ ਮਿਲ ਗਏ, ਵਾਪਸ ਕੋਈ ਗਿਆ ਹੀ ਨਹੀਂ, ਠੀਕ ਹੈ। ਰਹੀ ਗੱਲ ਇਹਨਾਂ ਦੇ ਰਾਜ ਪਾਠ ਦੀ, ਉਹ ਖਤਮ ਹੋ ਗਿਆ, ਕਿਉਂਕਿ ਜਦੋਂ ਹੋਰ ਇੱਕ ਵਿਦੇਸ਼ੀ ਹੈ ਜਿਹੜੇ ਸ਼ਕ, ਉਹ ਪੰਜਾਬ ਦੇ ਵਿੱਚ ਆਏ। ਸ਼ਕ ਪੰਜਾਬ ਦੇ ਵਿੱਚ ਆ ਕੇ ਉਹਨਾਂ ਨੇ ਸਮਰਾਜ ਵਗੈਰਾ ਖੋਲਿਆ, ਇਹਨਾਂ ਤੋਂ ਹੌਲੀ ਹੌਲੀ ਕਰਕੇ ਲੜ ਕੇ ਤਾਂ ਉਹ ਰਾਜੇ ਮਹਾਰਾਜੇ ਬਣ ਗਏ। ਇਹ ਇਦਾਂ ਹੀ ਨੋਰਮਲ ਆਪਣਾ ਖੇਤੀਬਾੜੀ ਦੇ ਕੰਮਾਂ ਦੇ ਵਿੱਚ ਉਲਝ ਕੇ ਇੱਥੇ ਘੁਲ ਮਿਲ ਗਏ ਪੰਜਾਬ ਦੇ ਵਿੱਚ, ਹਿੰਦ ਯੂਨਾਨੀ, ਠੀਕ ਹੈ। ਇਹ ਉਹੀ ਸਾਰੀ ਗੱਲਾਂ, ਅੱਛਾ ਠੀਕ ਹੈ। ਇਹ ਹੈਗੇ ਜੀ ਸ਼ਕ, ਠੀਕ ਹੈ ਜੀ। ਸ਼ਕ ਇੰਡੋਸੀਥੀਅਨਸ ਇਹਨਾਂ ਨੂੰ ਕਿਹਾ ਜਾਂਦਾ ਹੈ। ਇਹਨਾਂ ਦਾ ਸੰਸਥਾਪਕ ਕੌਣ ਸੀਗਾ, ਮੋਇਸ। ਇਹਨਾਂ ਨੇ ਆਪਣੀ ਰਾਜਧਾਨੀ ਬਣਾਈ ਹੈ ਤਖਤਸ਼ਿਲਾ ਗੰਧਾਰ ਦੇ ਵਿੱਚ। ਹੌਲੀ ਹੌਲੀ ਕਰਕੇ ਸ਼ਕਾਂ ਦੀਆਂ 5 ਸ਼ਾਖਾਵਾਂ ਪੂਰੇ ਉੱਤਰੀ ਪੱਛਮੀ ਭਾਰਤ ਵਿੱਚ ਫੈਲ ਗਈਆਂ, ਜਿਵੇਂ ਕਿ ਗੰਧਾਰ, ਸਿੰਧ, ਪੰਜਾਬ, ਕਸ਼ਮੀਰ, ਗੁਜਰਾਤ, ਰਾਜਸਥਾਨ। ਇਸ ਏਰੀਏ ਦੇ ਵਿੱਚ ਹੌਲੀ ਹੌਲੀ ਕਰਕੇ, ਇਦਾਂ ਨਹੀਂ ਕਿ ਇੱਕੋ ਦਮ ਆਏ ਤੇ ਇੱਕੋ ਦਮ ਆ ਕੇ ਇਹਨਾਂ ਨੇ ਸਾਰਾ ਦਾ ਸਾਰਾ ਇਲਾਕਾ ਕਬਜ਼ੇ ਦੇ ਵਿੱਚ ਕਰ ਲਿਆ। ਹੌਲੀ ਹੌਲੀ ਕਰਕੇ ਇਹਨਾਂ ਇਲਾਕਿਆਂ ਦੇ ਵਿੱਚ ਸੈਟਲ ਹੋ ਗਏ ਬਈ, ਠੀਕ ਹੈ। ਇਹਨਾਂ ਦਾ ਫੇਮਸ ਰਾਜਾ ਕਿਹੜਾ ਸੀਗਾ, ਰੁਦਰਦਮਨ। ਦੇਖੋ ਇਹਨਾਂ ਦਾ ਨਾਂ ਦੇਖੋ, ਠੀਕ ਹੈ। ਇਹ 200-300 ਸਾਲਾਂ ਦੇ ਵਿੱਚ ਇੱਥੇ ਰਹੇ ਆ, ਇੱਥੇ ਹੀ ਕਲਚਰ ਇਹਨਾਂ ਨੇ ਆਪਣਾ ਇੰਡੀਆ ਵਾਲਾ ਹੀ ਅਪਣਾ ਲਿਆ, ਠੀਕ ਹੈ।
ਇਹ ਨਹੀਂ ਕਿ ਬਾਹਰੋਂ ਆਏ ਆ ਤੇ ਆਪਣਾ ਜਿਹੜਾ ਬਾਹਰ ਦਾ ਕਲਚਰ ਹੈ ਉਹ ਆ ਕੇ ਸਾਡੇ ਉੱਤੇ ਥੋਪਿਆ, ਨਹੀਂ। ਬਾਹਰੋਂ ਆਏ, ਇੱਥੇ ਆ ਕੇ ਦੇਖਿਆ ਲੋਕ ਕੀ ਖਾ ਪੀ ਰਹੇ ਆ, ਕਿਹੋ ਜਿਹੇ ਲੋਕ ਹੈਗੇ ਆ, ਤਾਂ ਹੌਲੀ ਹੌਲੀ ਕਰਕੇ ਉਹਨਾਂ ਦੇ ਨਾਲ ਮਤਲਬ ਉਹਨਾਂ ਦੇ ਵਰਗੇ ਹੀ ਇਹਨਾਂ ਨੇ ਬਣਨਾ ਸ਼ੁਰੂ ਕਰਤਾ, ਤੇ ਨਾਮ ਵਗੈਰਾ ਵੀ, ਰਿਲੀਜਨ, ਕਲਚਰ ਸਭ ਕੁਝ ਮਿਕਸ ਹੋ ਗਿਆ। ਇਹ ਵੀ ਵਾਪਸ ਨਹੀਂ ਗਏ, ਇਹ ਵੀ ਇੱਥੇ ਹੀ ਘੁਲ ਮਿਲ ਗਏ। ਪੰਜਾਬ ਆਪਣਾ ਜਿਹੜਾ ਨਾਰਥ ਇੰਡੀਆ ਹੈ ਉੱਥੇ ਹੀ ਇਹ ਸਾਰੇ ਘੁਲ ਮਿਲ ਗਏ ਬਈ। ਰਹੀ ਗੱਲ ਰਾਜ ਪਾਠ ਦੀ, ਤਾਂ ਪਿੱਛੋਂ ਹੋਰ ਬੰਦੇ ਆਏ ਆ, ਉਹਨਾਂ ਨੇ ਇਹਨਾਂ ਤੋਂ ਰਾਜ ਪਾਠ ਵੀ ਖੋਹ ਲਿਆ, ਜਿਵੇਂ ਕਿ ਪਾਰਥੀਅਨ ਆਏ ਆ ਈਰਾਨ ਦੇ, ਕਿਉਂਕਿ ਈਰਾਨ ਤਾਂ ਤੁਹਾਨੂੰ ਪਤਾ ਹੀ ਹੈ ਪੰਜਾਬ ਦੇ ਬਿਲਕੁਲ ਬਾਰਡਰ ਤੇ ਸੀਗਾ, ਤਾਂ ਉਧਰੋਂ ਕੁਝ ਬੰਦੇ ਇੱਧਰ ਆ ਕੇ ਸੈਟਲ ਹੋ ਗਏ। ਰਾਜ ਪਾਠ ਛੋਟੇ ਛੋਟੇ ਇਲਾਕੇ ਉਹਨਾਂ ਨੇ ਆਪਣੇ ਕਬਜ਼ੇ ਦੇ ਵਿੱਚ ਕਰੇ ਹੈ, ਤਾਂ ਉਹਨਾਂ ਨੂੰ ਆਪਾਂ ਬੋਲਦੇ ਹਾਂ ਪਾਰਥੀਅਨਸ, ਠੀਕ ਹੈ। ਈਰਾਨ ਦੇ ਵਸਨੀਕ ਸੀਗੇ ਬਈ ਉਹ। ਸੰਸਥਾਪਕ ਮੈਂਗੂਸ, ਮਸ਼ਹੂਰ ਰਾਜਾ ਉਹਨਾਂ ਦਾ ਗੋਂਡਾ ਫਰਨੇਸ। ਤੇ ਇਹਨਾਂ ਦੇ ਦੌਰ ਦੇ ਲੁਧਿਆਣਾ ਤੇ ਰੋਹਿੜਾ, ਲੁਧਿਆਣੇ ਦੇ ਵਿੱਚ ਸਨੇਤ ਹੈ, ਰੋਹਿੜਾ ਜਿਹੜਾ ਹੈਗਾ ਮਲੇਰਕੋਟਲੇ ਦੇ ਵਿੱਚ ਹੈ। ਇਹਨਾਂ ਦੇ ਸਿੱਕੇ ਵੀ ਆਪਾਂ ਨੂੰ ਪ੍ਰਾਪਤ ਹੋਏ ਹੈ, ਯਾਦ ਰੱਖ ਲੈਣਾ ਹੈ, ਠੀਕ ਹੈ। ਇਹ ਵੀ ਇੱਥੇ ਸਮਾਜ ਵਿੱਚ ਘੁਲ ਮਿਲ ਗਏ ਬਈ, ਪਾਰਥੀਅਨ ਵਾਲੇ ਵੀ। ਫਿਰ ਆਏ ਆ ਜੀ ਪਿੱਛੋਂ ਕੁਸ਼ਾਣ। ਇਹ ਕਿੱਧਰੋਂ ਆਏ ਆ? ਇਹ ਜਿਹੜੇ ਕੁਸ਼ਾਣ ਵਾਲੇ ਹੈਗੇ ਆ, ਇਹ ਮੱਧ ਏਸ਼ੀਆ ਤੋਂ ਆਏ ਆ। ਕਿੱਥੋਂ ਆਏ ਆ? ਮੱਧ ਏਸ਼ੀਆ ਤੋਂ, ਯਾਨੀ ਚਾਈਨਾ ਦੇ ਸਾਈਡ ਦੇ ਵਿੱਚ ਜਿਹੜਾ ਮੱਧ ਏਸ਼ੀਆ ਵਾਲਾ ਏਰੀਆ ਪੈਂਦਾ, ਮਤਲਬ ਪ੍ਰੋਪਰ ਮਤਲਬ ਪੂਰਾ ਮੱਧ ਏਸ਼ੀਆ ਵਾਲਾ ਵੀ ਨਹੀਂ, ਬਸ ਇਹ ਯਾਦ ਰੱਖਣਾ ਕਿ ਚਾਈਨਾ ਦੇ ਨੇੜੇ ਤੋਂ ਆਏ ਆ ਇਹ, ਠੀਕ ਹੈ। ਕਿਉਂਕਿ ਇਹਨਾਂ ਨੂੰ ਉੱਥੋਂ ਕੱਢਿਆ ਗਿਆ ਸੀਗਾ। ਇਹ ਜਿਹੜੇ ਕੁਸ਼ਾਣ ਵਾਲੇ ਆ, ਇਹਨਾਂ ਨੂੰ ਉੱਥੋਂ ਕੱਢਿਆ ਗਿਆ ਸੀਗਾ, ਉੱਥੋਂ ਇਹ ਆਏ ਆ। ਹੌਲੀ ਹੌਲੀ ਕਰਕੇ ਕੁਛ ਇੱਧਰ ਉੱਧਰ ਚਲੇ ਗਏ, ਕੁਛ ਇਹਨਾਂ ਦੀ ਇੱਕ ਬ੍ਰਾਂਚ ਹੈ ਜਿਹੜੀ ਇੰਡੀਆ ਵੱਲ ਆਈ ਹੈ। ਜਦੋਂ ਇਹ ਇੰਡੀਆ ਵੱਲ ਆਏ ਤਾਂ ਇੱਥੇ ਆ ਕੇ ਇਹਨਾਂ ਨੇ ਆਪਣਾ ਇੱਕ ਛੋਟਾ ਜਿਹਾ ਸਾਮਰਾਜ ਸ਼ੁਰੂ ਕਰ ਲਿਆ, ਕੋਈ ਇਲਾਕਾ ਇਹਨਾਂ ਨੂੰ ਮਿਲ ਗਿਆ, ਉੱਥੇ ਇਹਨਾਂ ਨੇ ਕਬਜ਼ਾ ਕਰਿਆ, ਉੱਥੇ ਆ ਕੇ ਸੈਟਲ ਹੋ ਗਏ। ਹੌਲੀ ਹੌਲੀ ਇਹ ਫੈਲ ਗਏ, ਹੌਲੀ ਹੌਲੀ ਇਹਨਾਂ ਨੇ ਆਪਣਾ ਸਾਮਰਾਜ ਜਿਹੜਾ ਵਧਾਉਣਾ ਸ਼ੁਰੂ ਕਰਿਆ, ਤੇ ਜਿੰਨੇ ਵੀ ਵਿਦੇਸ਼ੀ ਆਏ ਆ ਉਹਨਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਕਾਮਯਾਬ ਇਹੀ ਹੋਏ ਆ ਉਸ ਟਾਈਮ ਦੇ ਵਿੱਚ, ਠੀਕ ਹੈ। ਮੱਧ ਏਸ਼ੀਆ ਦੀ 5 ਯੂਚੀ ਸ਼ਾਖਾਵਾਂ ਵਿੱਚੋਂ ਇੱਕ ਸੀਗੀ ਜੀ ਇਹ। ਇਹਨਾਂ ਦਾ ਸੰਸਥਾਪਕ ਕੌਣ ਸੀਗਾ? ਕੁਜੂਲ ਕਡਫੀਸੇਸ। ਕੀ ਨਾਂ ਸੀਗਾ ਜੀ? ਕੁਜੂਲ ਕਡਫੀਸੇਸ। ਫਿਰ ਦੂਜਾ ਵਿਮ ਕਡਫੀਸੇਸ, ਇਹਨੇ ਸੋਨੇ ਦੇ ਸਿੱਕੇ ਚਲਾਏ ਆ ਜੀ, ਵਿਮ ਕਡਫੀਸੇਸ ਨੇ। ਰਾਜਧਾਨੀ ਇਹਨਾਂ ਨੇ ਪੇਸ਼ਾਵਰ ਨੂੰ ਬਣਾਇਆ, ਜਿਹੜਾ ਪਾਕਿਸਤਾਨ ਦੇ ਵਿੱਚ ਹੈ, ਜਿਹਦਾ ਪੁਰਾਣਾ ਨਾਂ ਸੀਗਾ ਜੀ ਪੁਰੁਸ਼ਪਰ। ਕੀ ਨਾਂ ਸੀਗਾ? ਪੁਰੁਸ਼ਪਰ। ਬਾਅਦ ਦੇ ਵਿੱਚ ਇਹਨਾਂ ਦੀ ਰਾਜਧਾਨੀ ਮਥੁਰਾ ਵੀ ਬਣੀ ਹੈ। ਜਦੋਂ ਇਹ ਪੂਰੇ ਫੈਲ ਗਏ ਉੱਤਰ ਭਾਰਤ ਦੇ ਵਿੱਚ, ਇਹ ਯੂਪੀ ਬਿਹਾਰ ਤੱਕ ਪਹੁੰਚੇ ਹੈ, ਹਨਾ, ਯੂਪੀ ਤੱਕ ਪਹੁੰਚੇ, ਤਾਂ ਉਸ ਟਾਈਮ ਇਹਨਾਂ ਦੀ ਰਾਜਧਾਨੀ ਮਥੁਰਾ ਵੀ ਬਣੀ ਹੈ। ਪ੍ਰਮੁੱਖ ਰਾਜਾ ਇਹਨਾਂ ਦਾ ਸੀਗਾ ਜੀ ਕਨਿਸ਼ਕ। ਤਾਂ ਹੁਣ ਨਾਮ ਦੇਖੋ ਕਨਿਸ਼ਕ, ਪਹਿਲੇ ਵਾਲਿਆਂ ਦੇ ਨਾਮ ਦੇਖੋ ਕੁਜੂਲ ਕਡਫੀਸੇਸ, ਵਿਮ ਕਡਫੀਸੇਸ, ਹੁਣ ਨਾਂ ਦੇਖੋ ਕਨਿਸ਼ਕ, ਠੀਕ ਹੈ। ਤਾਂ ਇਹ ਬਾਹਰੋਂ ਆ ਕੇ, ਬਾਹਰ ਦਾ ਕਲਚਰ ਇਹਨਾਂ ਨੇ ਨਹੀਂ, ਜਿਹੜਾ ਕਲਚਰ ਇੱਥੇ ਸੀਗਾ ਉਸੇ ਕਲਚਰ ਦੇ ਵਿੱਚ ਘੁਲ ਮਿਲੇ ਆ। ਜਿਹੜਾ ਰਿਲੀਜਨ ਉਸ ਟਾਈਮ ਚੱਲ ਰਿਹਾ ਸੀਗਾ ਉਸ ਰਿਲੀਜਨ ਨੂੰ ਇਹਨਾਂ ਨੇ ਮੰਨਿਆ, ਠੀਕ ਹੈ। ਬਾਹਰੋਂ ਆਪਣਾ ਕਲਚਰ ਇਹਨਾਂ ਨੇ ਨਹੀਂ ਥੋਪਿਆ ਹੋਰਾਂ ਦੇ ਉੱਤੇ। ਕਨਿਸ਼ਕ ਬਾਰੇ 2-4 ਪੁਆਇੰਟ ਦੇਖ ਲੈਂਦੇ, ਵੈਸੇ ਤਾਂ ਬਹੁਤ ਵੱਡਾ ਟੌਪਿਕ ਹੈ ਕਨਿਸ਼ਕ ਦਾ, ਬਟ ਚਲੋ ਮੇਨ ਜੇ 5-4 ਪੁਆਇੰਟ ਦੇਖ ਲੈਂਦੇ। ਕਨਿਸ਼ਕ ਜਿਹਨੂੰ ਦੂਜਾ ਅਸ਼ੋਕ ਵੀ ਕਿਹਾ ਜਾਂਦਾ ਹੈ, ਇਹ ਕਨਿਸ਼ਕ ਦਾ ਟਾਈਮ ਹੈ ਜੀ 78 ਈਸਵੀ ਤੋਂ ਲੈ ਕੇ 101 ਈਸਵੀ ਤੱਕ ਉਹ ਰਾਜਾ ਰਿਹਾ। ਜਦੋਂ ਉਹ ਗੱਦੀ ਤੇ ਬੈਠਿਆ, ਉਹਨੇ ਸੰਵਤ ਸ਼ੁਰੂ ਕਰਿਆ ਜੀ ਸਕ ਸੰਵਤ, ਆਪਣਾ ਇੱਕ ਨਵਾਂ ਕੈਲੰਡਰ ਸ਼ੁਰੂ ਕਰਿਆ ਉਹਨੇ, ਸਕ ਸੰਵਤ, ਠੀਕ ਹੈ, 78 ਈਸਵੀ ਦੇ ਵਿੱਚ, ਜੋ ਅੱਜ ਵੀ ਭਾਰਤ ਸਰਕਾਰ ਦਾ ਆਫੀਸ਼ੀਅਲ ਕੈਲੰਡਰ ਹੈ, ਠੀਕ ਹੈ, ਸਕ ਕੈਲੰਡਰ, ਠੀਕ ਹੈ, ਪਤਾ ਹੈ ਨਾ। ਆਪਾਂ ਜਿਹੜਾ ਅੰਗਰੇਜ਼ੀ ਕੈਲੰਡਰ ਵਰਤਦੇ ਆ, ਇਹ ਗਗੋਰੀਅਨ ਕੈਲੰਡਰ ਹੈ, ਇਹ ਅਲੱਗ ਹੈ। ਜਿਹੜੇ ਆਪਣੇ ਤੀਜ ਤਿਉਹਾਰ ਆਪਾਂ ਦੇਖਦੇ ਆ ਉਹ ਬਿਕਰਮੀ ਸੰਮਤ ਹੈ, ਉਹ ਇਹਨਾਂ ਸਾਰਿਆਂ ਤੋਂ ਪੁਰਾਣਾ ਹੈ, ਤੇ ਦੁਨੀਆ ਦੇ ਸਭ ਤੋਂ ਜਿਹੜੇ ਐਕੂਰੇਟ ਕੈਲੰਡਰ ਹੁੰਦੇ ਆ ਨਾ, ਉਹਨਾਂ ਦੇ ਵਿੱਚੋਂ ਇੱਕ ਹੈ ਬਿਕਰਮੀ ਸੰਮਤ। ਉਸ ਤੋਂ ਬਾਅਦ ਤਾਂ ਸਾਰੇ ਰਿਲੀਜਨ ਵਾਲਿਆਂ ਨੇ ਆਪਣੇ ਆਪਣੇ ਕੈਲੰਡਰ ਬਣਾਉਣੇ ਸ਼ੁਰੂ ਕਰੇ ਹੈ, ਰਾਜੇ ਮਹਾਰਾਜੇ ਆਪਣੇ ਕੈਲੰਡਰ ਬਣਾਉਂਦੇ ਸੀਗੇ, ਬਟ ਜੇ ਆਪਾਂ ਸਾਰੇ ਕੈਲੰਡਰ ਦੇ ਵਿੱਚੋਂ ਪੁਰਾਣਾ ਕੈਲੰਡਰ ਦੇਖੀਏ ਤਾਂ ਬਿਕਰਮੀ ਸੰਮਤ ਹੈ, ਠੀਕ ਹੈ। ਤਾਂ ਸਕ ਸੰਮਤ ਵੀ ਸ਼ੁਰੂ ਕਰਾਏ ਨੇ 78 ਈਸਵੀ ਦੇ ਵਿੱਚ। ਗਵਰਨਮੈਂਟ ਆਫ ਇੰਡੀਆ ਨੇ ਸਕ ਸੰਮਤ ਨੂੰ ਆਪਣਾ ਆਫੀਸ਼ੀਅਲ ਬਣਾਇਆ ਹੋਇਆ ਜੀ, ਠੀਕ ਹੈ। ਕਨਿਸ਼ਕ ਦੇ ਰਾਜ ਦੌਰਾਨ ਇਹਨਾਂ ਦੇ ਰਾਜ ਦਾ ਬਹੁਤ ਜ਼ਿਆਦਾ ਵਿਸਤਾਰ ਹੋਇਆ, ਤੇ ਕੁਸ਼ਾਣ ਜਿਹੜੇ ਪੂਰੇ ਉੱਤਰ ਭਾਰਤ ਵਿੱਚ ਫੈਲੇ ਆ, ਯੂਪੀ ਤੱਕ ਪਹੁੰਚ ਗਏ ਜੀ, ਠੀਕ ਹੈ। ਕਨਿਸ਼ਕ ਨੇ ਆਪਣੇ ਵਾਸਤੇ ਟਾਈਟਲ ਲਿਆ ਜੀ ਦੇਵ ਪੁੱਤਰ, ਦੇਵਤਾ ਦਾ ਪੁੱਤਰ। ਕਿਉਂ? ਕਿਉਂਕਿ ਚਾਈਨਾ ਦੇ ਰਾਜਾ ਇਹ ਟਾਈਟਲ ਲੈਂਦੇ ਸੀਗੇ, ਠੀਕ ਹੈ। ਚਾਈਨਾ ਦੇ ਰਾਜਿਆਂ ਨੂੰ ਖਿਜਾਉਣ ਵਾਸਤੇ ਇਹਨੇ ਦੇਵ ਪੁੱਤਰ ਦਾ ਟਾਈਟਲ ਹੈ ਜਿਹੜਾ ਉਹ ਲਿਆ। ਕਨਿਸ਼ਕ ਨੇ ਚੀਨ ਨੂੰ ਈਰਾਨ, ਯੂਰਪ ਦੇ ਨਾਲ ਜੋੜਨ ਵਾਲੀ ਮਸ਼ਹੂਰ ਸਿਲਕ ਰੋਡ ਦੇ ਉੱਤੇ ਵੀ ਕੰਟਰੋਲ ਕਰ ਲਿਆ ਵੀ। ਜਿਹੜਾ ਆਪਣਾ ਜੰਮੂ ਕਸ਼ਮੀਰ ਵਾਲਾ ਏਰੀਆ ਨਾ, ਇਹਦੇ ਬੈਕ ਸਾਈਡ ਇੱਕ ਰੋਡ ਜਾਂਦਾ ਸੀਗਾ ਜਿਹੜਾ ਚਾਈਨਾ ਨੂੰ ਪੂਰੇ ਯੂਰਪ ਤੇ ਅੱਗੇ ਇੱਧਰ ਈਰਾਨ, ਇਰਾਕ ਦੇ ਨਾਲ ਕਨੈਕਟ ਕਰਦਾ ਸੀਗਾ। ਉੱਥੋਂ ਰੇਸ਼ਮ ਦਾ ਵਪਾਰ ਹੁੰਦਾ ਸੀਗਾ, ਠੀਕ ਹੈ। ਇਹਨੇ ਉੱਥੇ ਕਬਜ਼ਾ ਕਰ ਲਿਆ। ਕਬਜ਼ਾ ਕਰਕੇ ਇਹਨੂੰ ਬਹੁਤ ਜ਼ਿਆਦਾ ਆਮਦਨ ਹੋਈ ਹੈ, ਕਿਉਂਕਿ ਆਉਣ ਜਾਣ ਵਾਲਿਆਂ ਦੇ ਉੱਤੇ ਇਹਨੇ ਟੈਕਸ ਲਗਾਇਆ, ਤਾਂ ਆਮਦਨ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ। ਤੇ ਸੋਨੇ ਦੇ ਸਿੱਕੇ ਨੇ ਚਲਾਏ, ਜਿਹੜੇ ਅੱਜ ਤੱਕ ਜਿੰਨੇ ਵੀ ਰਾਜਿਆਂ ਨੇ ਸੋਨੇ ਦੇ ਸਿੱਕੇ ਚਲਾਏ ਆ, ਸਭ ਤੋਂ ਸ਼ੁੱਧ ਇਸੇ ਦੇ ਹੈਗੇ ਆ। ਜੇ ਤੁਹਾਨੂੰ ਪੁੱਛਿਆ ਜਾਵੇ ਕਿ ਇੰਡੀਆ ਦੇ ਵਿੱਚ
ਸਭ ਤੋਂ ਸ਼ੁੱਧ ਸੋਨੇ ਦੇ ਸਿੱਕੇ ਕਿਹਨੇ ਚਲਾਏ? ਤਾਂ ਕਨਿਸ਼ਕ ਯਾਨੀ ਕੁਸ਼ਾਣ। ਠੀਕ ਹੈ, ਕੁਸ਼ਾਣ ਵੰਸ਼ ਦਾ ਕਨਿਸ਼ਕ ਉਹਨੇ ਚਲਾਇਆ। ਕਨਿਸ਼ਕ ਨੂੰ ਦੂਜਾ ਅਸ਼ੋਕ ਵੀ ਕਿਹਾ ਜਾਂਦਾ ਹੈ। ਠੀਕ ਹੈ, ਇਹ ਪੁਆਇੰਟ ਬਸ ਇੰਨੇ ਕੁ ਬਹੁਤ ਹੈ ਕਨਿਸ਼ਕ ਬਾਰੇ। ਠੀਕ ਹੈ ਜੀ, ਓਕੇ। ਇੱਕ ਸਾਈਡ ਕਨਿਸ਼ਕ ਇਹ ਪੰਜਾਬ ਵਾਲਾ ਏਰੀਆ ਸੀਗਾ, ਪੰਜਾਬ ਹਰਿਆਣਾ ਤੇ ਥੋੜਾ ਇਹ ਯੂਪੀ ਤੱਕ ਪਹੁੰਚਿਆ। ਇੱਧਰ ਕਨਿਸ਼ਕ ਚੱਲ ਰਿਹਾ ਜੀ। ਉਧਰ ਬਿਹਾਰ ਵਾਲੀ ਸਾਈਡ ਬਾਅਦ ਦੇ ਵਿੱਚ ਗੁਪਤ ਵੰਸ਼ ਹੈ ਜਿਹੜਾ ਉਹ ਸਟਾਰਟ ਹੁੰਦਾ ਹੈ, ਕਨਿਸ਼ਕ ਵਗੈਰਾ ਇਹਨਾਂ ਤੋਂ ਬਾਅਦ, ਹੈ ਨਾ। ਤਾਂ ਗੁਪਤ ਵੰਸ਼ ਹੌਲੀ ਹੌਲੀ ਗਰੋ ਕਰਦਾ ਹੈ ਤੇ ਇੱਕ ਟਾਈਮ ਅਜਿਹਾ ਆਉਂਦਾ ਹੈ ਕਿ ਗੁਪਤ ਵੰਸ਼ ਵੀ ਪੂਰੇ ਉੱਤਰ ਭਾਰਤ ਦੇ ਵਿੱਚ ਫੈਲ ਜਾਂਦਾ ਹੈ, ਪੰਜਾਬ ਤੱਕ ਵੀ ਹੈ ਜਿਹੜਾ, ਮਤਲਬ ਬਿਹਾਰ ਤੋਂ ਸ਼ੁਰੂ ਹੋ ਕੇ ਪੰਜਾਬ ਅਫਗਾਨਿਸਤਾਨ ਤੱਕ ਗੁਪਤ ਵੰਸ਼ ਵਾਲਿਆਂ ਦਾ ਰਾਜ ਪਹੁੰਚ ਜਾਂਦਾ ਹੈ। ਠੀਕ ਹੈ, ਤਾਂ ਗੁਪਤ ਵੰਸ਼ ਬਾਰੇ ਵੀ 2-4 ਪੁਆਇੰਟ ਆਪਾਂ ਦੇਖਦੇ ਹਾਂ ਫਟਾਫਟ। ਗੁਪਤ ਕਾਲ ਹੈ ਜਿਹੜਾ, ਇਹ ਟਾਈਮ ਤੁਸੀਂ ਦੇਖ ਸਕਦੇ ਹੋ 319 ਤੋਂ ਲੈ ਕੇ 540 ਈਸਵੀ ਤੱਕ ਦਾ। ਗੁਪਤ ਕਾਲ ਨੂੰ ਭਾਰਤ ਦਾ ਸੁਨਹਿਰਾ ਦੌਰ ਮੰਨਿਆ ਜਾਂਦਾ ਹੈ। ਕੀ ਮੰਨਿਆ ਜਾਂਦਾ ਹੈ ਵੀ? ਸੁਨਹਿਰਾ ਦੌਰ। ਇਹਦਾ ਸੰਸਥਾਪਕ ਕੌਣ ਹੈ? ਸ੍ਰੀ ਗੁਪਤ ਪਹਿਲਾ ਰਾਜਾ ਇਹਨਾਂ ਦਾ ਕਿਹਾ ਜਾਂਦਾ ਹੈ। ਠੀਕ ਹੈ, ਬਟ ਜਿਹੜੀ ਫੇਮਸ ਇਹ ਹੋਏ ਹੈ ਹਨਾ, ਪ੍ਰਸਿੱਧੀ ਪ੍ਰਾਪਤ ਕਰੀ ਹੈ, ਉਹ ਚੰਦਰਗੁਪਤ ਪਹਿਲੇ ਤੋਂ ਇਹਨਾਂ ਨੇ ਸ਼ੁਰੂ ਕਰੀ ਹੈ। ਚੰਦਰਗੁਪਤ ਮੌਰਿਆ ਅਲੱਗ ਹੈ, ਇਹ ਚੰਦਰਗੁਪਤ ਪਹਿਲੇ ਵਾਲਾ ਅਲੱਗ ਹੈ। ਠੀਕ ਹੈ, ਚੰਦਰਗੁਪਤ ਦਾ ਵਿਆਹ ਹੋਇਆ ਸੀਗਾ ਲਿਛਵੀ ਰਾਜਕੁਮਾਰੀ ਕੁਮਾਰ ਦੇਵੀ ਦੇ ਨਾਲ। ਇਹ ਲਿਛਵੀ ਵੰਸ਼ ਉਹੀ ਹੈ ਜਿੱਥੇ ਗੌਤਮ ਬੁੱਧ ਦਾ ਜਨਮ ਹੋਇਆ ਸੀਗਾ। ਠੀਕ ਹੈ, ਤਾਂ ਚੰਦਰਗੁਪਤ ਨੇ ਬਈ ਦੋਨਾਂ ਦੀ ਤਸਵੀਰ ਵਾਲਾ ਸੋਨੇ ਦਾ ਸਿੱਕਾ ਜਾਰੀ ਕਰਿਆ, ਚੰਦਰਗੁਪਤ ਕੁਮਾਰ ਦੇਵੀ ਸੋਨੇ ਦਾ ਸਿੱਕਾ। ਠੀਕ ਹੈ, ਯਾਦ ਰੱਖਣਾ ਅਜਿਹਾ ਪਹਿਲੀ ਵਾਰ ਹੋਇਆ ਕਿ ਰਾਜਾ ਤੇ ਰਾਣੀ ਦੀ ਫੋਟੋ ਹੈ ਜਿਹੜੀ ਸਿੱਕੇ ਦੇ ਉੱਤੇ ਸੀਗੀ। ਫਿਰ ਹੋਰ ਦੇਖ ਲਓ, ਇੱਕ ਇਹਨਾਂ ਦਾ ਰਾਜਾ ਹੋਇਆ ਜੀ ਸਮੁੰਦਰਗੁਪਤ। ਠੀਕ ਹੈ, ਸਮੁੰਦਰਗੁਪਤ ਦੇ ਟਾਈਮ ਦੇ ਵਿੱਚ ਪੂਰਾ ਉੱਤਰ ਭਾਰਤ ਉਹਦੇ ਕੰਟਰੋਲ ਦੇ ਵਿੱਚ ਆ ਚੁੱਕਿਆ ਸੀਗਾ ਤੇ ਉਹਨੇ ਜਿਹੜੇ ਸੋਨੇ ਦੇ ਸਿੱਕੇ ਚਲਾਏ ਉਹਨੂੰ ਕਿਹਾ ਜਾਂਦਾ ਹੈ ਯੂਪਾ ਕਿਸਮ ਦੇ ਸੋਨੇ ਦੇ ਸਿੱਕੇ। ਇਹ ਕੁਐਸਚਨ ਪੁੱਛਿਆ ਜਾਂਦਾ ਹੈ ਕਿ ਯੂਪਾ ਕਿਸਮ ਦੇ ਸੋਨੇ ਦੇ ਸਿੱਕੇ ਕਿਹਨੇ ਚਲਾਏ ਹੈ? ਸਮੁੰਦਰਗੁਪਤ ਨੇ ਚਲਾਏ ਹੈ। ਆਪਣੇ ਪੰਜਾਬ ਤੋਂ ਵੀ ਮਿਲੇ ਹੈ। ਠੀਕ ਹੈ, ਆਪਣੇ ਪੰਜਾਬ ਤੋਂ ਵੀ ਇਹਨਾਂ ਗੁਪਤ ਵੰਸ਼ ਵਾਲਿਆਂ ਦੇ ਸਿੱਕੇ ਮਿਲੇ ਹੈ, ਤਾਂ ਹੀ ਆਪਾਂ ਨੂੰ ਪਤਾ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਵੀ ਗੁਪਤ ਵੰਸ਼ ਦਾ ਰਾਜ ਸੀਗਾ। ਠੀਕ ਹੈ, ਬਾਕੀ ਜਾਣਕਾਰੀਆਂ ਇਹਨਾਂ ਬਾਰੇ ਪ੍ਰਾਪਤ ਹੋ ਜਾਂਦੀਆਂ। ਇਸ ਦੇ ਦਰਬਾਰ ਦਾ ਕਵੀ ਸੀਗਾ ਜੀ ਹਰੀ ਸੇਨ। ਇਹਦੇ ਦਰਬਾਰੀ ਕਵੀ ਕੌਣ ਸੀਗਾ? ਹਰੀ ਸੇਨ ਸੀਗਾ ਸਮੁੰਦਰਗੁਪਤ ਦੇ। ਠੀਕ ਹੈ, ਬਸ ਇੰਨੀ ਗੱਲਾਂ ਬਹੁਤ ਹੈ ਇਹਦੇ ਬਾਰੇ। ਫਿਰ ਦੇਖੋ ਉਸ ਤੋਂ ਬਾਅਦ ਜੀ ਇਹਨਾਂ ਦਾ ਤੀਜਾ ਰਾਜਾ ਆਉਂਦਾ ਹੈ ਚੰਦਰਗੁਪਤ ਦੂਜਾ। ਚੰਦਰਗੁਪਤ ਦੂਜਾ ਕਿਉਂ? ਕਿਉਂਕਿ ਇਸ ਤੋਂ ਪਹਿਲਾਂ ਚੰਦਰਗੁਪਤ ਪਹਿਲਾ ਇਹਨਾਂ ਦਾ ਰਾਜਾ ਹੋ ਚੁੱਕਿਆ ਹੈ। ਠੀਕ ਹੈ ਨਾ, ਚੰਦਰਗੁਪਤ ਪਹਿਲਾ, ਫਿਰ ਸਮੁੰਦਰਗੁਪਤ ਤੇ ਹੁਣ ਚੰਦਰਗੁਪਤ ਦੂਜਾ। ਠੀਕ ਹੈ, ਇਹ ਆਪਾਂ ਲਿਖਦੇ ਹਾਂ ਚੰਦਰਗੁਪਤ ਪਹਿਲਾ ਤੇ ਦੂਜਾ। ਠੀਕ ਹੈ ਨਾ, ਤਾਂ ਕਿ ਆਪਾਂ ਇਹਨਾਂ ਦੇ ਵਿੱਚ ਡਿਫਰੈਂਸ ਹੈ ਜਿਹੜਾ ਰੱਖ ਸਕੀਏ, ਸਾਨੂੰ ਪਤਾ ਰਹੇ ਕਿ ਕਿਹੜੇ ਵਾਲੇ ਚੰਦਰਗੁਪਤ ਦੀ ਗੱਲ ਚੱਲ ਰਹੀ ਹੈ, ਪਹਿਲੇ ਦੀ ਜਾਂ ਦੂਜੇ ਦੀ। ਸੱਕਾ ਨੂੰ ਹਰਾਉਣ ਦੀ ਖੁਸ਼ੀ ਵਿੱਚ ਚਾਂਦੀ ਦੇ ਸਿੱਕੇ ਚਲਵਾਉਂਦਾ ਹੈ ਜੀ। ਸ਼ਿਕਾਰੀ ਦਾ ਟਾਈਟਲ ਇਹਨੇ ਲਿਆ, ਯਾਨੀ ਇਸ ਤੋਂ ਇਲਾਵਾ ਇਹਨੇ ਵਿਕਰਮਾਦਿੱਤਿਆ ਦਾ ਟਾਈਟਲ ਵੀ ਲਿਆ, ਤਾਂ ਇਸ ਨੂੰ ਕਿਹਾ ਜਾਂਦਾ ਹੈ ਚੰਦਰਗੁਪਤ ਵਿਕਰਮਾਦਿੱਤਿਆ। ਬਸ ਇੰਨਾ ਯਾਦ ਰੱਖਣਾ ਹੈ। ਉਸ ਤੋਂ ਬਾਅਦ ਜੀ ਕੁਮਾਰਗੁਪਤ ਆਉਂਦਾ ਹੈ, ਜਿਹਨੂੰ ਗੋਬਿੰਦ ਗੁਪਤ ਵੀ ਕਿਹਾ ਜਾਂਦਾ ਹੈ। ਇਹ ਕਾਰਤਿਕੇਯ ਦੀ ਪੂਜਾ ਕਰਦਾ ਸੀਗਾ। ਕਾਰਤਿਕੇਯ ਮਤਲਬ ਗਣੇਸ਼ ਜੀ ਦਾ ਵੱਡਾ ਭਰਾ। ਠੀਕ ਹੈ, ਕਾਰਤਿਕੇਯ। ਤੇ ਇਸਨੇ ਨਾਲੰਦਾ ਵਿਸ਼ਵ ਵਿਦਿਆਲਿਆ ਯਾਨੀ ਨਾਲੰਦਾ ਯੂਨੀਵਰਸਿਟੀ ਵੀ ਬਣਾਈ ਬਿਹਾਰ ਦੇ ਵਿੱਚ। ਕਿੱਥੇ? ਬਿਹਾਰ ਦੇ ਵਿੱਚ। ਠੀਕ ਹੈ, ਤਾਂ ਇਹ ਬੇਸਿਕ ਜੀ ਗੱਲਾਂ ਕੁਮਾਰਗੁਪਤ ਬਾਰੇ ਹੋ ਗਈਆਂ। ਹੁਣ ਇਹਨਾਂ ਤੋਂ ਬਾਅਦ ਕੀ ਹੈ? ਸਕੰਦਗੁਪਤ ਆਉਂਦਾ ਹੈ। ਸਕੰਦਗੁਪਤ ਦੇ ਟਾਈਮ ਦੇ ਵਿੱਚ ਵੀ ਪੰਜਾਬ ਹੈ ਜਿਹੜਾ ਗੁਪਤ ਵੰਸ਼ ਦੇ ਅੰਡਰ ਹੀ ਸੀਗਾ। ਠੀਕ ਹੈ, ਬਟ ਇਸੇ ਟਾਈਮ ਪੰਜਾਬ ਦੇ ਉੱਤੇ ਅਟੈਕ ਹੋਣੇ ਸ਼ੁਰੂ ਹੋ ਜਾਂਦੇ ਆ। ਅਟੈਕ ਕੌਣ ਕਰਦੇ ਆ? ਮੰਗੋਲ ਤੋਂ ਇੱਕ ਜਾਤੀ ਉੱਠ ਕੇ ਆਉਂਦੀ ਹੈ ਜੀ ਹੁਣ। ਮੰਗੋਲ ਵਾਲੀ ਸਾਈਡ ਤੋਂ ਇੱਕ ਜਾਤੀ ਉੱਠ ਕੇ ਆਉਂਦੀ ਹੈ ਹੁਣ, ਉਹਨਾਂ ਨੂੰ ਕਿਹਾ ਜਾਂਦਾ ਹੈ ਹੁਣ ਅਟੈਕ ਕਰਦੇ ਆ ਭਾਰਤ ਦੇ ਉੱਤੇ। ਤੇ ਭਾਰਤ ਦੇ ਉੱਤੇ ਅਟੈਕ ਕਰਨਗੇ ਯਾਨੀ ਪੰਜਾਬ ਦੇ ਉੱਤੇ ਸਭ ਤੋਂ ਪਹਿਲਾਂ ਅਟੈਕ ਹੁੰਦਾ ਹੈ। ਤਾਂ ਇੱਥੇ ਲਗਾਤਾਰ ਅਟੈਕ ਹੋਣ ਕਰਕੇ ਗੁਪਤ ਵੰਸ਼ ਹੈ ਜਿਹੜਾ ਆਰਥਿਕ ਤੌਰ ਤੇ ਕਮਜ਼ੋਰ ਹੋ ਜਾਂਦਾ ਹੈ। ਠੀਕ ਹੈ, ਉਹੀ ਦੇਖਾਂਗੇ ਆਪਾਂ ਸਕੰਦਗੁਪਤ ਜੀ। ਠੀਕ ਹੈ, ਸਕੰਦਗੁਪਤ ਬਾਰੇ ਦੇਖਾਂਗੇ। ਭਾਰਤ ਉੱਤੇ ਹੂਣਾਂ ਦੇ ਹਮਲੇ ਸ਼ੁਰੂ ਹੋ ਗਏ। ਭਾਰਤ ਉੱਤੇ ਕਿਹਨਾਂ ਦੇ ਹਮਲੇ? ਹੂਣਾਂ ਦੇ ਹਮਲੇ ਸ਼ੁਰੂ ਹੋ ਗਏ। ਇਹਨੇ ਹੂਣਾਂ ਨੂੰ ਹਰਾਇਆ ਅਤੇ ਵਿਕਰਮਾਦਿੱਤਿਆ ਦਾ ਟਾਈਟਲ ਲਿਆ। ਬਟ ਹੂਣਾਂ ਦੀ ਸੰਖਿਆ ਜ਼ਿਆਦਾ ਸੀਗੀ ਬਈ, ਉਹ ਬਾਰ-ਬਾਰ ਅਟੈਕ ਕਰੀ ਜਾਂਦੇ ਸੀ, ਇਹ ਹਰਾਈ ਜਾਂਦਾ ਸੀਗਾ ਬਈ। ਜਦ ਤੱਕ ਸਕੰਦਗੁਪਤ ਰਿਹਾ ਇਹਨੇ ਉਹਨਾਂ ਨੂੰ ਹਰਾਇਆ, ਇੰਡੀਆ ਦੇ ਵਿੱਚ ਅੱਗੇ ਆਉਣ ਤੋਂ ਰੋਕਿਆ। ਬਟ ਉਹ ਬਾਰਡਰ ਦੇ ਉੱਤੇ ਤਾਂ ਫੈਲ ਚੁੱਕੇ ਸੀਗੇ। ਬਾਰਡਰ ਦੇ ਉੱਤੇ ਬਹੁਤ ਜੇ ਛੋਟੇ-ਛੋਟੇ ਇਲਾਕੇ ਹਨਾ, 5-7 ਗੋਂ 20 ਗੋਂ, ਉਹਨਾਂ ਦੇ ਉੱਤੇ ਇਹਨਾਂ ਦੇ ਕਬਜ਼ੇ ਹੋ ਚੁੱਕੇ ਸੀਗੇ। ਕਿਉਂਕਿ ਆਪਣਾ ਜਿਹੜਾ ਪੰਜਾਬ ਵਾਲਾ ਏਰੀਆ ਨਦੀਆਂ ਜ਼ਿਆਦਾ ਹੋਣ ਕਰਕੇ ਇਸ ਏਰੀਏ ਦੇ ਉੱਤੇ ਪਕੜ ਜਿਹੜੀ ਹੈ ਹਮੇਸ਼ਾ ਤੋਂ ਕਮਜ਼ੋਰ ਰਹੀ ਆ ਰਾਜਿਆਂ ਦੀ। ਠੀਕ ਹੈ, ਕਿਉਂਕਿ ਜੇ ਉਸ ਟਾਈਮ ਕਿਹੜਾ ਕੋਈ ਫਲਾਈਓਵਰ ਹੁੰਦੇ ਸੀਗੇ ਕਿ ਨਦੀ ਦੇ ਉੱਪਰੋਂ ਸੈਨਾ ਆ ਗਈ ਹਨਾ, ਤਾਂ ਨਦੀਆਂ ਨੂੰ ਕ੍ਰੋਸ ਕਰਨ ਵਾਸਤੇ ਕਈ ਮਹੀਨੇ ਵੇਟ ਕਰਨਾ ਪੈਂਦਾ ਸੀਗਾ। ਤਾਂ ਇਹਨਾਂ ਨੂੰ ਜਿਨ੍ਹਾਂ ਨੇ ਆਉਣਾ ਉਹ ਛੋਟੇ ਮੋਟੇ ਇਲਾਕੇ ਨਦੀਆਂ ਦੇ ਵਿੱਚ ਕੰਟਰੋਲ ਕਰ ਲੈਂਦੇ ਸੀਗੇ। ਠੀਕ ਹੈ, ਕਿਉਂਕਿ ਜੇ ਬਿਹਾਰ ਵਾਲੀ ਸਾਈਡ ਤੋਂ ਆਉਂਗੇ ਤਾਂ ਉਹਨਾਂ ਨੂੰ ਕਈ ਨਦੀਆਂ ਕ੍ਰੋਸ ਕਰਕੇ ਆਉਣੀ ਹੈ, ਬਟ ਜਿਹੜਾ ਦੂਜੀ ਸਾਈਡ ਤੋਂ ਆ ਰਿਹਾ ਅਫਗਾਨਿਸਤਾਨ ਈਰਾਨ ਵਾਲੀ ਸਾਈਡ ਤੋਂ, ਉਹਨਾਂ ਨੇ ਇੱਕ ਅੱਧੀ ਨਦੀ ਕ੍ਰੋਸ ਕਰਕੇ ਥੋੜੇ ਮੋਟੇ ਇਲਾਕੇ ਜਿਹੜੇ ਦੱਬ ਲੈਣੇ ਆ ਹਨਾ।
ਤਾਂ ਇਹ ਸੀਗਾ ਬਈ ਲਗਾਤਾਰ ਹਮਲਿਆਂ ਕਾਰਨ ਸਮਾਜ ਦੀ ਆਰਥਿਕ ਕੰਡੀਸ਼ਨ ਹੈ ਜਿਹੜੀ ਖਰਾਬ ਹੋ ਜਾਂਦੀ ਹੈ ਤੇ ਬਾਰਡਰ ਦੇ ਉੱਤੇ ਉਹ ਕਾਮਯਾਬ ਹੋ ਜਾਂਦੇ ਆ ਹੁਣ। ਠੀਕ ਹੈ, ਗੁਪਤ ਵੰਸ਼ ਦਾ ਪਤਨ ਵੀ ਹੈ ਜਿਹੜਾ ਸਕੰਦਗੁਪਤ ਦੀ ਮੌਤ ਤੋਂ ਬਾਅਦ ਸ਼ੁਰੂ ਹੋ ਜਾਂਦਾ ਹੈ, ਕਿਉਂਕਿ ਆਰਥਿਕ ਹਾਲਾਤ ਵਿਗੜਨ ਕਰਕੇ ਜਿਹੜੇ ਹੋਰ ਰਾਜੇ ਮਹਾਰਾਜੇ ਇਹਨਾਂ ਦੇ ਅੰਡਰ ਸੀਗੇ ਉਹ ਆਪਣੇ ਆਪ ਨੂੰ ਫ੍ਰੀ ਕਰਾਉਣਾ ਸਟਾਰਟ ਕਰ ਦਿੰਦੇ ਹੈ। ਠੀਕ ਹੈ, ਜਿਹੜੇ ਇਹਨਾਂ ਤੋਂ ਦਬ ਕੇ ਰਹਿੰਦੇ ਸੀਗੇ, ਇਹਨਾਂ ਦੇ ਅੰਡਰ ਹੀ ਕੰਮ ਕਰਦੇ ਸੀ, ਉਹ ਆਪਣੇ ਆਪ ਨੂੰ ਫ੍ਰੀ ਕਰਾਉਣਾ ਸਟਾਰਟ ਕਰ ਦਿੰਦੇ ਆ। ਇਹਨਾਂ ਦਾ ਸਾਮਰਾਜ ਸੁੰਗੜਨਾ ਸਟਾਰਟ ਹੋ ਜਾਂਦਾ ਹੈ, ਛੋਟਾ ਹੋਣਾ ਸਟਾਰਟ ਹੋ ਜਾਂਦਾ ਹੈ। ਇਸ ਵੰਸ਼ ਦਾ ਆਖਰੀ ਰਾਜਾ ਸੀਗਾ ਜੀ ਵਿਸ਼ਨੂਗੁਪਤ। ਇਸ ਵੰਸ਼ ਦਾ ਉਹ 14ਵਾਂ ਰਾਜਾ ਸੀਗਾ, 540-50 ਦੀ ਗੱਲ ਹੈ। ਠੀਕ ਹੈ, ਪੰਜਾਬ ਦਾ ਪਿੰਡ ਹੈ ਜੀ ਸਨੇਤ ਪਿੰਡ ਹੈ ਲੁਧਿਆਣੇ ਦੇ ਵਿੱਚ। ਇੱਥੋਂ ਗੁਪਤ ਕਾਲ ਦੇ ਸਿੱਕੇ, ਬਰਤਨ ਵਗੈਰਾ ਬਹੁਤ ਕੁਝ ਪ੍ਰਾਪਤ ਹੋਇਆ। ਅੰਡਰਸਟੈਂਡ? ਠੀਕ ਹੈ, ਹੂਣਨ ਨੇ ਹਮਲਾ ਕਰਿਆ ਨਾ, ਹੂਣਾਂ ਨੇ, ਤਾਂ ਹੂਣਾਂ ਬਾਰੇ ਆਪਾਂ ਦੇਖ ਲੈਂਦੇ ਆ ਬਈ ਪੁਆਇੰਟ। ਇਹ ਜਿਹੜੇ ਸੀਗੇ ਹੂਣ, ਇਹ ਮੰਗੋਲ ਨਸਲ ਨਾਲ ਸੰਬੰਧਿਤ ਸੀਗੇ। ਕਿਹਨਾਂ ਦੇ ਨਾਲ? ਮੰਗੋਲ ਵਾਲਾ ਜਿਹੜਾ ਏਰੀਆ ਚਾਈਨਾ ਦੇ ਉੱਪਰ ਹੈ, ਚਾਈਨਾ ਦੇ ਉੱਪਰ ਹੈ ਮੰਗੋਲੀਆ, ਹਨਾ। ਤਾਂ ਉਸ ਅੱਜ ਕੱਲ ਤਾਂ ਮੰਗੋਲੀਆ ਬਹੁਤ ਛੋਟਾ ਜਿਹਾ ਹੈ, ਪਹਿਲਾਂ ਮੰਗੋਲ ਦਾ ਏਰੀਆ ਬਹੁਤ ਵੱਡਾ ਹੁੰਦਾ ਸੀਗਾ। ਚੰਗੇਜ਼ ਖਾਨ ਵੀ ਮੰਗੋਲ ਤੋਂ ਹੀ ਆਇਆ ਸੀਗਾ, ਹਨਾ। ਤਾਂ ਮੰਗੋਲ ਦੇ ਨਾਲ ਸੰਬੰਧਿਤ ਸੀਗੇ ਬਈ ਹੁਣ। ਇਹ ਆਪਣੀ ਥਾਂ ਨੂੰ ਛੱਡ ਕੇ ਉੱਥੋਂ ਪਠਾਰ ਤੋਂ ਜਦੋਂ ਥੱਲੇ ਉਤਰਦੇ ਆ ਮੈਦਾਨਾਂ ਦੇ ਵਿੱਚ, ਤਾਂ ਦੋ ਹਿੱਸਿਆਂ ਦੇ ਵਿੱਚ ਵੰਡ ਜਾਂਦੇ ਆ। ਠੀਕ ਹੈ, ਯਾਦ ਰੱਖਣਾ ਦੋ ਨਸਲਾਂ ਕਿਹੜੀਆਂ ਜਾਂ ਦੋ ਸ਼ਾਖਾਵਾਂ ਕਿਹੜੀਆਂ? ਕਾਲੇ ਹੂਣ ਤੇ ਚਿੱਟੇ ਹੂਣ। ਜਿਹੜੇ ਕਾਲੇ ਹੂਣ ਹੈ ਉਹ ਤਾਂ ਚਲੇ ਗਏ ਆ ਉੱਪਰ ਨੂੰ, ਪੱਛਮ ਵੱਲ। ਠੀਕ ਹੈ, ਮੰਨ ਲਓ ਦੇਖੋ ਇਹ ਵਾਲਾ ਏਰੀਆ ਇਹ ਹੈ ਨਾ, ਇਧਰੋਂ ਇਹ ਮੰਗੋਲ ਵਾਲਾ ਏਰੀਆ ਹੋ ਗਿਆ, ਇਹ ਇੰਡੀਆ ਹੋ ਗਿਆ, ਇਹ ਯੂਰਪ ਵਾਲਾ ਏਰੀਆ ਹੋ ਗਿਆ। ਇੱਥੋਂ ਇਹ ਉਤਰੇ ਆ ਥੱਲੇ, ਉਤਰ ਕੇ ਕੁਛ ਚਲੇ ਗਏ ਆ ਜੀ ਪੱਛਮ ਵੱਲ, ਇੱਧਰ ਪੱਛਮ ਹੈ, ਤੇ ਕੁਝ ਆ ਗਏ ਆ ਜੀ ਪੂਰਬ ਵੱਲ, ਇੱਧਰ। ਠੀਕ ਹੈ, ਇੱਧਰ ਗਏ ਆ ਕਾਲੇ ਹੂਣ ਯਾਨੀ ਬਲੈਕ, ਇੱਧਰ ਆਏ ਆ ਵਾਈਟ ਹੂਣ। ਠੀਕ ਹੈ, ਸਮਝੋ ਨਾ ਗੱਲ ਨੂੰ। ਤਾਂ ਕਾਲੇ ਹੂਣ ਹੈ ਜਿਹੜੇ ਉਹ ਪੱਛਮ ਵੱਲ ਗਏ ਆ ਤੇ ਉੱਥੇ ਉਹਨਾਂ ਨੇ ਰੋਮਨ ਸਾਮਰਾਜ ਨੂੰ ਤਬਾਹ ਕਰਤਾ। ਜਿਹੜੇ ਚਿੱਟੇ ਹੂਣ ਹੈ ਉਹ ਪਹਿਲਾਂ ਇੱਧਰੋਂ ਈਰਾਨ ਆਏ ਆ, ਈਰਾਨ ਤੋਂ ਅੱਗੇ ਅਫਗਾਨਿਸਤਾਨ ਤੇ ਫਿਰ ਇੰਡੀਆ ਵੱਲ ਆਏ ਆ। ਠੀਕ ਹੈ, ਚਿੱਟੇ ਹੂਣ ਈਰਾਨ ਅਫਗਾਨਿਸਤਾਨ ਵਿੱਚ ਤਬਾਹੀ ਮਚਾਉਂਦੇ ਹੋਏ ਅਕਸਾਸ ਨਦੀ ਨੂੰ ਪਾਰ ਕਰਕੇ ਪੰਜਾਬ ਵੱਲ ਆਏ, ਪੰਜਾਬ ਯਾਨੀ ਇੰਡੀਆ ਵੱਲ ਆਏ, ਨੋਰਮਲ ਜੀ ਗੱਲ ਹੈ। ਠੀਕ ਹੈ, ਬਟ ਇੰਡੀਆ ਦੇ ਵਿੱਚ ਉਸ ਟਾਈਮ ਕੀ ਸੀਗਾ? ਇੰਡੀਆ ਦੇ ਵਿੱਚ ਉਸ ਟਾਈਮ ਸੀਗਾ ਗੁਪਤ ਵੰਸ਼ ਦਾ ਰਾਜ, ਤਾਂ ਉਹਨਾਂ ਨੂੰ ਕਾਮਯਾਬੀ ਮਿਲੀ ਨਹੀਂ ਬਈ। ਠੀਕ ਹੈ, ਸ਼ੁਰੂਆਤੀ ਹਮਲੇ ਦੇਖਦੇ ਹਾਂ। ਸਕੰਦਗੁਪਤ ਦੇ ਟਾਈਮ 458 ਦੇ ਵਿੱਚ ਹਮਲੇ ਸ਼ੁਰੂ ਹੋ ਗਏ ਪਰ ਸਫਲਤਾ ਨਹੀਂ ਮਿਲੀ। ਫਿਰ 466 ਦੇ ਵਿੱਚ ਇਹਨਾਂ ਦਾ ਇੱਕ ਹੋਰ ਬੰਦਾ ਹੁੰਦਾ ਤੋਰਮਾਨ, ਉਹਦੀ ਅਗਵਾਈ ਦੇ ਵਿੱਚ ਫਿਰ ਹਮਲਾ ਕਰਦੇ ਆ ਹੁਣ, ਬਟ ਫਿਰ ਹਾਰ ਜਾਂਦੇ ਆ। ਠੀਕ ਹੈ, ਇੰਨੇ ਨੂੰ ਸਕੰਦਗੁਪਤ ਦੀ ਡੈਥ ਹੋ ਜਾਂਦੀ ਹੈ ਤੇ ਡੈਥ ਹੋਣ ਤੋਂ ਬਾਅਦ ਹੂਣਾਂ ਨੂੰ ਸਫਲਤਾ ਮਿਲਣੀ ਸ਼ੁਰੂ ਹੋ ਜਾਂਦੀ ਹੈ, ਕਿਉਂਕਿ ਗੁਪਤ ਵੰਸ਼ ਜਿਹੜਾ ਉਹ ਕਮਜ਼ੋਰ ਹੋਣਾ ਸ਼ੁਰੂ ਹੋ ਗਿਆ ਸੀ। ਤਾਂ ਹੁਣ ਕੀ ਹੈ, ਹੁਣ ਸਪਤ ਸਿੰਧੂ ਦੇ ਥੋੜੇ ਇਲਾਕਿਆਂ ਦੇ ਉੱਤੇ ਕਬਜ਼ਾ ਕਰ ਲੈਂਦੇ ਆ। ਪੰਜਾਬ ਦੇ ਬਹੁਤ ਸੇ ਇਲਾਕੇ ਆ ਉਹਨਾਂ ਦੇ ਉੱਤੇ ਹੁਣ ਜਿਹੜੇ ਕਾਮਯਾਬ ਹੋ ਜਾਂਦੇ ਆ, ਕਬਜ਼ਾ ਕਰ ਲੈਂਦੇ ਆ। ਥੋੜਾ ਟਾਈਮ ਉਹਨਾਂ ਦਾ ਰਾਜ ਰਹਿੰਦਾ ਬਈ ਉੱਥੇ। ਇਹਨਾਂ ਦੇ ਇੱਕ ਦੋ ਰਾਜੇ ਬਾਰੇ ਆਪਾਂ ਦੇਖਦੇ ਹਾਂ। ਪਹਿਲਾ ਸੀਗਾ ਜੀ ਇਹਨਾਂ ਦਾ ਤੋਰਮਾਨ ਜਿਹੜਾ ਰਾਜਾ ਸੀਗਾ, ਵੀ ਇਹ ਬਸ ਇੰਨਾ ਯਾਦ ਰੱਖਣਾ ਕਿ ਇਹ ਪਹਿਲਾ ਰਾਜਾ ਸੀਗਾ। ਬਹੁਤ ਸਟਰਗਲ ਕਰੀ ਹੈ ਇਹਨੇ ਇੱਥੇ ਰਾਜ ਸਟੈਬਲਿਸ਼ ਕਰਨ ਦੇ ਵਿੱਚ, ਬਟ ਇਹ ਯੁੱਧ ਬਹੁਤ ਹਾਰਿਆ। ਠੀਕ ਹੈ, ਬਟ ਫਿਰ ਵੀ ਹੁਣ ਹੈ ਜਿਹੜੇ ਇਸ ਏਰੀਏ ਦੇ ਵਿੱਚ ਫੈਲ ਗਏ ਸੀਗੇ। ਮਿਹਿਰਕੁਲ ਜੀ ਇਹਨਾਂ ਦਾ ਇੱਕ ਹੋਰ ਰਾਜਾ ਸੀਗਾ ਜਿਹਨੂੰ ਭਾਰਤੀ ਅਟੀਲਾ ਵੀ ਕਿਹਾ ਜਾਂਦਾ ਹੈ, ਯਾਦ ਰੱਖਣਾ। ਭਾਰਤੀ ਅਟੀਲਾ ਵੀ ਹੁਣ ਦਾ ਰਾਜਾ ਹੋਇਆ ਸੀਗਾ ਜਿਹੜਾ ਰੋਮਨ ਵੱਲ ਗਿਆ ਸੀਗਾ, ਰੋਮਨ ਸਾਮਰਾਜ ਵੱਲ। ਠੀਕ ਹੈ, 528 ਈਸਵੀ ਦੇ ਵਿੱਚ 528 ਈਸਵੀ ਦੇ ਵਿੱਚ ਮਾਲਵਾ ਆਪਣੇ ਪੰਜਾਬ ਵਾਲਾ ਨਹੀਂ, ਮੱਧ ਪ੍ਰਦੇਸ਼ ਦੇ ਮਾਲਵਾ ਦੀ ਮੈਂ ਗੱਲ ਕਰ ਰਿਹਾ ਹਾਂ। ਮੱਧ ਪ੍ਰਦੇਸ਼ ਦੇ ਮਾਲਵੇ ਦਾ ਰਾਜਾ ਹੁੰਦਾ ਯਸ਼ੋਵਰਮਨ। ਠੀਕ ਹੈ, ਯਸ਼ੋਵਰਮਨ ਆਪਣੀ ਸੈਨਾ ਲੈ ਕੇ ਆਂਦਾ ਮੁਲਤਾਨ ਦੇ ਵਿੱਚ, ਤੇ ਮੁਲਤਾਨ ਦੇ ਵਿੱਚ ਆ ਕੇ ਹੀ ਮਿਹਿਰਕੁਲ ਨੂੰ ਹਰਾਉਂਦਾ। ਠੀਕ ਹੈ, ਕਿਉਂਕਿ ਇਹ ਜਿਹੜੇ ਹੁਣ ਹੈ ਨਾ, ਇਹ ਹੁਣ ਸਪਤ ਸਿੰਧੂ ਤੋਂ ਅੱਗੇ ਹੁਣ ਰਾਜਸਥਾਨ, ਠੀਕ ਹੈ, ਤੇ ਮੱਧ ਪ੍ਰਦੇਸ਼ ਵੱਲ ਇੱਧਰ ਨੂੰ ਜਾਣ ਦੀ ਸੋਚ ਰਹੇ ਸੀਗੇ, ਮਤਲਬ ਅਟੈਕ ਕਰ ਰਹੇ ਸੀਗੇ। ਤਾਂ ਇਹਨਾਂ ਨੂੰ ਰੋਕਣ ਵਾਸਤੇ ਮਾਲਵੇ ਦਾ ਰਾਜਾ ਤੇ ਹੋਰ ਮਗਧ ਦਾ ਰਾਜਾ, ਹੋਰ ਇਹਨਾਂ ਨੇ ਪੂਰਾ ਇੱਕ ਟੀਮ ਬਣਾਈ, ਤੇ ਟੀਮ ਬਣਾ ਕੇ ਇਹ ਸਿੱਧਾ ਸਪਤ ਸਿੰਧੂ ਦੇ ਵਿੱਚ ਆਉਂਦੇ ਆ, ਮੁਲਤਾਨ ਦੇ ਵਿੱਚ ਆ ਕੇ ਮਿਹਿਰਕੁਲ ਨੂੰ ਇੱਥੇ ਹੀ ਹਰਾਉਂਦੇ ਆ, ਸਾਰਾ ਦਾ ਸਾਰਾ ਇਲਾਕਾ ਖੋਹ ਲੈਂਦੇ ਆ। ਮਿਹਿਰਕੁਲ ਉੱਥੋਂ ਭੱਜ ਕੇ ਚਲੇ ਜਾਂਦਾ ਕਸ਼ਮੀਰ ਦੇ ਰਾਜੇ ਕੋਲ। ਮਿਹਿਰਕੁਲ ਨੇ ਕਸ਼ਮੀਰ ਦੇ ਰਾਜੇ ਕੋਲ ਸ਼ਰਨ ਲਈ ਹੈ ਜੀ, ਉੱਥੇ ਜਾ ਕੇ ਲੁਕ ਗਿਆ। ਬਾਅਦ ਵਿੱਚ ਇਹਨੇ ਕਸ਼ਮੀਰ ਦੇ ਰਾਜੇ ਨੂੰ ਹੀ ਮਾਰ ਦਿੱਤਾ ਤੇ ਆਪ ਉੱਥੇ ਦਾ ਰਾਜਾ ਬਣ ਗਿਆ। ਬਟ ਉਸ ਜਲਦੀ ਹੀ ਇਹਦੀ ਮੌਤ ਹੋ ਜਾਂਦੀ ਹੈ, ਤੇ ਹੁਣ ਫਿਰ ਉਸ ਤੋਂ ਜ਼ਿਆਦਾ ਕਾਮਯਾਬ ਹੋਈ ਨਹੀਂ। ਹੁਣ ਇੱਥੇ ਪੰਜਾਬ ਦੇ ਵਿੱਚ ਹੀ ਇੱਥੇ ਦੇ ਲੋਕਾਂ ਦੇ ਨਾਲ ਹੀ ਘੁਲ ਮਿਲ ਗਏ। ਠੀਕ ਹੈ, ਇਹ ਵੀ ਵਾਪਸ ਨਹੀਂ ਗਏ। ਪੰਜਾਬ ਵਾਲੇ ਏਰੀਏ ਦੀ ਇਹੀ ਖਾਸੀਅਤ ਹੈ, ਜਿਹੜਾ ਬਾਹਰੋਂ ਆ ਗਿਆ ਬਸ ਇੱਥੇ ਹੀ ਘੁਲ ਮਿਲ ਗਿਆ, ਉਹ ਵਾਪਸ ਕਦੀ ਗਿਆ ਹੀ ਨਹੀਂ। ਠੀਕ ਹੈ ਜੀ, ਇਹ ਹੋ ਗਿਆ ਓਕੇ। ਫਿਰ ਇਸੇ ਦੌਰਾਨ ਕੀ ਹੁੰਦਾ ਹੈ, ਜਦੋਂ ਇਹ ਹੋਣਾ ਦੇ ਨਾਲ ਸਟਰਗਲ ਚੱਲ ਰਹੀ ਹੈ, ਇੱਧਰ ਗੁਪਤ ਵੰਸ਼ ਕਮਜ਼ੋਰ ਹੋ ਰਿਹਾ ਹੈ, ਤਾਂ ਇੱਥੇ ਹਰਿਆਣੇ ਦੇ ਵਿੱਚ ਇੱਕ ਜਗ੍ਹਾ ਹੈ ਜੀ ਥਾਨੇਸ਼ਵਰ, ਕੁਰੂਕਸ਼ੇਤਰ ਦੇ ਨੇੜੇ ਕਿਹੜੀ ਜਗ੍ਹਾ ਹੈ?
ਥਾਨੇਸ਼ਵਰ ਜਗ੍ਹਾ ਹੈ, ਇੱਥੇ ਇੱਕ ਰਾਜਾ ਸੀਗਾ, ਪਹਿਲਾਂ ਉਹ ਗੁਪਤ ਵਾਲਿਆਂ ਦੇ ਅੰਡਰ ਹੀ ਸੀਗਾ, ਗੁਪਤ ਰਾਜਾ ਦੇ ਅੰਡਰ। ਬਟ ਜਦੋਂ ਉਹਨੂੰ ਲੱਗਦਾ ਕਿ ਹਾਂ ਹੁਣ ਗੁਪਤ ਵੰਸ਼ ਕਮਜ਼ੋਰ ਹੋ ਚੁੱਕਿਆ ਹੈ, ਪੰਜਾਬ ਉੱਤੇ ਇਹਨਾਂ ਦੀ ਇੰਨੀ ਪਕੜ ਹੈ ਨਹੀਂ, ਇੱਥੇ ਤਾਂ ਹੁਣ ਫੈਲ ਗਏ ਹੈ, ਤਾਂ ਉਹ ਵੀ ਆਪਣੇ ਆਪ ਨੂੰ ਆਜ਼ਾਦ ਕਰਾ ਦਿੰਦਾ। ਉਹ ਵੀ ਬੋਲਦਾ ਕਿ ਬਸ ਮੈਂ ਆਪਣੇ ਇਸ ਇਲਾਕੇ ਦਾ ਮੈਂ ਰਾਜਾ ਹਾਂ, ਠੀਕ ਹੈ, ਮੇਰੇ ਉੱਪਰ ਕੋਈ ਹੋਰ ਰਾਜਾ ਨਹੀਂ ਹੈ। ਉਹਨੇ ਆਪਣੇ ਆਪ ਨੂੰ ਸੁਤੰਤਰ ਜਿਹੜਾ ਘੋਸ਼ਿਤ ਕਰਤਾ ਤੇ ਆਪਣਾ ਸਾਮਰਾਜ ਵਧਾਉਣ ਤੇ ਉਹ ਲੱਗ ਗਿਆ। ਤੇ ਇੱਕ ਟਾਈਮ ਅਜਿਹਾ ਆਊਗਾ ਫਿਰ ਉਹਨੇ ਵੀ ਪੂਰੇ ਉੱਤਰ ਭਾਰਤ ਦੇ ਉੱਤੇ ਕਬਜ਼ਾ ਕਰ ਲੈਣਾ ਹੈ। ਤਾਂ ਉਹ ਵੰਸ਼ ਕਿਹੜਾ ਹੈ ਜੀ? ਉਹ ਵੰਸ਼ ਹੈਗਾ ਵਰਧਨ ਵੰਸ਼। ਕਿਹੜਾ ਵੰਸ਼ ਹੈ? ਵਰਧਨ ਵੰਸ਼ ਇਹਨੂੰ ਕਿਹਾ ਜਾਂਦਾ ਹੈ। ਇਹਨੂੰ ਪੁਸ਼ਯਭੂਤੀ ਵੰਸ਼ ਵੀ ਕਿਹਾ ਜਾਂਦਾ ਹੈ। ਟਾਈਮ ਪੀਰੀਅਡ ਇਹ ਹੈਗਾ ਜੀ ਉਹਦਾ, ਠੀਕ ਹੈ। ਪਹਿਲਾ ਰਾਜਾ ਕੌਣ ਸੀਗਾ ਸੰਸਥਾਪਕ? ਪੁਸ਼ਯਭੂਤੀ। ਕਿਹੜਾ ਰਾਜਾ ਸੀਗਾ? ਪੁਸ਼ਯਭੂਤੀ। ਰਾਜਧਾਨੀ ਇਹਨਾਂ ਦੀ ਸ਼ੁਰੂ ਦੇ ਵਿੱਚ ਸੀਗੀ ਥਾਨੇਸ਼ਵਰ। ਕਿਹੜੀ ਰਾਜਧਾਨੀ ਸੀਗੀ? ਥਾਨੇਸ਼ਵਰ, ਹਰਿਆਣੇ ਦੇ ਵਿੱਚ ਹੈ, ਕੁਰੂਕਸ਼ੇਤਰ ਦੇ ਨੇੜੇ, ਠੀਕ ਹੈ। ਪੁਸ਼ਯਭੂਤੀ ਇਹ ਗੁਪਤ ਰਾਜਿਆਂ ਦਾ ਸਾਮੰਤ ਹੁੰਦਾ ਸੀਗਾ। ਸਾਮੰਤ ਹੈ ਮਤਲਬ ਛੋਟਾ ਰਾਜਾ ਉਹਨਾਂ ਦੇ ਅੰਡਰ, ਠੀਕ ਹੈ, ਮਤਲਬ ਲੋਕਲ ਏਰੀਏ ਦੇ ਉੱਤੇ ਇਹੀ ਰਾਜ ਕਰਦਾ ਸੀਗਾ। ਬਟ ਉੱਪਰ ਕੌਣ ਹੁੰਦਾ ਸੀਗਾ? ਉੱਪਰ ਗੁਪਤ ਰਾਜੇ ਹੁੰਦੇ ਸੀਗੇ। ਬਟ ਜਦੋਂ ਇਹਨੂੰ ਲੱਗਿਆ ਕਿ ਉੱਪਰ ਗੁਪਤ ਵੰਸ਼ ਕਮਜ਼ੋਰ ਹੋ ਗਿਆ ਤਾਂ ਇਹਨੇ ਉਹਨਾਂ ਨੂੰ ਟੈਕਸ ਵਗੈਰਾ ਦੇਣ ਤੋਂ ਮਨਾ ਕਰਤਾ, ਕਿਹਾ ਵੀ ਮੈਂ ਹੁਣ ਤੁਹਾਡਾ ਸਾਮੰਤ ਨਹੀਂ ਹਾਂ, ਮੈਂ ਹੁਣ ਆਪਣੇ ਇੱਥੇ ਦਾ ਮਹਾਰਾਜਾ ਹੈਗਾ ਹੈ, ਠੀਕ ਹੈ। ਜਦੋਂ ਗੁਪਤ ਸਾਮਰਾਜ ਹੁਣਾਂ ਦੇ ਹਮਲਿਆਂ ਕਾਰਨ ਕਮਜ਼ੋਰ ਹੋਇਆ ਤਾਂ ਇਹਨੇ ਵੀ ਆਪਣਾ ਵੱਖਰਾ ਸਾਮਰਾਜ ਸ਼ੁਰੂ ਕਰਤਾ। ਪੁਸ਼ਯਭੂਤੀ ਤੋਂ ਬਾਅਦ ਉਹਦਾ ਮੁੰਡਾ ਪ੍ਰਭਾਕਰ ਵਰਧਨ ਰਾਜਾ ਬਣਦਾ ਹੈ। ਪ੍ਰਭਾਕਰ ਵਰਧਨ ਤੋਂ ਬਾਅਦ ਰਾਜਿਆਵਰਧਨ ਰਾਜਾ ਬਣਦਾ ਹੈ ਜੀ। ਤੇ ਰਾਜਿਆਵਰਧਨ ਤੋਂ ਬਾਅਦ ਉਹਦਾ ਭਰਾ ਹਰਸ਼ਵਰਧਨ ਰਾਜਾ ਬਣਦਾ ਹੈ। ਕੌਣ ਬਣਦਾ ਹੈ ਜੀ? ਹਰਸ਼ਵਰਧਨ। ਇਹਦਾ ਟਾਈਮ ਪੀਰੀਅਡ ਵੀ ਯਾਦ ਰੱਖ ਲਿਓ, 606 ਤੋਂ ਲੈ ਕੇ 647 ਤੱਕ। ਪੂਰੇ ਪੰਜਾਬ ਦੇ ਉੱਤੇ ਤਾਂ ਨਹੀਂ ਇਹਨਾਂ ਦਾ ਰਾਜ ਸੀਗਾ, ਬਟ ਕਾਫੀ ਏਰੀਆ ਪੰਜਾਬ ਦਾ, ਸਪਤ ਸਿੰਧੂ ਦਾ ਇਹਨਾਂ ਦੇ ਕੰਟਰੋਲ ਦੇ ਵਿੱਚ ਸੀਗਾ, ਠੀਕ ਹੈ। ਪੂਰਾ ਪੰਜਾਬ ਇਨ ਦਾ ਸੈਂਸ ਕਿ ਪੁਰਾਣੇ ਵਾਲੇ ਪੰਜਾਬ, ਮਤਲਬ ਜਿਹੜਾ ਲਹਿੰਦਾ ਪੰਜਾਬ ਹੈ ਉਹਦੀ ਮੈਂ ਗੱਲ ਕਰ ਰਿਹਾ, ਉੱਥੇ ਤੱਕ ਨਹੀਂ ਸੀਗੇ। ਬਟ ਹਾਂ ਸਤਲੁਜ ਵਾਲੇ ਏਰੀਏ ਤੱਕ ਜਾਂ ਹਰਿਆਣੇ ਦਾ ਤਾਂ ਬਹੁਤ ਸਾਰਾ ਏਰੀਆ ਇਹਨਾਂ ਕੋਲ ਸੀਗਾ। ਤਾਂ ਉਹ ਵੀ ਇੱਕ ਤਰ੍ਹਾਂ ਨਾਲ ਪੰਜਾਬ ਦੀ ਹਿਸਟਰੀ ਦਾ ਹੀ ਫਿਰ ਪਾਰਟ ਹੋਇਆ, ਹਨਾ, ਜੇ ਹਰਿਆਣੇ ਦੇ ਵਿੱਚ ਇਹਨਾਂ ਦਾ ਸੀਗਾ। ਤਾਂ 606 ਈਸਵੀ ਦੇ ਵਿੱਚ ਇਹ ਗੱਦੀ ਤੇ ਬੈਠਿਆ ਜੀ, ਤੇ ਗੱਦੀ ਤੇ ਬੈਠਦੇ ਇਹਨੇ ਵੀ ਆਪਣਾ ਨਵਾਂ ਕੈਲੰਡਰ ਸ਼ੁਰੂ ਕਰਿਆ, ਹਰਸ ਕੈਲੰਡਰ ਜਾਂ ਹਰਸ ਸੰਵਤ। ਕਨੌਜ ਦੇ ਉੱਤੇ ਹਮਲਾ ਕਰਿਆ, ਕਨੌਜ ਨੂੰ ਜਿੱਤ ਲਿਆ ਤੇ ਕਨੌਜ ਨੂੰ ਆਪਣੀ ਰਾਜਧਾਨੀ ਬਣਾਈ, ਠੀਕ ਹੈ। ਸ਼ਸ਼ਾਂਕ ਦੇ ਨਾਲ ਇਹਦੀ ਦੁਸ਼ਮਣੀ ਸੀਗੀ। ਸ਼ਸ਼ਾਂਕ ਬੰਗਾਲ ਦਾ ਰਾਜਾ ਸੀਗਾ। ਸ਼ਸ਼ਾਂਕ ਨੇ ਇਹਦੇ ਤੁਸੀਂ ਕਹਿ ਸਕਦੇ ਹੋ ਇਹਦੀ ਹਰਸ਼ਵਰਧਨ ਦੀ ਸਿਸਟਰ ਸੀਗੀ ਰਾਜਸ਼ਰੀ। ਰਾਜਸ਼ਰੀ ਦੇ ਪਤੀ ਨੂੰ ਮਾਰਿਆ ਸੀਗਾ ਗ੍ਰਹਿ ਵਰਮਨ ਨੂੰ ਸ਼ਸ਼ਾਂਕ ਨੇ, ਠੀਕ ਹੈ। ਤਾਂ ਸ਼ਸ਼ਾਂਕ ਨੂੰ ਹਰਾਉਣ ਵਾਸਤੇ ਬੰਗਾਲ ਦੇ ਉੱਤੇ ਹਮਲਾ ਕਰਦਾ ਹੈ, ਬਟ ਸ਼ਸ਼ਾਂਕ ਬਚ ਜਾਂਦਾ ਹੈ। ਸ਼ਸ਼ਾਂਕ ਦੀ ਡੈਥ ਜਿਹੜੀ ਨੋਰਮਲ ਹੋਈ ਹੈ, ਠੀਕ ਹੈ, ਹਮਲੇ ਦੇ ਕਾਰਨ ਨਹੀਂ ਹੋਈ। ਪਰ ਬਾਅਦ ਦੇ ਵਿੱਚ ਬੰਗਾਲ ਦੇ ਉੱਤੇ ਕਬਜ਼ਾ ਕਰ ਲੈਂਦਾ ਹੈ ਤੇ 612 ਈਸਵੀ ਤੱਕ ਆਂਦੇ ਆਂਦੇ ਪੂਰੇ ਉੱਤਰ ਭਾਰਤ ਤੱਕ, ਪੂਰੇ ਉੱਤਰ ਭਾਰਤ ਦੇ ਉੱਤੇ ਹਰਸ਼ਵਰਧਨ ਦਾ ਕਬਜ਼ਾ ਹੋ ਗਿਆ ਸੀਗਾ, ਠੀਕ ਹੈ। ਚੀਨੀ ਯਾਤਰੀ ਹੈ ਜਿਹੜਾ ਹਵੇਨ ਸਵਾਂਗ, ਉਹ ਭਾਰਤ ਆਂਦਾ ਹੈ ਬਈ, ਇਹ ਯਾਦ ਰੱਖਣਾ, ਸੁਪਰ ਇੰਪੋਰਟੈਂਟ ਹੈ। ਹਵੇਨ ਸਵਾਂਗ ਕਿਹਦੇ ਟਾਈਮ ਦੇ ਵਿੱਚ ਆਇਆ? ਹਰਸ਼ਵਰਧਨ ਦੇ ਟਾਈਮ ਦੇ ਵਿੱਚ ਆਇਆ ਸੀ। 635 ਤੋਂ ਲੈ ਕੇ 643 ਤੱਕ ਇਹ ਹਰਸ਼ ਦੇ ਦਰਬਾਰ ਦੇ ਵਿੱਚ ਵੀ ਰਿਹਾ। ਹਵੇਨ ਸਵਾਂਗ ਨੇ ਆਪਣੀ ਕਿਤਾਬ ਦੇ ਵਿੱਚ ਪੰਜਾਬ ਦੇ ਇੱਕ ਸ਼ਹਿਰ ਹੈ ਸਰਹੰਦ, ਇਹਦਾ ਵੀ ਜ਼ਿਕਰ ਕਰਿਆ। ਹਰਸ਼ਵਰਧਨ ਨੇ ਉਪਾਧੀ ਲਈ ਹੋਈ ਸੀ ਸ਼ੀਲਾਦਿੱਤਿਆ ਰਾਜਪੁੱਤਰਾ ਦੀ, ਠੀਕ ਹੈ, ਇਹ ਯਾਦ ਰੱਖਣਾ, ਸ਼ੀਲਾਦਿੱਤਿਆ ਰਾਜਪੁੱਤਰਾ, ਠੀਕ ਹੈ। ਹਰਸ਼ਵਰਧਨ ਦੀ ਡੈਥ ਤੋਂ ਬਾਅਦ ਇਹ ਵੰਸ਼ ਵੀ ਜਿਹੜਾ ਕਮਜ਼ੋਰ ਹੋ ਜਾਂਦਾ ਹੈ। ਤੇ ਇਸ ਤੋਂ ਬਾਅਦ ਕੀ ਹੈ, ਅਲੱਗ-ਅਲੱਗ ਛੋਟੇ-ਛੋਟੇ ਇਲਾਕਿਆਂ ਦੇ ਵਿੱਚ ਪੰਜਾਬ ਜਾਂ ਉੱਤਰ ਭਾਰਤ ਜਿਹੜਾ ਵੱਡ ਜਾਂਦਾ ਹੈ, ਉਹਨੂੰ ਆਪਾਂ ਰਾਜਪੂਤ ਏਜ ਬੋਲਦੇ ਹਾਂ, ਠੀਕ ਹੈ। ਰਾਜਪੂਤ ਏਜ ਸ਼ੁਰੂ ਹੋ ਜਾਂਦੀ ਹੈ ਤੇ ਇਸੇ ਦੌਰਾਨ ਅਰਬ ਦੇ ਵਿੱਚ ਇੱਕ ਨਵਾਂ ਧਰਮ ਬਣਦਾ ਹੈ, ਮੁਸਲਿਮ ਧਰਮ। ਤਾਂ ਉਹ ਜਦੋਂ ਪ੍ਰਚਾਰ ਪ੍ਰਸਾਰ ਕਰਦੇ ਆ ਆਪਣੇ ਧਰਮ ਦਾ, ਤਾਂ ਇੰਡੀਆ ਦੇ ਉੱਤੇ ਅਟੈਕ ਵੀ ਸ਼ੁਰੂ ਹੋ ਜਾਂਦੇ ਆ। ਤਾਂ ਉਹ ਆਪਾਂ ਸਾਰਾ ਮੱਧਕਾਲੀ ਭਾਰਤ ਦੇ ਇਤਿਹਾਸ ਜਾਂ ਮੱਧਕਾਲੀ ਪੰਜਾਬ ਦੇ ਇਤਿਹਾਸ ਦੇ ਵਿੱਚ ਆਪਾਂ ਦੇਖਾਂਗੇ, ਠੀਕ ਹੈ। ਨੈਕਸਟ ਕਲਾਸ ਜਿਹੜੀ ਆਪਣੀ ਹੋਊਗੀ ਮੁਸਲਿਮ ਅਟੈਕ, ਥੋੜੇ ਬਹੁਤ ਰਾਜਪੂਤ ਏਜ, ਤੇ ਰਾਜਪੂਤ ਏਜ ਦੇ ਇਲਾਵਾ ਪੰਜਾਬ ਦੇ ਵਿੱਚ ਕਿਹੜੇ ਪੰਜਾਬ ਦੇ ਲੋਕਲ ਵੰਸ਼ ਸੀਗੇ ਉਹ ਦੇਖ ਕੇ ਫਿਰ ਆਪਾਂ ਮੁਗਲਾਂ ਤੇ ਆਵਾਂਗੇ, ਠੀਕ ਹੈ। ਉਹ ਆਪਾਂ ਸਾਰਾ ਨੈਕਸਟ ਕਲਾਸ ਦੇ ਵਿੱਚ ਹੀ ਦੇਖਾਂਗੇ, ਠੀਕ ਹੈ। ਨੈਕਸਟ ਕਲਾਸ ਤੋਂ ਬਾਅਦ ਫਿਰ ਆਪਾਂ ਸਿੱਖ ਹਿਸਟਰੀ ਸਟਾਰਟ ਕਰਾਂਗੇ। ਮੇਨ ਜਿਹੜਾ ਅਸਲੀ ਪੋਰਸ਼ਨ ਹੈ ਉਹ ਸਿੱਖ ਹਿਸਟਰੀ ਵਾਲਾ ਹੈ। ਇਹ ਜਿਹੜਾ ਅੱਜ ਆਪਾਂ ਨੇ ਪੜ੍ਹਿਆ ਨਾ ਐਂਸ਼ੀਅੰਟ ਹਿਸਟਰੀ, ਇਹ ਕਿੰਨੇ ਟਾਈਮ ਦੀ ਵੀਡੀਓ ਹੋਈ ਹੈ? ਸਿਰਫ 1 ਘੰਟਾ 20 ਮਿੰਟ ਦੀ ਹੈ, ਜਿਹੜੀ ਆਪਾਂ ਨੇ ਬਿਲਕੁਲ ਬੇਸਿਕ ਪੜ੍ਹਿਆ, ਕੋਈ ਫਾਲਤੂ ਡਿਟੇਲ ਦੇ ਵਿੱਚ ਨਹੀਂ ਪੜ੍ਹਿਆ, ਠੀਕ ਹੈ। ਸਾਰੀ ਡਿਟੇਲ ਦੇ ਵਿੱਚ ਜੇ ਤੁਹਾਨੂੰ ਪੜ੍ਹਨੀ ਹੈ, ਆਲਰੇਡੀ ਕਲਾਸ ਪਈ ਹੈ ਸਾਰੀ ਦੀ ਸਾਰੀ YouTube ਦੇ ਉੱਤੇ ਫ੍ਰੀ ਪਈ ਹੈ, ਠੀਕ ਹੈ। ਉਹ ਤੁਸੀਂ ਇਕੱਲਾ ਦੇਖ ਸਕਦੇ ਹੋ, ਕਿਉਂਕਿ ਆਪਾਂ ਨੇ ਪੰਜਾਬ ਦੇ ਪੁਆਇੰਟ ਆਫ ਵਿਊ ਨਾਲ ਇੰਨੇ ਪੁਆਇੰਟ ਬਹੁਤ ਹੈ। ਪਹਿਲਾਂ ਪੰਜਾਬ ਦੇ ਵਿੱਚ ਕੀ ਸੀਗਾ, ਫਿਰ ਕੀ ਹੈ, ਫਿਰ ਕੀ ਹੈ। ਜ਼ਿਆਦਾ ਡਿਟੇਲ ਦੇ ਵਿੱਚ ਤਾਂ ਆਪਾਂ ਇਹਨੂੰ ਇੰਡੀਆ ਦੀ ਜੀਕੇ ਦੇ ਵਿੱਚ ਪੜ੍ਹਦੇ ਹਾਂ, ਜਿੱਥੇ ਬਹੁਤ ਜ਼ਿਆਦਾ ਕੁਐਸਚਨ ਆਣੇ ਹੁੰਦੇ ਆ। ਪੰਜਾਬ ਦੇ ਵਿੱਚ ਤਾਂ ਐਂਸ਼ੀਅੰਟ ਤੋਂ ਕੁਐਸਚਨ ਆਉਣ ਦੇ ਬਹੁਤ ਘੱਟ ਹੀ ਚਾਂਸ ਹੁੰਦੇ ਆ। ਇਹ ਬਸ ਸਿਰਫ ਆਪਾਂ ਨੇ ਇੱਕ, ਤੁਸੀਂ ਕਹਿ ਸਕਦੇ ਹੋ ਕਿ ਕਰੋਨੋਲੋਜੀ ਬਣਾਈ ਹੈ ਕਿ ਹਾਂ ਪਹਿਲਾਂ ਪੰਜਾਬ ਦੇ ਵਿੱਚ ਪੱਥਰ ਯੁੱਗ ਸੀਗਾ ਜੀ, ਫਿਰ ਇੰਡਸ ਵੈਲੀ ਸਿਵਲਾਈਜੇਸ਼ਨ ਪੜ੍ਹਿਆ, ਫਿਰ ਆਪਾਂ ਨੇ ਦੇਖਿਆ ਕਿ ਹਾਂ ਇੱਥੇ ਆਰੀਅਨਸ ਆਏ ਆ ਜੀ। ਆਰੀਅਨਸ ਤੋਂ ਬਾਅਦ ਆਪਾਂ ਨੇ ਦੇਖਿਆ ਨਵੇਂ ਧਰਮ ਬਣੇ ਆ, ਫਿਰ ਰਾਜੇ ਮਹਾਰਾਜੇ ਬਣੇ ਆ, ਫਿਰ ਵਿਦੇਸ਼ੀ ਹਮਲੇ ਹੋਏ ਆ। ਬਸ ਉਹ ਸਾਰਾ ਕੁਝ ਇੱਕ ਕਰੋਨੋਲੋਜੀ ਦੇਖੀ ਹੈ, ਹੋਰ ਕੁਝ ਨਹੀਂ ਹੈ, ਠੀਕ ਹੈ। ਸਿੰਪਲ ਜੀ ਗੱਲ ਹੈ, ਜ਼ਿਆਦਾ ਇਹਨੂੰ ਸੀਰੀਅਸ ਲੈਣ ਦੀ ਲੋੜ ਵੀ ਨਹੀਂ ਹੈਗੀ, ਜ਼ਿਆਦਾ ਰੱਟੇ ਮਾਰਨ ਬੈਠ ਜਾਓ ਇਸ ਨੂੰ, ਠੀਕ ਹੈ। ਜੇ ਰੱਟੇ ਮਾਰਨੀ ਹੈ ਫਿਰ ਇੰਡੀਆ ਦੀ ਜੀਕੇ ਪੜ੍ਹਿਓ ਵਧੀਆ ਤਰੀਕੇ ਨਾਲ, ਇੰਡੀਆ ਦੀ ਐਂਸ਼ੀਅੰਟ ਹਿਸਟਰੀ, ਉਹ ਫਿਰ ਪੂਰੀ ਡਿਟੇਲ ਦੇ ਵਿੱਚ ਹੈ। ਇਹ ਜਸਟ ਪੰਜਾਬ ਦੀ ਇੱਕ ਕਰੋਨੋਲੋਜੀ ਹੋਗੀ।
ਕੱਲ੍ਹ ਨੂੰ ਆਪਾਂ ਮੈਡੀਵਲ ਹਿਸਟਰੀ ਦੇਖ ਲਾਂਗੇ, ਠੀਕ ਹੈ, ਤੇ ਫਿਰ ਆਪਾਂ ਸਿੱਖ ਹਿਸਟਰੀ ਸਟਾਰਟ ਕਰਾਂਗੇ, ਉਹ ਜ਼ਿਆਦਾ ਜ਼ਰੂਰੀ ਹੈ ਰੱਟਣੀ, ਠੀਕ ਹੈ। ਓਕੇ, ਠੀਕ ਹੈ ਜੀ, ਥੈਂਕ ਯੂ। ਫਿਰ ਮਿਲਾਂਗੇ ਤੁਹਾਨੂੰ ਨੈਕਸਟ ਕਲਾਸ ਦੇ ਵਿੱਚ। ਬਾਕੀ ਆਪਣੇ ਫਰੈਂਡਸ ਦੇ ਨਾਲ ਸ਼ੇਅਰ ਕਰਨਾ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਣਾ ਹੈ ਜੀ। ਓਕੇ।